ਤੁਹਾਡੇ ਇਕੱਲਿਆਂ ਦੇ ਜਿਹੜੇ ਬੁੱਤ ਹੈਗੇ ਇਦਾਂ ਦੇ ਬਣਾਏ ਹੋਏ ਜਿਨ੍ਹਾਂ ਨੂੰ ਦੇਖ ਕੇ ਪੁੱਛਣ ਦੀ ਲੋੜ ਨਹੀਂ ਪੈਂਦੀ ਹੈ ਕਿਹਦਾ ਵਾ, ਹਾਵ ਭਾਵ ਚਿਹਰੇ ਦੇ, ਅੱਖਾਂ, ਸਾਰਾ ਕੁਝ ਦਿਖਦਾ ਹੈਗਾ। ਪਹਿਲੀ ਸ਼ੁਰੂਆਤ ਕਿੱਥੋਂ ਹੋਈ ਸੀ? ਸਿੱਖਿਆ ਸੀ ਕਿਸੇ ਤੋਂ ਜਾਂ ਪਹਿਲਾ ਬੁੱਤ ਯਾਦ ਹੈ ਕਦੋਂ ਬਣਾਇਆ ਸੀ, ਕਿਹਦਾ ਸੀ? ਕੋਸ਼ਿਸ਼ ਹੈ ਵੀ ਮੈਨੂੰ ਜਦੋਂ ਤੱਕ ਯਾਦ ਆ, ਸਵਾ ਕੁ 3 ਸਾਲ ਦੀ ਉਮਰ ਸੀ ਮੇਰੀ ਜਦੋਂ ਇਹ ਜਿਹੜਾ ਹੈਗਾ ਕੰਮ ਮੈਨੂੰ ਯਾਦ ਆ ਵੀ ਕਰਨਾ ਸ਼ੁਰੂ ਕੀਤਾ। ਹਾਂ, ਪਰ ਮੈਨੂੰ ਜ਼ਿਆਦਾ ਚੰਗਾ ਲੱਗਦਾ ਵੀ ਸਾਡੀ ਜਿਹੜੀ ਵਿਰਾਸਤ ਹੈ ਨਾ, ਉਹ ਸਾਡੀ ਵਿਰਾਸਤ ਜਿਹੜੀ ਆ ਯੋਧਿਆਂ ਦੀ ਵਿਰਾਸਤ ਹੈ, ਦੇਸ਼ ਭਗਤਾਂ ਦੀ ਵਿਰਾਸਤ ਹੈ, ਜਿਨ੍ਹਾਂ ਦੀ ਬਦੌਲਤ ਅੱਜ ਇਹ ਆਜ਼ਾਦ ਮੁਲਕ ਹੈ ਭਾਰਤ, ਤੇ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਹੈ ਕੁਰਬਾਨੀਆਂ ਦਾ। ਤੇ ਅਸੀਂ ਲੋਕ ਫਿਰ ਉਸ ਚੀਜ਼ ਤੋਂ ਪ੍ਰਭਾਵਿਤ ਹਾਂ। ਅਸੀਂ ਦੋਨੋਂ ਭਰਾ ਜ਼ਿਆਦਾ ਸਟੱਡੀ ਕਰਦੇ ਹਾਂ ਤਾਂ ਸ਼ਹੀਦਾਂ ਦੀ ਜੀਵਨੀ ਦੇ ਉੱਪਰ ਕਰਦੇ ਹਾਂ। ਮੈਨੂੰ ਜ਼ਿਆਦਾ ਇਸ ਕਰਕੇ ਇਹ ਖੇਤਰ ਜ਼ਿਆਦਾ ਵਧੀਆ ਲੱਗਦਾ ਹੈ ਕਿ ਇਹਦੇ 'ਚ ਤੁਸੀਂ ਨਾ ਆਪਣਾ ਸਮੇਂ ਦੀ ਸਹੀ ਸੰਭਾਲ ਕਰਦੇ ਹੋ। ਨੌਕਰੀਆਂ ਸਾਰੀ ਦੁਨੀਆ ਕਰ ਸਕਦੀ ਹੈ, ਤੁਸੀਂ ਨੌਕਰੀ ਛੱਡੀ ਇਸੇ ਲਈ ਸੀ ਕਿਉਂਕਿ ਤੁਹਾਨੂੰ ਲੱਗਦਾ ਸੀ ਵੀ ਕਿਤੇ ਨਾ ਕਿਤੇ ਇਸ ਕੰਮ ਤੋਂ ਮੈਂ ਛੱਡੀ ਵੀ ਨਹੀਂ ਕਹਿ ਸਕਦਾ ਤੇ ਕਰ ਵੀ ਨਹੀਂ ਰਹਿ ਸਕਦਾ, ਇਹਦੇ ਵਿੱਚ ਵਿਚਾਲਾ ਜੀ ਕੰਮ ਹੈ। ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਪੈਂਦੇ ਨੇ, ਸੀਨਾ ਪਾੜ ਕੇ ਪੱਥਰਾਂ ਦਾ। ਤੇ ਮੈਂ ਦੇਖਿਆ ਬਾਬਾ ਨਜ਼ਮੀ ਦੀ ਜਿਹੜੀ ਫੇਸਬੁੱਕ ਦੀ ਪੂਰੀ ਉਹ ਵਾਲ ਆ ਨਾ, ਉਹਦੇ ਵਿੱਚ ਕਵਰ ਫੋਟੋ ਹੀ ਇਹ ਲੱਗੀ ਹੋਈ ਆ। ਜੀ ਇਹਦੀ ਕਿੰਨੀ ਹਾਈਟ ਹੋਊਗੀ ਵੀਰੇ? ਇਹ 18 ਫੁੱਟ ਦੇ ਬਣਾਏ ਸੀਗੇ। 18 ਫੁੱਟ ਦੇ ਦੋਨੋਂ। ਕੀ ਬਾਤ ਹੈ, ਕੀ ਬਾਤ ਹੈ। ਕਿਸਾਨ ਜਾ ਰਿਹਾ ਹਲ ਵਾਹੁੰਦਾ ਜੀ, ਪਰ ਡਾਕਟਰ ਸਵਾਮੀਨਾਥਨ ਨੂੰ ਸਹਾਰਾ ਦੇ ਰਿਹਾ, ਜਿਵੇਂ ਉਹਦੀਆਂ ਪਰੇਸ਼ਾਨੀਆਂ ਨੂੰ ਦੂਰ ਕਰਦੇ ਹੋਏ ਇੱਕ ਹੌਸਲਾ ਦੇਣਾ ਹੁੰਦਾ ਨਾ। ਪਿੰਡ ਘੱਲਕਲਾ ਤੋਂ ਲੈ ਕੇ ਪ੍ਰਧਾਨ ਮੰਤਰੀ ਦੇ ਘਰ ਤੋਂ ਹੁੰਦੇ ਹੋਏ ਜਿਹੜਾ ਸਤ ਰੇਸ ਕੋਰਸ ਦਾ ਘਰ ਹੈ ਜੀ, ਉੱਥੋਂ ਹੁੰਦੇ ਹੋਏ ਰਾਸ਼ਟਰਪਤੀ ਭਵਨ ਜਿਹੜਾ ਹੈਗਾ ਲੰਡਨ ਦਾ ਮਿਊਜ਼ੀਅਮ ਹੈ, ਉੱਥੋਂ ਤੱਕ ਤਾਂ ਔਨ ਰਿਕਾਰਡ ਹੈ। ਕੀ ਬਾਤ ਹੈ। ਜਿਹੜੇ ਘਰਾਂ ਦੇ ਵਿੱਚ ਆ ਲੋਕਾਂ ਦੇ, ਉਹ ਹੁਣ ਮੈਨੂੰ ਜਿੰਨੀ ਕੁ ਜਾਣਕਾਰੀ ਹੈ, ਜਿਨ੍ਹਾਂ ਨੂੰ ਜਾਣਦਾ, ਜਿਹੜੇ ਨਹੀਂ ਜਾਣਦਾ ਉਹਨਾਂ ਦੇ ਘਰਾਂ ਦੇ ਵਿੱਚ ਵੀ ਬਹੁਤ ਸਾਰਾ ਜਿਹੜਾ ਕਲਾਕ੍ਰਿਤਾਂ ਦਾ ਜਿਹੜਾ ਸੰਗ੍ਰਹਿ ਹੈਗਾ ਉਹ ਪਹੁੰਚਿਆ। 11ਵਾਂ ਸਟੈਚੂ ਹੈ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ। ਕੀ ਬਾਤ ਹੈ। ਹਾਂਜੀ, 11 ਸਟੈਚੂ 10 ਚਲੇ ਗਏ, 11ਵਾਂ ਸਟੈਚੂ ਹੈ। ਆਮ ਕਰਕੇ ਕੀ ਹੁੰਦਾ ਹੈ ਬਈ ਜਿਵੇਂ ਤੁਸੀਂ ਵੇਖਦੇ ਹੋ ਸਟੂਡੀਓ ਬਹੁਤ ਸੱਜ ਧੱਜ ਵਾਲੇ, ਇੱਥੇ ਉਹ ਨਹੀਂ ਕਰਨ ਦੀ ਲੋੜ। ਅਸੀਂ ਬਿਲਕੁਲ ਜਿਵੇਂ ਖੇਤਾਂ 'ਚ ਆਪਾਂ ਕੰਮ ਕਰਦੇ ਅਸੀਂ ਉਸੇ ਤਰ੍ਹਾਂ ਕੰਮ ਕਰਦੇ ਹਾਂ। ਥੋੜਾ ਦਿਲ ਲੱਗਦਾ ਇੱਥੇ। ਹਾਂਜੀ। ਪਾਕਿਸਤਾਨ ਬਣ ਗਿਆ ਜੀ, ਤੇ ਨਹਿਰੂ ਜੀ ਉੱਥੇ ਬੈਠੇ ਸੀ ਲਾਲ ਕਿਲੇ 'ਚ, ਕਵੀ ਦਰਬਾਰ ਹੋ ਰਿਹਾ ਸੀ, ਇਹਨਾਂ ਨੂੰ ਬੁਲਾਇਆ ਹੋਇਆ ਸੀਗਾ, ਸਾਂਝੇ ਪੰਜਾਬ ਦੇ ਸ਼ਹਿਰ ਸੀਗੇ। ਤੇ ਇਹਨਾਂ ਨੇ ਕਹਿੰਦੇ ਬੁੱਕਲ ਜੀ ਮਾਰੀ ਹੋਈ ਸੀ ਆਪਣੇ ਕੰਬਲ ਦੀ, ਤੇ ਜਦੋਂ ਉੱਠ ਕੇ ਗਏ ਨਾ ਤੇ ਉਹਨਾਂ ਨੇ ਬੋਲਿਆ, ਇਹਨਾਂ ਆਜ਼ਾਦੀਆਂ ਹੱਥੋਂ ਬਰਬਾਦ ਯਾਰੋ ਹੋਏ ਤੁਸੀਂ ਵੀ, ਉਹ ਹੋਏ ਅਸੀਂ ਵੀ ਆ, ਲਾਲੀ ਅੱਖੀਆਂ ਦੀ ਭਈ ਦੱਸਦੀ ਏ, ਰੋਏ ਅਸੀਂ ਵੀ ਆ ਤੇ ਰੋਏ ਤੁਸੀਂ ਵੀ ਆ। ਸਤਿ ਸ਼੍ਰੀ ਅਕਾਲ, ਔਨ 에ਅਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਰਮਨ ਤੂਰ। ਅੱਜ ਇੱਕ ਖਾਸ ਜਗ੍ਹਾ ਦੇ ਉੱਤੇ ਲੈ ਕੇ ਆਈ ਹਾਂ ਤੁਹਾਨੂੰ। ਮੈਂ ਖੜੀ ਹੋਈ ਹਾਂ ਇਸ ਵੇਲੇ ਮੋਗਾ ਜ਼ਿਲ੍ਹੇ ਦੇ ਪਿੰਡ ਘੱਲਕਲਾਂ। ਮੋਗਾ ਦਾ ਬਹੁਤ ਵੱਡਾ ਪਿੰਡ ਆ ਔਰ ਇਸ ਪਿੰਡ ਦੇ ਵਿੱਚ ਇੱਕ ਗਲੀ ਦੇ ਵਿੱਚ ਚੁੱਪਚਾਪ ਇੱਕ ਇਨਸਾਨ ਇਹੋ ਜਿਹੀਆਂ ਕਲਾਕ੍ਰਿਤਾਂ ਘੜ ਰਿਹਾ ਹੈ ਕਿ ਜੇ ਮੈਂ ਤੁਹਾਨੂੰ ਇਹ ਕਹਾਂ ਕਿ ਖਾਮੋਸ਼ੀ ਵੀ ਬੋਲਦੀ ਹੈ। ਔਰ ਖਾਮੋਸ਼ੀ ਬੋਲਦੀ ਕਿਵੇਂ ਹੈ ਕਿ ਬੁੱਤ ਆਪਣੇ ਮੂੰਹੋਂ ਬੜਾ ਕੁਝ ਕਹਿੰਦੇ, ਆਪਣੀ ਪਹਿਚਾਣ ਦੱਸਦੇ ਆ ਕਿ ਉਹ ਕਿਸ ਜਿਹੜੇ ਵਿਅਕਤੀ ਦਾ ਬੁੱਤ ਹੈਗਾ। ਮੈਂ ਅੱਜ ਘੱਲਕਲਾਂ ਦੇ ਇੱਕ ਪਿੰਡ ਦੇ ਵਿੱਚ ਇੱਕ ਵਿਅਕਤੀ ਨੇ ਨਿੱਜੀ ਜਨੂੰਨ ਦੇ ਤਹਿਤ ਬਹੁਤ ਵੱਡੀਆਂ ਆਫਰਾਂ ਨੂੰ, ਬਹੁਤ ਵੱਡੀਆਂ ਨੌਕਰੀਆਂ ਨੂੰ ਠੁਕਰਾ ਕੇ ਆਪਣੀ ਇੱਕ ਦੁਨੀਆ ਵਸਾਈ ਹੋਈ ਆ। ਔਰ ਤੁਸੀਂ ਬੋਰਡ ਲੱਗਾ ਦੇਖ ਰਹੇ ਹੋਗੇ ਕਿ ਜ਼ਰੂਰੀ ਸੂਚਨਾ ਕਰੋਨਾ ਕਰਕੇ ਪਾਰਕ 15 ਦਿਨਾਂ ਲਈ ਬੰਦ ਹੈ, ਪਰ ਔਨ 에ਅਰ ਦੀ ਟੀਮ ਦੇ ਲਈ ਇਹ ਪਾਰਕ ਖੁੱਲ੍ਹਾ ਹੋਇਆ। ਮੈਂ ਪਹੁੰਚੀ ਹਾਂ ਦੇਸ਼ ਭਗਤ ਪਾਰਕ ਘੱਲਕਲਾਂ, ਜਿੱਥੇ ਇੱਕ ਵਿਅਕਤੀ ਆਪਣੇ ਬਹੁਤ ਪਿਆਰੇ ਜਨੂੰਨ ਦਾ ਕਰਕੇ ਬਹੁਤ ਸੋਹਣੀ ਇੱਕ ਜਗ੍ਹਾ ਬਣਾ ਕੇ ਬੈਠਾ ਹੋਇਆ ਆਪਣੇ ਘਰ ਦੇ ਵਿੱਚ। ਸ਼ੁਰੂਆਤ ਜਿਹੜੀ ਹੁੰਦੀ ਆ, ਵੈਲਕਮ ਜਿਹੜਾ ਹੁੰਦਾ ਪਾਰਕ ਦਾ, ਭਾਰਤ 0 ਭਾਰਤ 1 ਦੇ ਉੱਤੇ ਕਿ ਭਾਰਤ ਦਾ ਬੋਰਡ ਲੱਗਾ ਹੋਇਆ, ਤੇ ਉਸ ਤੋਂ ਬਾਅਦ ਤੁਹਾਨੂੰ ਰੂਬਰੂ ਕਰਾਵਾਂਗੇ ਉਸ ਵਿਅਕਤੀ ਦੇ ਨਾਲ ਤੇ ਬਹੁਤ ਸੋਹਣੀਆਂ ਕਲਾਕ੍ਰਿਤਾਂ ਦੇ ਨਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮਨਜੀਤ ਸਿੰਘ ਗਿੱਲ ਘੱਲਕਲਾਂ ਜੀ, ਬਹੁਤ ਵੱਡਾ ਨਾਮ ਬਣ ਗਿਆ ਹੁਣ ਤਾਂ। ਔਰ ਕੁਦਰਤ ਦੀ ਦਇਆ ਮੇਰੇ ਇੰਨੀ ਕਿ ਤੁਹਾਡੀਆਂ ਚੀਜ਼ਾਂ ਨੂੰ ਦੇਖ ਕੇ ਆਪਣੇ ਆਪ ਪਹਿਚਾਨਣ ਦੀ ਲੋੜ ਨਹੀਂ ਪੈਂਦੀ। ਉਹਨਾਂ ਦੇ ਹਾਵ ਭਾਵ, ਨੱਕ, ਮੂੰਹ, ਬੁੱਲ ਸਭ ਕੁਝ ਬੋਲਦੇ ਆ ਕਿ ਕਿਸ ਵਿਅਕਤੀ ਦੀ ਤਸਵੀਰ ਆ। ਇਹ ਸਭ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ। ਤੇ ਸਭ ਤੋਂ ਪਹਿਲਾਂ ਤਾਂ ਔਨ 에ਅਰ ਦੀ ਟੀਮ ਨੂੰ ਮੈਂ ਜੀ ਆਇਆਂ ਕਹਿੰਦਾ ਮਹਾਨ ਦੇਸ਼ ਭਗਤ ਪਾਰਕ ਦੇ ਵਿੱਚ ਪਹੁੰਚਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇਸ ਪਾਰਕ ਨੂੰ ਦਰਸ਼ਕਾਂ ਦੇ ਜਿਹੜਾ ਰੂਬਰੂ ਕੀਤਾ।
ਵੀਰੇ ਆਪਾਂ ਤਸਵੀਰਾਂ ਦੇਖਦੇ ਦੇਖਦੇ ਚੱਲਦੇ ਆ ਨਾਲ ਦੀ ਨਾਲ, ਤੇ ਮੈਂ ਨਾਲ ਦੀ ਨਾਲ ਹੀ ਜਾਣਨਾ ਚਾਹੂੰਗੀ ਹੁਣ ਤੱਕ ਖੈਰ ਇਹ ਜੇ ਤਸਵੀਰਾਂ ਦੇ ਵੱਲ ਦੇਖੀਏ, ਖਾਸ ਤੌਰ ਤੇ ਤੁਹਾਡੀਆਂ ਤਸਵੀਰਾਂ ਦੇ ਵਿੱਚੋਂ ਝਲਕਦੀ ਹੈ ਸੋਚ। ਮੈਂ ਜਿੰਨਾ ਕੁ ਦੇਖਿਆ ਹੁਣ ਤੱਕ ਸ਼ਹੀਦਾਂ ਦੀਆਂ ਤਸਵੀਰਾਂ, ਔਰ ਉਹਨਾਂ ਸ਼ਹੀਦਾਂ ਦੀਆਂ ਜਿਨ੍ਹਾਂ ਨੂੰ ਸਾਡੀ ਪੀੜ੍ਹੀ ਦੇ ਬਾਰੇ ਨੂੰ ਤਾਂ ਪਤਾ ਹੀ ਨਹੀਂ ਉਹਨਾਂ ਦੇ ਬਾਰੇ 'ਚ, ਹੈ ਨਾ। ਔਰ ਜਿਸ ਤਰੀਕੇ ਦੇ ਨਾਲ ਮਹਾਤਮਾ ਬੁੱਧ ਦਾ ਲੱਗਿਆ ਦੂਸਰੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰੋ ਜਿਸ ਤਰ੍ਹਾਂ ਦਾ ਵਿਵਹਾਰ ਤੁਸੀਂ ਆਪਣਾ ਚਾਹੁੰਦੇ ਹੋ। ਤੇ ਮੈਂ ਹਰ ਇੱਕ ਚੀਜ਼ ਤੇ ਦੇਖਿਆ ਕਿ ਸ਼ਹੀਦਾਂ ਦੇ ਜਨਮ ਬਾਰੇ, ਉਹਨਾਂ ਦੀ ਮੌਤ ਬਾਰੇ, ਜਾਂ ਉਹਨਾਂ ਦੀ ਜ਼ਿੰਦਗੀ ਨਾਲ ਕੋਈ ਖਾਸ ਚੀਜ਼ ਜੁੜੀ ਆ ਉਹਦੇ ਬਾਰੇ ਪਹਿਲਾਂ ਤਾਂ ਇਹਦਾ ਪਰਪਸ ਦੱਸ ਦਿਓ, ਫਿਰ ਸ਼ੁਰੂਆਤ ਤੇ ਆਉਂਦੇ ਆ ਕਿ ਸ਼ੁਰੂਆਤ ਕਿਵੇਂ ਹੋਈ ਸੀ। ਜੀ, ਸਾਨੂੰ ਜਿਹੜਾ ਹੈਗਾ ਆਪਣੇ ਵਡੇਰਿਆਂ ਤੋਂ ਜਿਹੜਾ ਸੇਧ ਤਾਂ ਲੈਣੀ ਹੁੰਦੀ ਹੈ। ਅਸੀਂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਕਿਰਪਾ ਦੇ ਨਾਲ ਜਿਹੜਾ ਕੰਮ ਸਟਾਰਟ ਕੀਤਾ, ਤੇ ਗੌਤਮ ਬੁੱਧ ਜੀ ਦਾ ਸਟੈਚੂ ਪਹਿਲਾਂ ਲਗਾਇਆ ਸੀਗਾ। ਦੂਸਰਿਆਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰੋ ਜਿਸ ਤਰ੍ਹਾਂ ਦਾ ਵਿਵਹਾਰ ਤੁਸੀਂ ਆਪਣੇ ਨਾਲ ਕਰਨਾ ਚਾਹੁੰਦੇ ਹੋ। ਇੱਕ ਥਾਟ ਆ ਜਿਹੜਾ ਉਹਨਾਂ ਦਾ ਬਹੁਤ, ਕਿਉਂਕਿ ਕੁਦਰਤੀ ਗੱਲ ਹੈ ਵੀ ਹਰ ਇੱਕ ਬੰਦਾ ਜਦੋਂ ਪੜ੍ਹਦਾ ਉਹਦੇ ਮਨ ਤੇ ਆਉਂਦੀ ਹੈ ਵੀ ਅਸੀਂ ਦੂਸਰੇ ਨਾਲ ਵੀ ਚੰਗਾ ਵਿਵਹਾਰ ਕਰੀਏ। ਬਾਬਾ ਬੁੱਲੇ ਸ਼ਾਹ ਦਾ ਜਿਹੜਾ ਹੈਗਾ ਸਟੈਚੂ ਆ, ਸੂਫੀ ਫਕੀਰ ਜੀ। ਉਸ ਤੋਂ ਬਾਅਦ ਫਿਰ ਜਿਹੜੇ ਅਗਲੀ ਕੈਟਾਗਰੀ ਆ ਉਹ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਜੀ ਦਾ ਸਟੈਚੂ ਆ ਜਾਂਦਾ। ਉਸ ਦੇ ਵਿੱਚ ਉਹਨਾਂ ਦਾ ਲਿਖ ਕੇ ਲਗਾਇਆ ਹੋਇਆ ਕਿ ਭਾਰਤ ਦੇ ਮਹਾਨ ਸਪੂਤ ਇਮਾਨਦਾਰ ਪ੍ਰਧਾਨ ਮੰਤਰੀ। ਇਹ ਅੱਜ ਦੇ ਜ਼ਮਾਨੇ 'ਚ ਲਿਖਣਾ ਪੈ ਗਿਆ ਮੋਦੀ ਸਾਹਿਬ ਦੇ ਸੰਦਰਭ 'ਚ। ਵੇਖੋ, ਮੈਂ ਨਹੀਂ ਕਹਿੰਦਾ, ਪਰ ਸਭ ਜਿਹੜਾ ਹੈਗਾ ਦਰਸ਼ਕ, ਤੁਸੀਂ ਸਾਰੇ ਲੋਕ ਇਸ ਸਥਿਤੀ ਨੂੰ ਸਭ ਜਾਣਦੇ ਹੋ। ਤੇ ਇਸੇ ਤਰ੍ਹਾਂ ਅੱਗੇ ਜਿਹੜੀ ਨੌਜਵਾਨ ਪੀੜ੍ਹੀ ਨੂੰ ਸੇਧ ਦੇਣ ਵਾਸਤੇ ਜਿਹੜੇ ਸਾਡੇ ਸੰਵਿਧਾਨ ਨਿਰਮਾਤਾ ਨੇ ਡਾਕਟਰ ਭੀਮ ਰਾਓ ਅੰਬੇਦਕਰ ਜੀ, ਉਹਨਾਂ ਦਾ ਸਟੈਚੂ ਲਗਾਇਆ ਗਿਆ ਕਿ ਕਿੰਨੀ ਉਹਨਾਂ ਨੇ ਗਰੀਬੀ ਦੀ ਹਾਲਤ ਦੇ ਵਿੱਚ ਕਿੰਨੀ ਪੜ੍ਹਾਈ ਕੀਤੀ। ਤੇ ਮੈਂ ਸਟੂਡੈਂਟਾਂ ਨੂੰ ਕਹਿਣਾ ਹੁੰਦਾ ਵੀ ਅੱਧੀਆਂ ਕਿ ਡਿਗਰੀਆਂ ਤੁਸੀਂ ਕਰ ਲਈਆਂ ਤੇ ਭਾਰਤ ਦਾ ਨਾਮ ਵੀ ਉੱਚਾ ਕਰੋਗੇ ਤੇ ਆਪਣੀ ਜ਼ਿੰਦਗੀ ਵੀ ਵਧੀਆ ਸੁਚਾਰੂ ਢੰਗ ਨਾਲ ਬਣਾਓਗੇ ਤੇ ਚਲਾਓਗੇ। ਔਰ ਕਿੰਨਾ ਸੋਹਣਾ ਮੈਸੇਜ ਮਿਲਦਾ ਕਿ ਗਰੀਬੀ ਤੇ ਪੜ੍ਹਾਈ ਦਾ ਆਪਸ ਦੇ ਵਿੱਚ ਕੋਈ ਉਹ ਹੈ ਨਹੀਂਗਾ ਕਿ ਬੈਰੀਅਰ ਨਹੀਂ ਆ ਗਰੀਬੀ। ਜੀ ਨਹੀਂ, ਬੈਰੀਅਰ ਜੇ ਕਿਸੇ ਨੇ ਪੜ੍ਹਨਾ ਹੈ ਤੇ ਪੜ੍ਹ ਹੀ ਲੈਣਾ, ਉਹ ਬੈਰੀਅਰ ਟੱਪ ਜਾਂਦਾ ਹੈ। ਇਹ ਸ਼ੁਰੂਆਤ ਜਿਹੜੀ ਆ ਪਾਰਕ ਦੀ, ਇੱਕ ਓਪਨਿੰਗ ਜਿਹੜੀ ਹੁੰਦੀ ਆ ਉਹ ਖਾਸ ਤੌਰ ਤੇ ਸ਼ਹੀਦਾਂ ਨੂੰ ਸਮਰਪਿਤ, ਹਾਲਾਂਕਿ ਪੂਰਾ ਪਾਰਕ ਸ਼ਹੀਦਾਂ ਨੂੰ ਸਮਰਪਿਤ ਆ। ਹਾਂਜੀ, ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ, ਤੇ ਉਹਨਾਂ ਦਾ ਬਹੁਤ ਵੱਡਾ ਜਿਹੜਾ ਯੋਗਦਾਨ ICS ਉਹਨਾਂ ਨੇ ਉਸ ਟਾਈਮ ਉਸ ਜ਼ਮਾਨੇ 'ਚ ਕੀਤੀ ਸੀ। ਤੇ ਤੁਸੀਂ ਅੰਦਾਜ਼ਾ ਲਾਓ ਵੀ ਉਹਨਾਂ ਦੀ ਸੁੱਖ ਆਰਾਮ ਵਾਲੀ ਜ਼ਿੰਦਗੀ ਸੀਗੀ, ਪਰ ਫਿਰ ਵੀ ਉਹਨਾਂ ਨੇ ਉਹ ਤਿਆਗ ਕੇ ਤੇ ਆਪਣੇ ਦੇਸ਼ ਲਈ, ਆਜ਼ਾਦੀ ਲਈ ਸੰਗਰਾਮ ਜਿਹੜਾ ਹੈਗਾ ਵਿੱਢਿਆ। ਥਾਟ ਵੀ ਕੋਈ ਵਿਅਕਤੀ ਕਸ਼ਟ ਤੇ ਬਲਿਦਾਨ ਦੇ ਜ਼ਰੀਏ ਸਫਲ ਨਹੀਂ ਹੋ ਸਕਦਾ। ਜੇ ਉਹ ਧਰਤੀ ਉੱਤੇ ਕੋਈ ਚੀਜ਼ ਗਵਾਉਂਦਾ ਵੀ ਆ ਤਾਂ ਅਮਰਤਾ ਦਾ ਵਾਰਸ ਬਣ ਕੇ ਕਾਫੀ ਕੁਝ ਹਾਸਲ ਕਰ ਲਵੇਗਾ। ਕੀ ਬਾਤ ਹੈ। ਕਿਉਂਕਿ ਨੌਜਵਾਨ ਪੀੜ੍ਹੀ ਨੂੰ ਸੇਧ ਦੇਣ ਲਈ ਉਹਨਾਂ ਦੇ ਥੋਟ ਲਿਖੇ ਹੋਏ ਨੇ। ਰਾਸ ਬਿਹਾਰੀ ਬੋਸ ਗਦਰ ਪਾਰਟੀ ਲਹਿਰ ਦੇ ਬਹੁਤ ਵੱਡੇ ਸਿਰਕੱਢ ਨੇਤਾ ਹੋਏ ਨੇ। ਫਿਰ ਲਾਲਾ ਲਾਜਪਤ ਰਾਏ ਜੀ, ਚੰਦਰ ਸ਼ੇਖਰ ਆਜ਼ਾਦ ਜੀ, ਤੇ ਉਸ ਤੋਂ ਬਾਅਦ ਜਿਹੜੇ ਸਾਡੇ ਮਹਾਨ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਉਹਨਾਂ ਦੇ ਜਿਹੜੇ ਬੁੱਤ ਲਗਾਏ ਗਏ ਆ, ਕਿਉਂਕਿ ਨੌਜਵਾਨ ਉਹਨਾਂ ਦੇ ਜੀਵਨ ਤੋਂ ਸੇਧ ਲੈਂਦੇ ਨੇ। ਜਦੋਂ ਤਸਵੀਰਾਂ ਦੇਖਦੇ ਉਹਨਾਂ ਨੂੰ ਚੰਗਾ ਲੱਗਦਾ, ਉਹਨਾਂ ਨੂੰ ਫਖਰ ਮਹਿਸੂਸ ਹੁੰਦਾ ਵੀ ਸਾਡੇ ਵੱਡੇ ਵਡੇਰੇ ਇਸ ਉਮਰ ਦੇ ਵਿੱਚ ਉਹਨਾਂ ਨੇ ਕਿੰਨੀ ਵੱਡੀ ਕੁਰਬਾਨੀ ਕੀਤੀ ਜੀ। ਤੇ ਸ਼ਹੀਦ ਮਦਨ ਲਾਲ ਢੀਂਗਰਾ ਜੀ, ਉਹਨਾਂ ਦਾ ਸਟੈਚੂ ਆ। ਇੱਕ ਵੀਰੇ ਇਹ ਜਿਹੜੇ ਇੱਕ ਸਭ ਤੋਂ ਪਹਿਲਾਂ ਤਾਂ ਆ ਬਹੁਤ ਸੋਹਣੀ ਚੀਜ਼ ਬਣਾਈ ਹੋਈ ਆ ਤੁਸੀਂ, ਲੈਕਚਰ ਸਟੈਂਡ ਹੈ ਨਾ, ਜਿਹਦੇ ਉੱਤੇ ਖੜ ਕੇ ਆਮ ਹੀ ਲੋਕ ਗੱਲ ਕਰਦੇ ਤੇ ਕਿੰਨੀ ਸੋਹਣੀ ਕ੍ਰੀਏਟੀਵਿਟੀ ਆ। ਤੇ ਇਹ ਇੱਥੇ ਕਿਉਂ ਰੱਖਿਆ ਹੋਇਆ, ਕੋਈ ਖਾਸ ਪਰਪਸ? ਇਸ ਤਰ੍ਹਾਂ ਕਿ ਜਦੋਂ ਕੋਈ ਫੰਕਸ਼ਨ ਹੁੰਦਾ, ਜਦੋਂ ਵੀ ਕੋਈ ਕਵੀ ਦਰਬਾਰ ਹੁੰਦਾ, ਜਾਂ ਜਿਵੇਂ ਬੱਚਿਆਂ ਦੀਆਂ ਕਲਾਸਾਂ ਜਦੋਂ ਸ਼ੁਰੂ ਹੁੰਦੀਆਂ, ਫਿਰ ਟੀਚਰ ਇੱਥੇ ਜਿਹੜਾ ਹੈਗਾ ਲੈਕਚਰ ਸਟੈਂਡ ਵਜੋਂ ਇਹਨੂੰ ਕਲਾਕਿਰਤ ਨੂੰ ਵਰਤਦੇ ਆ। ਤੇ ਮੈਂ ਆਪ ਜੀ ਨੂੰ ਇਹ ਵੀ ਦੱਸ ਦਿਆਂ ਵੀ ਪੰਜਾਬ ਦੇ ਬਹੁਤ ਮਹਾਨ ਨਾਵਲਕਾਰ ਸਰਦਾਰ ਜਸਵੰਤ ਸਿੰਘ ਕੰਵਲ, ਸੁਰਜੀਤ ਪਾਤਰ ਜੀ, ਡਾਕਟਰ ਦਰਸ਼ਨ ਬੜੀ, ਸਰਦਾਰ ਜਗਦੇਵ ਸਿੰਘ ਜੱਸੋਵਾਲ, ਮੁਹੰਮਦ ਸਦੀਕ ਗਾਇਕਾਂ ਚੋਂ, ਹਰਭਜਨ ਮਾਨ, ਗਿੱਲ ਹਰਦੀਪ, ਪਤਾ ਨਹੀਂ ਕਿੰਨੀਆਂ ਕੁ ਸ਼ਖਸੀਅਤਾਂ ਇਸ ਲੈਕਚਰ ਸਟੈਂਡ ਨੂੰ ਸ਼ੋਅ ਦੇ ਕੇ ਗਈਆਂ। ਇੱਥੇ ਮੇਰੇ ਖਿਆਲ 'ਚ, ਜੇ ਮੈਂ ਗਲਤ ਨਾ ਹੋਵਾਂ, ਤੇ ਭਾਰਤ ਦੀਆਂ ਨਹੀਂ, ਭਾਰਤ ਤੋਂ ਬਾਹਰ ਖਾਸ ਤੌਰ ਤੇ ਪਾਕਿਸਤਾਨ ਦੇ ਨਾਲ ਸੰਬੰਧਿਤ ਲੋਕ ਵੀ ਜੀ ਬਹੁਤ ਸਾਰੀਆਂ ਸ਼ਖਸੀਅਤਾਂ, ਕਿਉਂਕਿ ਜੇ ਮੇਰੇ ਕੋਲ ਕੋਈ ਹੋਰ ਰਜਿਸਟਰ ਵੀ ਨਹੀਂ ਲਾਇਆ ਹੋਇਆ ਵੀ ਕਿੰਨੀਆਂ ਕੁ ਸ਼ਖਸੀਅਤਾਂ, ਪਰ ਹੁਣ ਲਾਉਣਾ ਚਾਹੀਦਾ ਨਾ। ਹਾਂ, ਹੁਣ ਉਹ ਲਗਾਵਾਂਗੇ। ਇਸ ਤੋਂ ਪਹਿਲਾਂ ਕਿ ਅਸੀਂ ਪਾਰਕ ਦੇ ਅੰਦਰ ਨੂੰ ਜਾਈਏ, ਇਹ ਪਹਿਲਾਂ ਜਦੋਂ ਮੈਂ ਦੇਖ ਕੇ ਗਈ ਸੀ, ਇਹਦਾ ਕੀ ਪਰਪਸ ਆ ਵੀਰੇ? ਇੱਕ ਹੱਥ ਦੀ ਤਸਵੀਰ ਆ, ਇਹ ਕਿਤੇ ਦੂਜਾ ਹੱਥ ਤਾਂ ਨਹੀਂ ਜਿਹੜਾ? ਨਹੀਂ, ਕਿਉਂਕਿ ਮਾਲਾ ਪੈ ਰਹੀ ਹੈ। ਮਾਲਾ ਹੁੰਦੀ ਸੀ, ਹਾਂਜੀ, ਮਾਲਾ ਦਾ ਨਾ ਥੋੜੀ ਜਿਹੀ ਰਿਪੇਅਰ ਕਰਨ ਵਾਲੀ ਸੀਗੀ, ਤੇ ਉਹ ਮਾਲਾ ਪੈ ਰਹੀ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਜਿਹੜਾ ਉਹਨਾਂ ਦੀ ਯਾਦ ਦੇ ਵਿੱਚ ਹੈ, ਭਗਤੀ ਮੈਂ ਸ਼ਕਤੀ।
ਠੀਕ ਹੈ ਤੇ ਉਹ ਮਾਲਾ ਜਦੋਂ ਪੈ ਗਈ ਫਿਰ ਆਪਣਾ ਪੂਰਾ ਇਹ ਜਿਹੜਾ ਉਹ ਕਨਸੈਪਟ ਉਹ ਮਾਲਾ ਇਦਾਂ ਤਿਰਛੇ ਤਰੀਕੇ ਨਾਲ ਪਈ ਹੁੰਦੀ ਸੀ ਨਾ। ਹਾਂਜੀ ਹਾਂ ਬਿਲਕੁਲ ਬਿਲਕੁਲ ਠੀਕ ਹੈ। ਤੇ ਇਸ ਕਰਕੇ ਉਹ ਆਉਣ ਵਾਲੇ ਦਿਨਾਂ ਚੋਂ ਪੈ ਰਹੀ ਹੈ ਜੀ ਮਾਲਾ। ਇੱਧਰ ਵੀ ਕੁਝ ਤਸਵੀਰਾਂ ਪਈਆਂ ਹੋਈਆਂ ਵੀਰੇ, ਤੁਹਾਡਾ ਸਟੂਡੀਓ ਪਿੱਛੇ ਆ, ਪਹਿਲਾਂ ਇਹ ਸਟੂਡੀਓ ਹੋਇਆ ਕਰਦਾ ਸੀਗਾ ਜਿੱਥੇ? ਹਾਂਜੀ ਹਾਂ ਪਹਿਲਾਂ ਇਹ ਸਟੂਡੀਓ ਹੁੰਦਾ ਸੀ, ਫਿਰ ਉਹ ਹੌਲੀ ਹੌਲੀ ਸਟੂਡੀਓ ਦਾ ਆਕਾਰ ਜਿਹੜਾ ਵੱਡਾ ਕਰਨਾ ਪੈ ਗਿਆ। ਇਹ ਜਿਹੜੀ ਹੁੰਦਾ ਪਹਿਲਾਂ ਪਿੱਛੇ ਚੀਜ਼ਾਂ ਲੱਗੀਆਂ ਹੋਈਆਂ ਖਾਸ ਤੌਰ ਤੇ ਇਹ ਇਹਦੇ ਨਾਲ ਕਨਸੈਪਟ ਨਾਲ ਰਿਲੇਟਡ ਤੁਸੀਂ ਤਸਵੀਰਾਂ ਵੀ ਬਣਾਈਆਂ ਹੋਈਆਂ? ਹਾਂਜੀ, ਬਰਥ ਆਫ ਇੰਡੀਅਨ ਨੈਸ਼ਨਲ ਕਾਂਗਰਸ ਥੋੜੀ ਹਿਸਟਰੀ ਦਾ ਉਪਰਾਲਾ ਥੋੜਾ ਜਿਹਾ ਕੀਤਾ ਗਿਆ ਸਟੂਡੈਂਟਸ ਲਈ, ਤੇ ਇਹ ਸਾਡੇ ਬਾਬਾ ਨਾਰ ਸਿੰਘ ਜੀ ਸਨੇਰਾ ਵਾਲੇ ਆ, ਉਹਨਾਂ ਦੇ ਆਸ਼ੀਰਵਾਦ ਨਾਲ ਹੀ ਅਸੀਂ ਕੰਮ ਸ਼ੁਰੂ ਕੀਤਾ ਸੀ ਜੀ ਜੀ। ਉਸ ਤੋਂ ਬਾਅਦ ਜਿਹੜੇ ਆ ਤੁਹਾਨੂੰ ਸਟੈਚੂ ਦਿਖ ਰਹੇ ਨੇ ਜੀ, ਪੰਜਾਬ ਦੇ ਮਹਾਨ ਕਵੀਸ਼ਰ ਜੀ ਜਿਹੜਾ ਬਾਪੂ ਕਰਨੈਲ ਸਿੰਘ ਪਾਰਸ ਜੀ, ਹਾਂ, ਇਹ ਮਾਤਾ ਜੀ ਦਾ ਇਹਨਾਂ ਨਾਲ ਤਾਂ ਸੰਬੰਧ ਨਹੀਂ, ਵੈਸੇ ਹੀ ਕਲਾਕਾਰਤਾ ਤੇ ਉਹ ਬਣਾ ਕੇ ਰੱਖੇ ਹੋਏ ਨਾਲ ਜੀ। ਇਹ ਬਹੁਤ ਜਦੋਂ ਮੈਂ ਪਹਿਲੀ ਵਾਰੀ ਆਈ ਸੀ ਮੈਨੂੰ ਯਾਦ ਹੈ ਕਿ ਇੱਕ ਖੜੇ ਹੋਏ ਬਾਪੂ, ਮਤਲਬ ਡਰ ਲੱਗਦਾ ਸੀ ਜਿਵੇਂ ਸੱਚੀ ਮੁੱਚੀ ਉਹ ਖੁੰਡਾ ਲਈ ਹਨਾ। ਬਹੁਤ ਸਾਰੀਆਂ ਕਲਾਕ੍ਰਿਤਾਂ ਹੁਣ ਨਹੀਂ ਆ, ਉਹ ਕੋਈ ਆਰਡਰ ਆਉਂਦਾ ਜਾਂ? ਹਾਂਜੀ ਹਾਂ, ਉਹ ਆਰਡਰ ਤੇ ਸੀਗੇ, ਕੈਨੇਡਾ ਦੇ ਵਿੱਚੋਂ ਚਲੇ ਗਏ ਨੇ ਬਾਪੂ ਜੀ। ਅੱਜ ਕੱਲ ਬਾਪੂ ਜੀ ਉੱਥੇ ਰੰਗ ਭਾਗ ਲਾ ਰਹੇ ਨੇ। ਅੱਛਾ, ਉਹਨਾਂ ਦਾ ਸਟੈਚੂ ਬਣਿਆ ਸੀ? ਹਾਂਜੀ ਹਾਂਜੀ ਉਹਨਾਂ ਦਾ ਸੀਗਾ। ਅੱਛਾ ਤੇ ਵੀਰੇ ਉਹ ਜਿਹੜੀ ਉਹ ਇਹ ਮਾਨਯੋਗ ਮੁੱਖ ਮੰਤਰੀ ਜੀ ਜਦੋਂ ਇੱਥੇ ਆਏ ਸੀਗੇ, ਉਹਨਾਂ ਦਾ ਵੀ ਕਾਫੀ ਕੰਮ ਜਿਹੜਾ ਹੈਗਾ ਉਹਨਾਂ ਦੇ ਘਰ ਹੈਗਾ ਤੇ ਉਹ ਕਰਕੇ ਦਿੱਤਾ ਸੀਗਾ ਜੀ ਉਹਨਾਂ ਦੇ ਪਿੰਡ। ਤੇ ਉਹ ਜਦੋਂ ਆਏ ਸੀ ਉਹਨਾਂ ਦੀ ਤਸਵੀਰਾਂ ਨੇ, ਜਿਹੜੇ ਵੱਖ-ਵੱਖ ਸ਼ਖਸੀਅਤਾਂ ਦੀਆਂ ਕਾਫੀ ਤਸਵੀਰਾਂ ਇੱਥੇ ਪਈਆਂ ਅਜੇ ਡਿਸਪਲੇ ਕਰਨ ਵਾਲੀਆਂ ਨੇ। ਬਾਕੀ ਥੋੜਾ ਹਿਸਟਰੀ ਦਾ, ਜਿਵੇਂ ਮਾਂ ਬੋਲੀ ਪੰਜਾਬੀ, ਉਹ ਬੱਚੇ ਫਿਰ ਜਿਹੜਾ ਉਹ 35 ਅੱਖਰੀ ਨੂੰ ਵੇਖਦੇ ਨੇ, ਸਿੱਖਦੇ ਨੇ, ਤੇ ਥੋੜੇ ਇਸ ਤਰ੍ਹਾਂ ਦੇ ਉਪਰਾਲੇ ਨਾਲ ਮੂਰਤੀ ਕਲਾ ਦੇ ਹੋਰ ਵੀ ਕੀਤੇ ਹੋਏ। ਇਹ ਕਿਹਨਾਂ ਦਾ ਵੀਰੇ, ਕੋਈ ਆਰਡਰ ਤੇ ਆਇਆ ਹੋਇਆ ਜਾਂ ਆਪਾਂ ਬਣਾਇਆ? ਹਾਂਜੀ, ਇਹ ਬਜ਼ੁਰਗ ਨੇ ਅਮਰੀਕਾ ਤੋਂ, ਉਹਨਾਂ ਨੇ ਖੁਦ ਦਾ ਹੀ ਆਪਣਾ ਸਟੈਚੂ ਬਣਵਾਇਆ ਜੀ। ਅੱਛਾ, ਹਾਂਜੀ ਹਾਂਜੀ ਠੀਕ ਹੈ ਵੀਰੇ। ਆਪਾਂ ਅੱਗੇ ਵੀ ਚੱਲਦੇ ਹਾਂ ਤੇ ਖਾਸ ਤੌਰ ਤੇ ਜੇ ਸ਼ੁਰੂਆਤ ਦੀ ਗੱਲ ਕਰੀਏ, ਕਿਉਂਕਿ ਹਰ ਇੱਕ ਨੂੰ ਕਿਉਰਿਓਸਿਟੀ ਹੁੰਦੀ ਆ, ਕਿਉਂਕਿ ਇਹ ਤੁਹਾਡੇ ਇਕੱਲਿਆਂ ਦੇ ਜਿਹੜੇ ਬੁੱਤ ਹੈਗੇ ਇਦਾਂ ਦੇ ਬਣਾਏ ਹੋਏ, ਜਿਨ੍ਹਾਂ ਨੂੰ ਦੇਖ ਕੇ ਪੁੱਛਣ ਦੀ ਲੋੜ ਨਹੀਂ ਪੈਂਦੀ ਹੈ ਕਿਹਦਾ ਵਾ, ਹਾਵ ਭਾਵ ਚਿਹਰੇ ਦੇ, ਅੱਖਾਂ, ਸਾਰਾ ਕੁਝ ਉਹ ਦਿਖਦਾ ਹੈਗਾ। ਪਹਿਲੀ ਸ਼ੁਰੂਆਤ ਕਿੱਥੋਂ ਹੋਈ ਸੀ? ਸਿੱਖਿਆ ਸੀ ਕਿਸੇ ਤੋਂ ਜਾਂ ਪਹਿਲਾ ਬੁੱਤ ਯਾਦ ਹੈ ਕਦੋਂ ਬਣਾਇਆ ਸੀ, ਕਿਹਦਾ ਸੀ ਉਹ? ਕੋਸ਼ਿਸ਼ ਇਹ ਵੀ ਮੈਨੂੰ ਜਦੋਂ ਤੱਕ ਯਾਦ ਆ, 3.25 ਸਾਲ ਦੀ ਉਮਰ ਸੀ ਮੇਰੀ ਜਦੋਂ ਇਹ ਜਿਹੜਾ ਹੈਗਾ ਕੰਮ ਮੈਨੂੰ ਯਾਦ ਆ ਵੀ ਕਰਨਾ ਸ਼ੁਰੂ ਕੀਤਾ। ਹਾਂ, ਉਸ ਤੋਂ ਬਾਅਦ ਫਿਰ ਹੌਲੀ ਹੌਲੀ ਨਾ ਦੇਸ਼ ਭਗਤਾਂ ਦਾ ਹੀ ਜ਼ਿਆਦਾ ਸ਼ੌਕ ਸੀ, ਸ਼ਹੀਦਾਂ ਦਾ। 3.25 ਸਾਲ ਦੀ ਉਮਰ 'ਚ ਕੀ ਬਣਾਇਆ ਸੀ? ਬਸ ਛੋਟੇ ਛੋਟੇ ਜਿਹੜੇ ਦੇਸ਼ ਭਗਤਾਂ ਦੇ ਸਟੈਚੂ। ਕਾਹਦੇ ਨਾਲ ਬਣਾਏ ਸੀ? ਮਿੱਟੀ ਦੇ ਨਾਲ, ਜਿਵੇਂ ਆਪਾਂ ਆਮ ਖੇਡਦੇ ਬੱਚੇ? ਹਾਂਜੀ ਹਾਂਜੀ ਹਾਂਜੀ, ਜਿਵੇਂ ਖੇਡਦੇ ਬੱਚੇ ਬਣਾਉਂਦੇ ਆ ਨਾ। ਤੇ ਮਾਂ ਨੂੰ ਪਤਾ ਲੱਗਿਆ, ਕਿਹਨੂੰ ਪਤਾ ਲੱਗਿਆ ਵੀ ਇਹ? ਮਾਤਾ ਨੂੰ ਪਹਿਲਾਂ ਪਤਾ ਲੱਗਾ ਸੀ, ਕਿਉਂਕਿ ਮਾਤਾ ਦੇ ਕੋਈ ਮਿੱਟੀ ਵਰਤੀ ਸੀ ਚੁੱਲ੍ਹਿਆਂ ਵਾਲੀ। ਅੱਛਾ, ਕੁੱਟਣੀ ਪਈ? ਹੋ ਸਕਦਾ ਉਦੋਂ ਪਈ ਹੋਵੇ, ਇੰਨਾ ਯਾਦ ਨਹੀਂ, ਪਰ ਕਲਾਕ੍ਰਿਤੀ ਯਾਦ ਰਹਿ ਗਈ। ਹਾਂ, ਤੇ ਉਸ ਤੋਂ ਬਾਅਦ ਫਿਰ ਸ਼ਹੀਦ ਕਰਤਾਰ ਸਿੰਘ ਸਰਾਭੇ ਦਾ ਜਿਹੜਾ ਲਾਈਫ ਸਾਈਜ਼ ਜਿਹੜਾ ਸਟੈਚੂ ਬਣਾਇਆ ਗਿਆ ਸੀਗਾ। ਤੇ ਹੁਣ ਵੀ ਇਹ ਜਿਹੜੀ ਜਗ੍ਹਾ ਤੇ ਆਪਾਂ ਖੜੇ ਆ, ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ। ਓਹ ਕੀ ਬਾਤ ਹੈ। ਇਸੇ ਕਰਕੇ ਇਹੀ ਜ਼ਮੀਨ ਨਾਲ ਫਿਰ ਹੋਰ ਖਰੀਦੀ ਗਈ ਤੇ ਉਹ ਇਹਨੂੰ ਆਕਾਰ ਨੂੰ ਵੱਡਾ ਕੀਤਾ ਗਿਆ, ਪਾਰਕ ਨੂੰ। ਇਹ ਸ਼ਹੀਦਾਂ ਦੀ ਯਾਦ ਦੇ ਵਿੱਚ ਇਹ ਜਗ੍ਹਾ ਇਸੇ ਕਰਕੇ ਇੱਥੇ ਬਣਾਈ ਗਈ ਹੈ, ਕਿਉਂਕਿ ਚਰਨ ਛੋਹ ਪ੍ਰਾਪਤ ਹੈ ਜੀ ਸ਼ਹੀਦਾਂ ਦੀ। ਵੀਰੇ ਹੋਰ ਬਹੁਤ ਸਾਰੇ ਜਿਹੜੇ ਲੱਗੇ ਹੋਏ ਆ, ਜੇ ਸ਼ੁਰੂਆਤ ਕਰ ਲਈਏ ਪਹਿਲਾਂ ਤਾਂ ਇਧਰੋਂ ਜਿਹੜੇ ਕੁਝ ਹੈਗੇ ਆ, ਇਹ ਸ਼ੌਕੀਆ ਤੌਰ ਤੇ ਪਾਰਕ ਨੂੰ ਸਜਾਉਣ ਲਈ। ਜੇ ਅਸਲੀ ਕੁੱਤਾ ਰੱਖਦੇ ਆ ਤੇ ਉਹ ਫਿਰ ਪਾਰਕ ਦੇ ਵਿੱਚ ਆਵਾਜਾਈ ਰਹਿੰਦੀ ਲੋਕਾਂ ਦੀ, ਹਨਾ। ਉਹ ਫਿਰ ਆਪਣਾ ਸ਼ੌਕ, ਚਲੋ ਇਹਦਾ ਸਟੈਚੂ ਇਹਨੂੰ ਵੀ ਸਤਿਕਾਰ ਦੇਣ ਦਾ ਇੱਕ ਤਰੀਕਾ ਇਹ ਹੈ ਨਾ। ਇਹ ਜਿਹੜੀ ਅਲਬਰਟ ਆਇਨਸਟਾਈਨ ਜੀ, ਇਹ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਸਿੱਖਦੀ ਹੈ ਵੀ ਜਿਹੜੇ ਸਾਡੇ ਸਾਇੰਟਿਸਟ ਕਿੰਨੀਆਂ ਘਾਲਣਾ ਘਾਲ ਕੇ ਉਹ ਇੱਥੋਂ ਤੱਕ ਪਹੁੰਚੇ, ਅਸੀਂ ਵੀ ਕੁਝ ਬਣੀਏ। ਤੇ ਅਸੀਂ ਦੋਨੋਂ ਭਰਾ, ਸੁਰਜੀਤ ਸਿੰਘ ਵੀ ਤੇ ਮੈਂ ਵੀ, ਅਸੀਂ ਦੋਨੋਂ ਰਾਏ ਮਸ਼ਵਰਾ ਕਰਕੇ ਨਾ ਫਿਰ ਉਹ ਸੋਚਦੇ ਹੁੰਦੇ ਆ ਤਰੀਕਾ ਵੀ ਜਿਸ ਤਰ੍ਹਾਂ ਲੋਕਾਂ, ਨੌਜਵਾਨ ਪੀੜ੍ਹੀ ਨੂੰ ਸੇਧ ਮਿਲੇ। ਅੱਗੇ ਜਿਹੜੇ ਇਹ ਬੋਰਡ ਲਾਏ ਹੋਏ ਤੁਸੀਂ ਇੰਸਟਰਕਸ਼ਨਸ ਦੇ, ਇਹ ਸ਼ਹੀਦ ਕਰਤਾਰ ਸਿੰਘ ਸਰਾਭਾ, ਖਾਸ ਤੌਰ ਤੇ ਜੇ ਦੇਸ਼ ਭਗਤ ਪਾਰਕ, ਹਾਂਜੀ, ਇਹੀ ਨਾਂ ਕਿਉਂ? ਕਿਉਂਕਿ ਮਹਾਨ ਦੇਸ਼ ਭਗਤਾਂ ਦੇ ਨਾਮ ਤੇ ਆ। ਹਾਂ, ਆਮ ਕਰਕੇ ਪੰਜਾਬ ਦੇ ਲੋਕ ਜ਼ਿਆਦਾਤਰ ਮੈਂ ਵੇਖਿਆ ਵੀ ਗਾਇਕਾਂ ਤੋਂ ਤੇ ਸਾਇੰਟਿਸਟ, ਆਪਣਾ ਕੀ ਨਾਮ ਹੈ ਇਹਨਾਂ ਦਾ, ਫਿਲਮੀ ਐਕਟਰਾਂ ਤੋਂ, ਹਾਂ, ਉਹਨਾਂ ਤੋਂ ਜ਼ਿਆਦਾ ਪ੍ਰਭਾਵਿਤ ਨੇ। ਹਾਂ, ਪਰ ਮੈਨੂੰ ਜ਼ਿਆਦਾ ਚੰਗਾ ਲੱਗਦਾ ਵੀ ਸਾਡੀ ਜਿਹੜੀ ਵਿਰਾਸਤ ਹੈ ਨਾ, ਉਹ ਸਾਡੀ ਵਿਰਾਸਤ ਜਿਹੜੀ ਆ ਯੋਧਿਆਂ ਦੀ ਵਿਰਾਸਤ ਹੈ, ਦੇਸ਼ ਭਗਤਾਂ ਦੀ ਵਿਰਾਸਤ ਹੈ, ਜਿਨ੍ਹਾਂ ਦੀ ਬਦੌਲਤ ਅੱਜ ਇਹ ਆਜ਼ਾਦ ਮੁਲਕ ਹੈ ਭਾਰਤ। ਤੇ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਹੈ ਕੁਰਬਾਨੀਆਂ ਦਾ। ਤੇ ਅਸੀਂ ਲੋਕ ਫਿਰ
ਉਸ ਚੀਜ਼ ਤੋਂ ਪ੍ਰਭਾਵਿਤ ਆ। ਅਸੀਂ ਦੋਨੋਂ ਭਰਾ ਜ਼ਿਆਦਾ ਸਟੱਡੀ ਕਰਦੇ ਆ ਤਾਂ ਇਹ ਸ਼ਹੀਦਾਂ ਦੀ ਜੀਵਨੀ ਦੇ ਉੱਪਰ ਕਰਦੇ ਆ। ਇਹ ਬਹੁਤ ਸਾਰੇ ਜਾਨਵਰਾਂ ਦੀਆਂ ਤਸਵੀਰਾਂ ਨੇ ਔਰ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਪਾਰਕ। ਇਹ ਕਿਸੇ ਖਾਸ ਪਰਪਸ ਨੂੰ ਬਣਾਈਆਂ ਗਈਆਂ ਜਾਂ ਸਿਰਫ ਇਹ ਬੱਚਿਆਂ ਲਈ ਜੀ, ਤਾਂ ਕਿ ਬੱਚੇ ਆ ਕੇ ਬੋਰ ਨਾ ਹੋਣ। ਹਾਂ, ਜਿਹੜੇ ਛੋਟੇ ਬੱਚੇ ਆਉਂਦੇ ਨਾ ਜੀ, ਹਾਂ, ਕਿਉਂਕਿ ਵੱਡੇ ਤਾਂ ਜਿਹੜੇ ਇਤਿਹਾਸ ਨੂੰ ਸਮਝਦੇ ਆ, ਛੋਟੇ ਬੱਚਿਆਂ ਦਾ ਜੀ ਉਹਨਾਂ ਦੀ ਸੋਚ ਥੋੜੇ ਖੇਡਣ ਮੱਲਣ ਵਾਲੇ ਹੁੰਦੀ ਹੈ। ਇਹ ਉਹਨਾਂ ਵਾਸਤੇ ਉਪਰਾਲੇ ਕੀਤੇ ਗਏ। ਹੋਰ ਵੀ ਕਾਫੀ ਵੱਡਾ ਇਹਨੂੰ ਕਰ ਰਹੇ ਆ ਬੱਚਿਆਂ ਵਾਸਤੇ ਵੀ ਕਾਫੀ। ਵੀਰੇ ਖਾਸ ਤੌਰ ਤੇ ਜੇ ਇਸ ਚੀਜ਼ ਦਾ ਜ਼ਿਕਰ ਕਰੀਏ ਕਿ ਤਸਵੀਰਾਂ ਕਾਫੀ ਤਰ੍ਹਾਂ ਦੀਆਂ, ਇਹ ਸਾਰੀਆਂ ਇੱਕੋ ਹੀ ਕੋਈ ਖਾਸ ਮਿੱਟੀ ਆ ਜਾਂ ਕਿਉਂਕਿ ਇਹ ਚੱਕਣ ਦੇ ਵਿੱਚ ਭਾਰੀਆਂ ਨਹੀਂ ਹੈਗੀਆਂ? ਨਹੀਂ, ਫਾਈਬਰ ਗਲਾਸ ਦੀਆਂ ਵੀ ਹੈ, ਹਾਂ, ਤੇ ਹੁਣ ਮੈਟਲ ਦਾ ਵੀ ਕਾਫੀ ਹੈ ਆਪਣੇ ਕੋਲ ਕੰਮ। ਬਾਕੀ ਸੀਮੈਂਟ ਦੇ ਵੀ ਆ ਕੁਝ ਸਟੈਚੂ। ਇਹ ਜਿਹੜਾ ਕਲਰ ਕੀਤਾ ਜਾਂਦਾ, ਜਿਵੇਂ ਇਹ ਤਾਂ ਕਲਰ ਹੈ, ਇੱਕ ਮੈਂ ਦੇਖਿਆ ਸੀ ਪਿੱਛੇ ਜਿਵੇਂ ਉਹ ਸਿਲਵਰ ਟੋਨ ਜੀ ਦੇ ਵਿੱਚ ਕਲਰ ਹੈਗਾ ਜਾਂ ਉਹ ਫਾਈਬਰ ਗਲਾਸ ਚ ਨੇ ਜੀ, ਉਹਨਾਂ ਨੂੰ ਕਲਰ ਉਸ ਤਰ੍ਹਾਂ ਦਾ ਕੀਤਾ, ਉਸੇ ਤਰ੍ਹਾਂ ਦਾ ਹੀ ਹੁੰਦਾ ਜਾਂ ਕੀਤਾ ਜਾਂਦਾ? ਨਹੀਂ, ਉਸ ਤਰ੍ਹਾਂ ਦਾ ਹੁੰਦਾ ਵੀ ਹੈ, ਹੁੰਦਾ ਹੀ ਆ। ਹਾਂਜੀ ਹਾਂਜੀ, ਕਈਆਂ ਦੇ ਉੱਪਰ ਕੀਤਾ ਵੀ ਹੈ ਕਿਉਂਕਿ ਬਹੁਤ ਜ਼ਿਆਦਾ ਮਟੀਰੀਅਲ ਆ। ਹੁਣ ਤਾਂ ਗਿਣਤੀ 'ਚ ਨਹੀਂ ਹੈ ਇੰਨਾ ਜ਼ਿਆਦਾ। ਇਹ ਖੁੱਲਾ ਹੋ ਗਿਆ ਇਹ ਖੇਤਰ ਵੀ ਜਿਹਦੇ 'ਚ ਤੁਸੀਂ ਜਿੰਨੇ ਮਰਜ਼ੀ ਮਟੀਰੀਅਲ ਵਰਤ ਸਕਦੇ ਹੋ। ਸ਼ੁਰੂਆਤ ਜਿਹੜੀ ਕੀਤੀ ਸੀ, ਓਪਨਿੰਗ ਦਿਖਾਈ ਸੀ ਤੇ ਕਹਿੰਦੇ ਹੁੰਦੇ ਨਾ ਕਿ ਟ੍ਰੇਲਰ ਜਿਹੜਾ ਸੀਗਾ ਤੇ ਹੁਣ ਪੂਰੀ ਫਿਲਮ ਜਿਹੜੀ ਹੈ ਤੁਹਾਡੇ ਰੂਬਰੂ ਕੀਤੀ ਜਾਊਗੀ। ਪੂਰਾ ਦਾ ਪੂਰਾ ਪਾਰਕ ਜਿਹੜਾ ਬਣਿਆ ਹੋਇਆ ਔਰ ਬਹੁਤ ਸਾਰੀਆਂ ਤਸਵੀਰਾਂ ਗਾਇਬ ਵੀ ਆ ਵਿੱਚੋਂ, ਸ਼ਾਇਦ ਉਹ ਆਰਡਰ ਤੇ ਹੋਣਗੀਆਂ ਜਾਂ ਜਿਹੜੀ ਸ਼ਖਸੀਅਤਾਂ ਕੁਝ ਇਸ ਤਰ੍ਹਾਂ ਹੈ ਕਿ ਵੱਖ-ਵੱਖ ਦੇਸ਼ਾਂ 'ਚ ਤੇ ਆਪਣੇ ਮੁਲਕ ਦੇ ਵਿੱਚ ਵੀ ਚਲੀਆਂ ਗਈਆਂ, ਕਿਉਂਕਿ ਲੋਕ ਫਿਰ ਉਹ ਜ਼ਿਆਦਾ ਜ਼ੋਰ ਪਾਉਂਦੇ ਆ ਵੀ ਤੁਸੀਂ ਤਾਂ ਹੋਰ ਵੀ ਬਣਾ ਲਓਗੇ, ਇਹ ਸਾਨੂੰ ਦੇ ਦਿਓ। ਫਿਰ ਉਹ ਮਨਾ ਵੀ ਨਹੀਂ ਹੁੰਦਾ। ਹਾਂਜੀ ਹਾਂਜੀ। ਤੇ ਸ਼ੁਰੂਆਤ ਵੀਰੇ ਹੋ ਜਾਂਦੀ ਹੈ ਇੱਥੋਂ, ਹਨਾ? ਹਾਂਜੀ। ਜਿਹੜੀ ਇਹ ਕਲਾਕ੍ਰਿਤ ਵੇਖ ਰਹੇ ਹੋ ਕਿ ਹਰਮਨ ਸਿੱਧੂ ਜੀ ਆ, ਅਰਾਈਵ ਸੇਫ ਇਹਨਾਂ ਦੀ ਸੰਸਥਾ ਹੈ ਜੀ। ਤੇ ਹਰਮਨ ਸਿੱਧੂ ਜੀ ਅੱਜ ਕੱਲ ਚੰਡੀਗੜ੍ਹ ਰਹਿੰਦੇ ਨੇ। ਇਹ ਉਹਨਾਂ ਦੀ ਜਿਉਂਦੇ ਜੀ ਬਣੀ ਹੋਈ ਕਲਾਕ੍ਰਿਤ ਹੈ। ਉਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਸੀ। ਮੇਨ ਸੜਕਾਂ ਤੋਂ ਸ਼ਰਾਬ ਦੇ ਠੇਕੇ ਜਿਹੜੇ ਹੈਗੇ ਆ ਉਹ ਸੁਪਰੀਮ ਕੋਰਟ ਦੇ ਆਰਡਰਾਂ ਨਾਲ ਪਿੱਛੇ ਕਰਾਏ ਸੀਗੇ, ਤਾਂ ਕਿ ਲੋਕ ਇੱਕਦਮ ਗੱਡੀ 'ਚ ਉਤਰ ਕੇ ਨਾ ਨਸ਼ੇ ਖਰੀਦ ਸਕਣ, ਦਾਰੂ ਸ਼ਰਾਬ ਨਾ ਖਰੀਦ ਸਕਣ। ਤੇ ਉਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ। ਅਸੀਂ ਉਹਨਾਂ ਦੇ ਉਸ ਉਪਰਾਲੇ ਨੂੰ ਸਜਦਾ ਕੀਤਾ ਇਹ ਕਲਾਕ੍ਰਿਤ ਬਣਾ ਕੇ। ਤੇ ਵੈਸੇ ਵੀ ਇਹੋ ਜਿਹੀਆਂ ਸ਼ਖਸੀਅਤਾਂ ਤੋਂ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ, ਤੁਹਾਡਾ ਇੱਕ ਖਾਸ ਯਤਨ ਕਹਿ ਸਕਦੇ ਆ ਕਿ ਜਿਹੜੇ ਸਾਡੇ ਸ਼ਹੀਦ ਹੋਏ ਆ, ਜਿਨ੍ਹਾਂ ਦਾ ਨਾਮ ਜਾਣਦੀ ਆ ਦੁਨੀਆ, ਉਹਨਾਂ ਤੋਂ ਬੱਚੇ ਜਾਣੂ ਆ, ਪਰ ਇਦਾਂ ਦੀਆਂ ਬਹੁਤ ਸਾਰੀਆਂ ਸ਼ਖਸੀਅਤਾਂ ਜਿਨ੍ਹਾਂ ਤੋਂ ਸ਼ਾਇਦ ਕਦੇ ਜਾਣੂ ਰਹਿਣਾ ਹੀ ਨਹੀਂ ਸੀ ਜੇ ਇਦਾਂ ਦੀਆਂ ਕੋਈ ਚੀਜ਼ਾਂ ਨਾ ਹੁੰਦੀਆਂ। ਕੋਸ਼ਿਸ਼ ਇਸੇ ਕਰਕੇ ਕੀਤੀ ਗਈ ਹੈ। ਹਾਂ, ਅੱਗੇ ਵੀ ਅਸੀਂ ਦੇਖਦੇ ਆ ਭਗਤ ਪੂਰਨ ਸਿੰਘ ਬਾਨੀ ਪਿੰਗਲਵਾੜਾ, ਇਹਨਾਂ ਦਾ ਬਣਿਆ ਹੋਇਆ ਹੈ। ਹਾਂ, ਭਗਤ ਪੂਰਨ ਸਿੰਘ ਜੀਆਂ ਦਾ ਬਹੁਤ ਵੱਡਾ ਯੋਗਦਾਨ ਹੈ ਜੀ। ਇਹਨਾਂ ਗਰਾਊਂਡ ਲੈਵਲ ਤੇ ਰਹਿ ਕੇ ਕੰਮ ਕਰਨ ਨਾਲ ਲੋਕਾਈ ਲਈ, ਹਨਾ, ਸਾਡੇ ਸਿੱਖੀ ਸਿਧਾਂਤਾਂ ਤੇ ਬਹੁਤ ਹੀ ਉਹ ਖਰੇ ਉਤਰੇ। ਵੈਸੇ ਵੀ ਉਹ ਸਮੁੱਚੀ ਲੋਕਾਈ ਵਾਸਤੇ ਉਹਨਾਂ ਨੇ ਕੰਮ ਕੀਤਾ। ਉਹਨਾਂ ਨੇ ਵਾਤਾਵਰਨ ਦੇ ਉੱਪਰ ਕੰਮ ਕੀਤਾ, ਉਹਨਾਂ ਨੇ ਯਤੀਮ ਲੋਕਾਂ ਦੇ ਉੱਪਰ ਕੰਮ ਕੀਤਾ, ਉਹਨਾਂ ਨੇ ਗਰੀਬ ਲੋਕਾਂ ਨੂੰ ਉਤਾਂਹ ਚੱਕਣ ਵਾਸਤੇ, ਛੋਟੇ ਬੱਚਿਆਂ ਵਾਸਤੇ ਬੜਾ ਕੰਮ ਕੀਤਾ, ਹਨਾ। ਪਿੰਗਲਵਾੜਾ ਉਹਨਾਂ ਦੀ ਜਿਹੜੀ ਬਦੌਲਤੀ ਹੋਂਦ ਵਿੱਚ ਆਇਆ। ਮੈਂ ਖਾਸ ਤੌਰ ਤੇ ਜਿਹੜੀਆਂ ਚੀਜ਼ਾਂ ਦੇਖ ਰਹੀ, ਜਿਵੇਂ ਤੁਸੀਂ ਆ ਬੱਤਕਾਂ ਬਣਾਈਆਂ ਹੋਈਆਂ ਔਰ ਬਿਲਕੁਲ ਕੱਚੀ ਜਿਹੜੀ ਜਗ੍ਹਾ ਹੈਗੀ ਔਰ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਥਾਂ ਦੇ ਥਾਟਸ ਜਿਹੜੇ ਲਿਖ ਕੇ, ਇਹ ਵੀ ਤੁਸੀਂ ਉਹਦੇ ਨਾਲ ਹੀ ਫਾਈਬਰ ਨਾਲ ਹੀ ਬਣਾਇਆ ਹੋਇਆ ਨਾ। ਜ਼ਿੰਦਗੀ ਇੱਕ ਬਟਨਾਂ ਵਾਲੀ ਕਮੀਜ਼ ਹੈ ਜਿਸ ਦੇ ਸ਼ੁਰੂ ਦੇ ਬਟਨ ਸਹੀ ਤਰੀਕੇ ਨਾਲ ਲਾਉਣੇ ਚਾਹੀਦੇ ਨੇ, ਨਹੀਂ ਤਾਂ ਸਾਰੇ ਬਟਨ ਗਲਤ ਬੰਦ ਹੋ ਜਾਂਦੇ। ਵੀਰੇ ਕਦੇ ਧਿਆਨ 'ਚ ਨਹੀਂ ਆਇਆ, ਕਿਉਂਕਿ ਏਡੇ ਏਡੇ ਅਜਾਇਬ ਘਰ ਬਣਾਉਂਦੇ ਹੋ, ਤੁਹਾਡੀ ਤਾਂ ਕਲਾ ਹੀ ਬਹੁਤ ਜੈਨੂਨ ਆ, ਹਨਾ, ਵੀ ਕੋਈ ਸੋਹਣਾ ਏਸੀ ਉਸੀ ਵਾਲਾ ਬਣਾ ਕੇ ਅੱਜ ਕੱਲ੍ਹ ਲੋਕ ਸ਼ੋਸ਼ੇਬਾਜ਼ੀ ਨੂੰ ਪਸੰਦ ਕਰਦੇ ਆ। ਕਦੇ ਦਿਲ 'ਚ ਨਹੀਂ ਆਇਆ ਵੀ ਉੱਦਾਂ ਦਾ ਕੁਝ ਕੀਤਾ ਜਾਂਦਾ, ਖਾਸ ਤੌਰ ਤੇ ਜਦੋਂ ਸਰਕਾਰੀ ਨੌਕਰੀਆਂ ਚੱਕ ਕੇ ਪਿੱਛੇ ਫਿਰਦੀ ਹੋਵੇ? ਇਹੀ ਕੱਚੀ ਮਿੱਟੀ ਤੇ ਹੀ ਕਿਉਂ ਪਸੰਦ ਹੈ, ਚੰਗਾ ਲੱਗਦਾ ਹੈ। ਜਿਹੜਾ ਕੁਦਰਤੀ ਵਾਤਾਵਰਨ ਦੇ ਵਿੱਚ ਨਾ ਸਰੀਰ ਵੀ ਮਜ਼ਬੂਤ ਰਹਿੰਦਾ, ਤੇ ਉਸ ਤਰ੍ਹਾਂ ਲੋੜ ਹੀ ਨਹੀਂ ਕਦੇ ਮਹਿਸੂਸ ਹੋਈ ਵੀ ਏਸੀ ਲੱਗਾ ਹੋਵੇ ਤੇ ਫੇਰ ਹੀ ਕੰਮ ਕੀਤਾ ਜਾਵੇ। ਤੁਹਾਨੂੰ ਚੰਗਾ ਲੱਗਦਾ ਧੁੱਪੇ ਕੰਮ ਕਰਨਾ, ਮੌਸਮ ਦੀਆਂ ਜਿਹੜੀਆਂ ਪ੍ਰਸਥਿਤੀਆਂ ਜਿਸ ਤਰ੍ਹਾਂ ਦੀਆਂ ਹੁਣ ਉਹਨਾਂ ਦੇ ਵਿੱਚ ਕੰਮ ਕਰਨਾ ਚੰਗਾ ਲੱਗਦਾ। ਤੁਹਾਨੂੰ ਨੌਕਰੀ ਮਿਲੀ ਸੀ ਇੱਕ ਸਰਕਾਰੀ ਏਸੀ ਦੇ ਵਿੱਚ ਬੈਠ ਕੇ? ਇੱਕ ਵਾਰ ਨਹੀਂ ਮਿਲੀ, ਮੈਨੂੰ ਵਾਰ-ਵਾਰ ਹੀ ਮਿਲਦੀਆਂ। ਹੁਣ ਵੀ ਸਮਝੋ ਵੀ ਮੈਂ ਨੌਕਰੀ ਦੇ ਵਿੱਚ ਹੀ ਹਾਂ, ਕਿਉਂਕਿ ਸਮੇਂ-ਸਮੇਂ ਤੇ ਮੇਰਾ ਤਜਰਬਾ ਵਰਤਿਆ ਗਿਆ। ਬਹੁਤ ਸਾਰੀਆਂ ਜਿਹੜੀਆਂ ਥਾਵਾਂ ਤੇ ਸਰਕਾਰ ਵੀ ਚਾਹੁੰਦੀ ਹੁੰਦੀ ਆ ਵੀ ਕੋਈ ਯੋਗਤਾ ਵਾਲਾ ਬੰਦਾ ਮਿਲੇ, ਪਰ ਉਹਦੇ ਮਾਪਦੰਡ ਤੇ ਪੂਰਾ ਉਤਰਦਾ ਹੋਵੇ। ਤੇ ਕੋਈ ਪਰਮਾਤਮਾ ਦੀ ਕਿਰਪਾ ਹੈ ਵੀ ਮੈਨੂੰ ਤੁਹਾਨੂੰ ਪਹਿਲੀ ਨੌਕਰੀ ਪ੍ਰਕਾਸ਼ ਸਿੰਘ ਬਾਦਲ ਜੀ ਨੇ ਆਫਰ ਕੀਤੀ ਸੀ, ਤੁਸੀਂ ਥੋੜੀ ਦੇਰ ਕੰਮ ਵੀ ਕੀਤਾ। ਕੀ ਸੀ ਉਹ ਜੌਬ? ਮੈਂ 4.5 ਸਾਲ ਉਹ 'ਚ ਵੀ ਕੰਮ ਕੀਤਾ। ਮੈਂ ਕਲਾਸ 1 ਅਫਸਰ ਰਿਹਾ ਜਿਹੜਾ ਪੁਰਾਤੱਤਵ ਵਿਭਾਗ ਦੇ ਵਿੱਚ ਜੀ। ਜਿਵੇਂ ਮੈਂ ਆਰਟ ਐਗਜ਼ੀਕਿਊਟਿਵ ਸੀਗਾ, ਜਿਵੇਂ ਡਿਪਟੀ ਡਾਇਰੈਕਟਰ ਦਾ ਰੈਂਕ ਹੁੰਦਾ, ਇਸ ਤਰ੍ਹਾਂ ਸੀਗਾ ਜੀ। ਤੇ ਬਾਕੀ ਜਿਹੜਾ ਹੈਗਾ ਮੈਨੂੰ ਜ਼ਿਆਦਾ ਇਸ ਕਰਕੇ ਇਹ ਖੇਤਰ ਜ਼ਿਆਦਾ ਵਧੀਆ ਲੱਗਦਾ ਵੀ ਇਹਦੇ 'ਚ ਤੁਸੀਂ ਨਾ ਆਪਣਾ ਸਮੇਂ ਦੀ ਸਹੀ ਸੰਭਾਲ ਕਰਦੇ ਹੋ। ਨੌਕਰੀਆਂ ਸਾਰੀ ਦੁਨੀਆ ਕਰ ਸਕਦੀ ਹੈ,
ਤੁਸੀਂ ਨੌਕਰੀ ਛੱਡੀ ਇਸੇ ਲਈ ਸੀ ਕਿਉਂਕਿ ਤੁਹਾਨੂੰ ਲੱਗਦਾ ਸੀ ਵੀ ਕਿਤੇ ਨਾ ਕਿਤੇ ਇਸ ਕੰਮ ਤੋਂ ਮੈਂ ਜੀ ਮੈਂ ਛੱਡੀ ਵੀ ਨਹੀਂ ਕਹਿ ਸਕਦਾ ਤੇ ਕਰ ਵੀ ਨਹੀਂ ਰਹਿ ਸਕਦਾ, ਇਹਦੇ ਵਿੱਚ ਵਿਚਾਲਾ ਜੀ ਕੰਮ ਹੈ। ਹਾਂ ਹਨਾ, ਤੇ ਇਸ ਕਰਕੇ ਮੈਂ ਸਮੇਂ ਦਾ ਖਿਆਲ ਰੱਖ ਰਿਹਾ ਵੀ ਜਵਾਨੀ ਦਾ ਟਾਈਮ ਜਿਹੜਾ ਇਹ ਕੰਮ ਦਾ ਟਾਈਮ ਹੁੰਦਾ। ਇਹ ਤੁਸੀਂ ਨਾ ਜਿਹੜਾ ਕੰਮ ਆ ਇਹ ਉਹ ਨਹੀਂ ਕਹਿ ਸਕਦੇ ਰਿਟਾਇਰਮੈਂਟ ਤੋਂ ਬਾਅਦ ਜੀ ਤੁਸੀਂ ਕਰ ਸਕਦੇ ਹੋ। ਸਮੇਂ ਦੇ ਨਾਲ ਨਾਲ ਹਰ ਇੱਕ ਚੀਜ਼ ਜੱਚਦੀ ਹੈ ਤੇ ਇਸੇ ਕਰਕੇ ਮੈਂ ਵੀ ਧਿਆਨ ਜ਼ਿਆਦਾ ਕਲਾ ਦੇ ਉੱਪਰ ਦੇ ਰਿਹਾ ਤਾਂ ਕਿ ਸਮਾਂ ਰਹਿੰਦਿਆਂ ਸਰੀਰ ਚੱਲਦਿਆਂ ਸਾਰੇ ਕੰਮ ਨੇਪਰੇ ਚੜ੍ਹਨੇ ਚਾਹੀਦੇ ਆ। ਕੁਝ ਹੋਰ ਜਿਹੜੀਆਂ ਦੇਖ ਲਈਏ ਤਸਵੀਰਾਂ। ਨੀਰਜਾ ਭਨੋਟ, ਬਹੁਤ ਸਾਰੇ ਲੋਕ ਇਸ ਨਾਮ ਤੋਂ ਜਾਣੂ ਨਹੀਂ ਸੀ ਜਦ ਤੱਕ ਇਹਦੇ ਤੇ ਫਿਲਮ ਨਹੀਂ ਸੀ ਬਣ ਗਈ। ਮੈਨੂੰ ਯਾਦ ਹੈ ਕਿ ਸੋਨਮ ਕਪੂਰ ਨੇ ਇਹਦਾ ਰੋਲ ਪਲੇ ਕੀਤਾ ਸੀ। ਤੁਸੀਂ ਵੀ ਦੱਸ ਦਵੋ ਇੱਕ ਵਾਰੀ ਕਿਉਂਕਿ ਇਹਦੀ ਪਹਿਚਾਣ ਹੀ ਜਹਾਜ਼ ਤੇ 에ਅਰ ਹੋਸਟਸ ਦੀ ਵਰਦੀ। ਫਿਲਮ ਬਾਅਦ ਚ ਬਣਦੀ ਹੈ, ਇਹ ਮੈਮੋਰੀਅਲ ਪਹਿਲਾਂ ਦਾ ਬਣਿਆ ਹੋਇਆ। ਅਸਲ ਚ ਮੈਮੋਰੀਅਲ ਦੇ ਨਾਲ ਗੱਲ ਹੋਈ ਉਸ ਟਾਈਮ ਜਿਹੜਾ ਸੰਡੇ ਗਾਰਡੀਅਨ ਚ ਖਬਰ ਵੀ ਲੱਗੀ ਸੀਗੀ ਜੀ, ਇਹ ਪੂਰਾ ਪਾਰਕ ਦਾ ਜਿਹੜਾ ਉਹਨਾਂ ਨੇ ਦਿਖਾਇਆ ਏਰੀਆ। ਫਿਰ ਹਰ ਇੱਕ ਦੀ ਨਿਗਾਹ ਇਸ ਵੱਲ ਗਈ ਵੀ ਨੀਰਜਾ ਭਨੋਟ ਕੌਣ ਸੀ। ਪਹਿਲਾਂ ਕੋਈ ਨਹੀਂ ਸੀ ਜਾਣਦਾ ਕਿਉਂਕਿ 1986 ਦੀ ਘਟਨਾ ਸੀਗੀ। ਹਾਲਾਂਕਿ ਉਸ ਟਾਈਮ ਬਹੁਤ ਚਰਚਾ ਹੋਈ ਸੀਗੀ। ਜਿਹੜਾ ਤਮਗਾ ਇਨਸਾਨੀਅਤ ਪਾਕਿਸਤਾਨ ਨੇ ਦਿੱਤਾ ਸੀਗਾ ਤੇ ਆਪਣੇ ਭਾਰਤ ਨੇ ਅਸ਼ੋਕ ਚੱਕਰ ਦਿੱਤਾ ਸੀਗਾ ਜਿਹੜਾ ਸਰਵਉੱਚ ਸਨਮਾਨ ਹੈ, ਤੇ ਉਹਦੀ ਯਾਦ ਚ ਮੈਮੋਰੀਅਲ ਕਿਤੇ ਵੀ ਹੈ ਨਹੀਂ ਸੀਗਾ। ਉਹ ਇੱਥੇ ਆਪਾਂ ਪਹਿਲਾਂ ਬਣਾਇਆ ਸੀ ਕਿਉਂਕਿ ਮੈਂ ਜਦੋਂ ਚੰਡੀਗੜ੍ਹ ਪੜ੍ਹਦਾ ਸੀ ਤੇ ਮੈਨੂੰ ਇਹਨਾਂ ਦੇ ਬਾਰੇ ਪਤਾ ਸੀ ਕਿ ਪਰਿਵਾਰ ਅੱਜ ਕੱਲ੍ਹ ਚੰਡੀਗੜ੍ਹ ਰਹਿੰਦਾ ਪਰ ਮੈਂ ਜਾਣਦਾ ਨਹੀਂ ਸੀਗਾ। ਤੇ ਉਹ ਅਸੀਂ ਮੈਮੋਰੀਅਲ ਜਦੋਂ ਬਣਾਇਆ ਫਿਰ ਪਰਿਵਾਰ ਵੇਖਣ ਲਈ ਆਇਆ ਜੀ। ਤੇ ਇਹ ਜਿਹੜੀ ਹੈਗੀ ਲੜਕੀ 7 ਜਿਹੜਾ ਸਤੰਬਰ ਦਾ ਜਨਮ ਸੀਗਾ, 5 ਸਤੰਬਰ 1986 ਨੂੰ ਜਦੋਂ ਸ਼ਹੀਦ ਹੋਈ ਆ, 23 ਸਾਲ ਦੀ ਹੋਣਾ ਸੀ 7 ਤਰੀਕ ਨੂੰ। 2 ਦਿਨ ਪਹਿਲਾਂ ਜਿਹੜੇ ਹੈਗਾ ਇਹ ਘਟਨਾ ਹੋਈ। ਜਦੋਂ ਇਹ ਘਟਨਾ ਹੋਈ ਤਾਂ ਇਹ ਛੋਟੇ ਛੋਟੇ 3 ਬੱਚੇ ਰਹਿ ਗਏ ਸੀਗੇ ਲਾਸਟ ਵਿੱਚ ਜਹਾਜ਼ ਦੇ ਵਿੱਚ ਕਰਾਚੀ ਏਅਰਪੋਰਟ ਤੇ ਜਦੋਂ ਇਹ ਅਗਵਾ ਹੋਇਆ ਸੀਗਾ। ਤੇ ਇਹ 3 ਬੱਚਿਆਂ ਨੂੰ ਬਚਾਉਂਦਿਆਂ ਹੋਇਆਂ ਆਪਣੀ ਇਹਨੇ ਸ਼ਹਾਦਤ ਦਾ ਜਾਮ ਪੀਤਾ। ਹਾਲਾਂਕਿ ਉਹ ਆਪਣੀ ਸੇਫਟੀ ਨਾਲ ਉਹ ਨਿਕਲ ਸਕਦੀ ਸੀਗੀ ਪਰ ਉਹ ਨਿਕਲੀ ਨਹੀਂ। ਉਹ ਬੱਚਿਆਂ ਦੀ ਖਾਤਰ ਆਪਣਾ ਆਪ ਉਹਨੇ ਬਲੀਦਾਨ ਦੇਤਾ। 2 ਦਿਨਾਂ ਨੂੰ ਹੋਰ ਉਹ 23 ਸਾਲ ਦੀ ਹੋ ਰਹੀ ਸੀ। ਅੱਜ ਵੇਖੋ ਕਿੰਨੀ ਛੋਟੀ ਉਮਰ ਸੀਗੀ ਤੇ ਕਿੰਨੀ ਉੱਚੀ ਸੋਚ ਸੀ। ਵੀਰੇ ਬਹੁਤ ਸਾਰੀ ਵਾਰੀ ਇਦਾਂ ਹੁੰਦਾ ਹੋਊਗਾ ਕਿ ਜਦੋਂ ਤੁਸੀਂ ਇੱਥੇ ਲੋਕ ਆਉਂਦੇ ਹੋਣਗੇ ਆਪਣੇ ਬੱਚਿਆਂ ਨੂੰ ਲੈ ਕੇ ਤੇ ਉਹ ਇਦਾਂ ਹੁੰਦਾ ਹੋਊਗਾ ਕਿ ਜਿਨ੍ਹਾਂ ਬਾਰੇ ਉਹ ਨਹੀਂ ਜਾਣਦੇ ਹੋਣਗੇ ਉਹ ਕਹਿੰਦੇ ਹੋਣੇ ਆ ਕਿ ਇਹ ਤਾਂ ਸਾਨੂੰ ਪਤਾ ਹੀ ਨਹੀਂ ਸੀਗਾ। ਹੁੰਦਾ ਕੁਝ ਅਕਸਰ ਹੁੰਦਾ ਕਿਉਂਕਿ ਲੋਕਾਂ ਦੇ ਰੁਝੇਵੇਂ ਇਹੋ ਜਿਹੇ ਆ, ਪੈਸੇ ਦੀ ਦੌੜ ਇੰਨੀ ਆ ਵੀ ਅਸਲ ਚ ਉਹਨਾਂ ਦੇ ਵੱਸ ਨਹੀਂ ਲੋਕਾਂ ਦੇ, ਕਿਉਂਕਿ ਜਿਹੋ ਜਿਹਾ ਮਾਹੌਲ ਆ ਫਿਰ ਉਹਦੇ ਮੁਤਾਬਕ ਉਹਨਾਂ ਚੱਲਣਾ ਹੁੰਦਾ। ਤੇ ਇਹ ਕਲਾਕਾਰ ਦਾ ਹੀ ਫਰਜ਼ ਬਣਦਾ ਵੀ ਇਹ ਸਾਰਾ ਕੁਝ ਉਹਨਾਂ ਦੇ ਅੱਗੇ ਰੱਖੇ ਤੇ ਉਹਨਾਂ ਦੀ ਸੋਚ ਨੂੰ ਥੋੜਾ ਬਦਲੇ। ਚਲੋ ਮਹਾਰਾਜ ਦੀ ਕਿਰਪਾ। ਕਲਾਕਾਰ ਦੀ ਸੋਚ ਤੇ ਸਮਝ ਤੇ ਬੜਾ ਕੁਝ ਡਿਪੈਂਡ ਕਰਦਾ ਨਾ ਕਿ ਕਲਾਕਾਰ ਦੇਣਾ ਕੀ ਚਾਹੁੰਦਾ। ਚਲੋ ਸਾਨੂੰ ਦੋਨਾਂ ਭਰਾਵਾਂ ਨੂੰ ਇਹ ਜਿਹੜੀ ਹੈਗੀ ਆ ਸਫਲਤਾ ਮਿਲੀ ਇਸ ਮਾਮਲੇ ਜੀ। ਅੱਗੇ ਵੀ ਬਣੀ ਹੋਈ ਆ ਸਾਡੇ ਕਹਿ ਸਕਦੇ ਹਾਂ ਕਿ ਭਾਰਤ ਦੇਸ਼ ਦਾ ਮਾਣ ਜਾਂ ਪੂਰੇ ਸੰਸਾਰ ਦੇ ਵਿੱਚ ਜਿਹੜਾ ਕਹਿ ਸਕਦੇ ਹਾਂ ਪ੍ਰਾਊਡ ਡਾਕਟਰ APJ ਅਬਦੁਲ ਕਲਾਮ। ਇਹ ਬਣਾਈ ਕਦੋਂ ਸੀ ਵੀਰੇ ਖਾਸ ਤੌਰ ਤੇ? ਇਹ ਜਦੋਂ ਅਬਦੁਲ ਕਲਾਮ ਜੀ ਜਦੋਂ ਇਹਨਾਂ ਦੀ ਡੈਥ ਹੋਈ ਹੈ ਨਾ, ਇਹ ਡੈਥ ਤੋਂ ਬਾਅਦ ਚ ਬਣਾਈ ਆ ਕਿਉਂਕਿ ਪਹਿਲਾਂ ਉਹਨਾਂ ਨੂੰ ਕਿਸੇ ਨੇ ਪਾਰਕ ਦੀਆਂ ਫੋਟੋਆਂ ਦਿਖਾਈਆਂ, ਉਹਨਾਂ ਨੂੰ ਬੜਾ ਪਸੰਦ ਆਇਆ ਤੇ ਉਹਨਾਂ ਨੇ ਹਾਮੀ ਭਰੀ ਵੀ ਇੱਥੋਂ ਆਉਣਾ। ਤੇ ਜਦੋਂ ਉਹਨਾਂ ਨੇ ਇੱਥੇ ਆਉਣ ਦਾ ਵਿਚਾਰ ਮੈਨੂੰ ਵੀ ਖੁਸ਼ੀ ਹੋਈ। ਉਹਨਾਂ ਨੇ ਅਕਤੂਬਰ ਚ ਆਉਣਾ ਸੀ, ਸ਼ਾਇਦ ਜੁਲਾਈ ਚ ਉਹਨਾਂ ਦੀ ਡੈਥ ਹੋ ਗਈ ਸੀ। ਤੇ ਫਿਰ ਅਸੀਂ ਸ਼ਰਧਾ ਦੇ ਫੁੱਲ ਭੇਟ ਕੀਤੇ ਕਲਾਕ੍ਰਿਤ ਬਣਾ ਕੇ। ਤੇ ਨੌਜਵਾਨ ਪੀੜ੍ਹੀ ਨੂੰ ਇਹ ਵੀ ਬਹੁਤ ਪਸੰਦ ਹੈ ਵੀ ਅਬਦੁਲ ਕਲਾਮ ਜੀ ਵੇਖੋ ਨਾ, ਬੰਦੇ ਕੋਲੇ ਸਮਾਨ ਥੋੜਾ ਜਿਹਾ ਹਨਾ, 2 ਬੈਗ ਹੀ ਸੀਗੇ ਜਦੋਂ ਜਿਹੜਾ ਹੈਗਾ ਰਾਸ਼ਟਰਪਤੀ ਭਵਨ ਚੋਂ ਵਿਦਾ ਹੋਏ ਹਨਾ। ਇਹ ਇੱਕ ਬਹੁਤ ਵੱਡੀ ਖਾਸ ਤੌਰ ਤੇ ਭਾਰਤ ਦੇ ਵਿੱਚ ਕਹਿ ਸਕਦੇ ਹਾਂ ਬਹੁਤ, ਪਰ ਦਿਮਾਗ ਦੇ ਵਿੱਚ ਗਿਆਨ ਬਹੁਤ ਜ਼ਿਆਦਾ। ਬਿਲਕੁਲ ਬਿਲਕੁਲ ਮਹਾਨ ਦੇਸ਼ ਭਗਤ ਪਾਰਕ ਹੁਣ ਤਾਂ ਮਤਲਬ ਪੂਰੀ ਦੀ ਪੂਰੀ ਕਹਿ ਸਕਦੇ ਹਾਂ ਕਿ ਇਹ ਕਿੰਨੀ ਜਗ੍ਹਾ ਹੋਊਗੀ ਜਿਹਦੇ ਵਿੱਚ ਹੁਣ ਇਹ ਆਪਾਂ ਜਗ੍ਹਾ ਬਣਾ ਲਈ ਹੋਈ ਹੈ? ਜਗ੍ਹਾ ਸਾਡੇ ਕੋਲ 2 ਕਿੱਲੇ ਤੋਂ ਉੱਪਰ ਹੈ ਇੱਥੇ। ਅੱਛਾ। ਕਿਉਂਕਿ ਪਿੰਡ ਦੇ ਵਿੱਚ ਹੋਣ ਕਰਕੇ ਫਿਰ ਜਗ੍ਹਾ ਤਾਂ ਹੋਰ ਵੀ ਅਰੇਂਜ ਕੀਤੀ ਜਾ ਰਹੀ ਹੈ। ਕਾਫੀ ਵੱਡੀ ਜਿਹੜਾ ਹੈਗਾ ਜਗ੍ਹਾ ਦੇ ਵਿੱਚ ਹੀ ਬਣਾ ਦੇਣਾ ਹੌਲੀ ਹੌਲੀ। ਚਲੋ ਫਿਲਹਾਲ 2 ਕਿੱਲਿਆਂ ਤੋਂ ਉੱਪਰ ਜਗ੍ਹਾ ਤਾਂ ਅਰੇਂਜ ਹੋ ਗਿਆ। ਸੰਖੇਪ ਦੇ ਵਿੱਚ ਵੀਰੇ ਇੱਕ ਵਾਰੀ ਉਹ ਸਾਰੀਆਂ ਤਸਵੀਰਾਂ ਦਾ ਜ਼ਿਕਰ ਕਰ ਦਿਓ ਕਿ ਜੀ ਉਹ ਸਾਡੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਆ ਜੀ। ਤੇ ਬਾਕੀ ਜਿਹੜਾ ਹੈਗਾ ਤੁਸੀਂ ਜਿਹੜੀ ਸਾਹਮਣੇ ਕਲਾਕਾਰ ਦੇਖ ਰਹੇ ਹੋ ਅਬਰਾਹਮ ਲਿੰਕਨ ਜਿਹੜੇ ਅਮਰੀਕਾ ਦੇ 16ਵੇਂ ਰਾਸ਼ਟਰਪਤੀ ਸੀ। ਕਿਉਂਕਿ ਬਹੁਤ ਗਰੀਬੀ ਦੀ ਹਾਲਤ ਦੇ ਵਿੱਚ ਉਹ ਵੀ ਮਿਹਨਤ ਦੇ ਨਾਲ ਅੱਗੇ ਆਏ ਸੀਗੇ ਤੇ ਉਹਨਾਂ ਦੀ ਜੀਵਨੀ ਨੂੰ ਪੜ੍ਹ ਕੇ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਪ੍ਰਭਾਵ ਇਹਨਾਂ ਦਾ ਕਬੂਲਿਆ ਤੇ ਕੋਈ ਮੁਕਾਮ ਜ਼ਿੰਦਗੀ 'ਚ ਹਾਸਲ ਕੀਤਾ। ਇਹ ਵੀ ਇਸੇ ਕਰਕੇ ਲਗਾਇਆ ਵੀ ਜਿਹੜੇ ਸਾਡੇ ਬੱਚੇ ਆ, ਸਾਡੀ ਜਿਹੜੀ ਹੈਗੀ ਆ ਹੁਣ ਨਵੀਂ ਵਿਰਾਸਤ ਨੂੰ ਜਿਹੜੀ ਸੰਭਾਲਣ ਨੌਜਵਾਨ ਪੀੜ੍ਹੀ ਜਿਹੜੀ ਉਹ ਪ੍ਰਭਾਵਿਤ ਕਰਨ ਵਾਸਤੇ ਬਣਾਇਆ ਗਿਆ ਜੀ। ਅੱਗੇ
ਸਭ ਤੋਂ ਪਹਿਲਾਂ ਨਜ਼ਰ ਪੈਂਦੀ ਆ ਬਾਬਾ ਨਜ਼ਮੀ ਤੇ, ਜਿੰਨਾ ਪਾਕਿਸਤਾਨ ਤੋਂ ਪਿਆਰ ਮਿਲਦਾ ਉਹਨਾਂ ਇਧਰੋਂ ਵੀ ਜਾਂਦਾ ਹੈ ਨਾ ਭਰ ਕੇ। ਔਰ ਮੈਨੂੰ ਯਾਦ ਹੈ ਜਦੋਂ ਮੈਂ ਪਹਿਲੀ ਵਾਰੀ ਆਈ ਸੀ ਤੇ ਬਿਲਕੁਲ ਓਪਨਿੰਗ ਦੇ ਉੱਤੇ ਸਟਾਰਟਿੰਗ ਇੱਥੋਂ ਹੁੰਦੀ ਸੀ ਨਾ, ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦੇ। ਤੇ ਮੈਂ ਦੇਖਿਆ ਬਾਬਾ ਨਜ਼ਮੀ ਦੀ ਜਿਹੜੀ ਫੇਸਬੁੱਕ ਦੀ ਪੂਰੀ ਉਹ ਵਾਲ ਹੈ ਨਾ, ਉਹਦੇ ਵਿੱਚ ਕਵਰ ਫੋਟੋ ਹੀ ਇਹ ਲੱਗੀ ਹੋਈ ਆ। ਜੀ ਆ ਉਹਨਾਂ ਨੇ ਫੇਸਬੁੱਕ ਉੱਪਰ ਹੀ ਲਗਾਈ ਹੋਈ ਹੈ ਫੋਟੋ। ਕਦੇ ਗੱਲਬਾਤ ਹੋਈ? ਕਦੇ ਅਕਸਰ ਉਹਨਾਂ ਦਾ ਵੀ ਫੋਨ ਆਉਂਦਾ ਜਾਂਦਾ ਹੈ, ਮੈਂ ਵੀ ਕਰ ਲੈਣਾ ਕਿ ਉਹ ਬਹੁਤ ਵੱਡੀ ਸ਼ਖਸੀਅਤ ਆ, ਖੁੱਲੇ ਦਿਮਾਗ ਵਾਲੇ ਉਹ ਲੋਕ ਆ। ਦਿਲ ਦੇ ਵਿੱਚ ਲੈ ਜਾਂਦੀ ਹੈ ਉਹਨਾਂ ਦੀ ਕਵਿਤਾ, ਹਨਾ। ਮਜ਼ਦੂਰ ਦੀ ਜਦੋਂ ਗੱਲ ਕਰਦੇ ਤੇ ਇਸ ਤਰ੍ਹਾਂ ਹਰ ਇੱਕ ਨੂੰ ਲੱਗਦਾ ਕਿ ਮੇਰੀ ਗੱਲ ਹੀ ਹੋ ਰਹੀ ਹੈ। ਵੀ ਕਿਵੇਂ ਪਹਿਲਾਂ ਤੁਸੀਂ ਬਣਾਈ ਸੀ ਇਹ ਜਿਹੜੀ ਉਹਨਾਂ ਨਾਲ ਜਾਣ ਪਛਾਣ ਤੋਂ ਪਹਿਲਾਂ ਬਣੀ ਸੀ ਇਹ ਕਲਾਕ੍ਰਿਤ? ਅੱਛਾ, ਫਿਰ ਉਹਨਾਂ ਨੇ ਇਸ ਤਰ੍ਹਾਂ ਬਣਾਇਆ ਕਿ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਅਸੀਂ ਤਾਂ ਦੋਨੋਂ ਭਰਾਵਾਂ ਨੇ ਉਹ ਸੋਚਿਆ ਵੀ ਜਿਹੜਾ ਬਾਬਾ ਨਜ਼ਮੀ ਜੀ ਬੜਾ ਵਧੀਆ ਲਿਖਦੇ ਆ, ਹਨਾ, ਤੇ ਬਹੁਤ ਵਧੀਆ ਉਹਨਾਂ ਦਾ ਬੋਲਣ ਦਾ ਅੰਦਾਜ਼ ਕਮਾਲ ਦਾ, ਅਸੀਂ ਬਣਾਤੀ। ਫਿਰ ਸਾਨੂੰ ਸ਼ੌਕਤ ਅਲੀ ਸਾਹਿਬ ਦਾ ਉਦੋਂ ਮੈਸੇਜ ਮਿਲਿਆ ਵੀ ਉਹ ਸਾਨੂੰ ਤੁਸੀਂ ਨਾ ਫੋਟੋ ਭੇਜੋ। ਸ਼ੌਕਤ ਅਲੀ ਦਾ ਵੀ ਅਸੀਂ ਬਹੁਤ ਮਾਣ ਤਾਣ ਕਰਦੇ ਸੀਗੇ, ਪੰਜਾਬੀ ਗਾਇਕ ਜਿਹੜੇ ਪਿੱਛੇ ਜਿਹੜੀ ਡੈਥ ਹੋਈ ਹੈ। ਫਿਰ ਉਹਨਾਂ ਨੂੰ ਅਸੀਂ ਫੋਟੋ ਭੇਜੀ। ਫਿਰ ਲਾਹੌਰ ਉਹਨਾਂ ਨੇ ਵੱਡੀ ਫਲੈਕਸ ਦੇ ਉੱਪਰ ਇਹ ਆਡੀਟੋਰੀਅਮ 'ਚ ਲਗਾਈ ਹੋਈ ਸੀਗੀ ਫੋਟੋਗ੍ਰਾਫ, ਤੇ ਬਹੁਤ ਵੱਡਾ ਪ੍ਰੋਗਰਾਮ ਹੋ ਰਿਹਾ ਸੀਗਾ ਤੇ ਬਾਬਾ ਨਜ਼ਮੀ ਜੀਆਂ ਨੂੰ ਉਹਦੇ 'ਚ ਸਨਮਾਨਿਤ ਕੀਤਾ ਜਾ ਰਿਹਾ ਸੀ। ਬੜੇ ਲੋਕ ਬੈਠੇ ਹੋਏ ਸੀ ਉੱਥੇ, ਫਿਰ ਸਾਡਾ ਜ਼ਿਕਰ ਹੋ ਰਿਹਾ ਸੀ। ਫਿਰ ਚੰਗੀਆਂ ਲੱਗਦੀਆਂ ਗੱਲਾਂ, ਹੌਸਲਾ ਦਿੰਦੀਆਂ ਵੀ ਜੇ ਅਸੀਂ ਇਹਨਾਂ ਫਿਰ ਉਹਨਾਂ ਦਾ ਫੋਨ ਆਇਆ ਤੁਹਾਨੂੰ? ਹਾਂ, ਉਹਨਾਂ ਦਾ ਫੋਨ ਆਇਆ। ਫਿਰ ਵਾਰ-ਵਾਰ ਸਾਡੀ ਗੱਲਬਾਤ ਹੋਈ, ਹਨਾ। ਫਿਰ ਕੈਨੇਡਾ ਦੇ ਵਿੱਚ ਜਦੋਂ ਬਾਬਾ ਨਜ਼ਮੀ ਜੀ ਗਏ, ਉਹਨਾਂ ਨੇ ਹਰ ਇੱਕ ਪ੍ਰੋਗਰਾਮ ਜਿੱਥੇ ਉਹਨੂੰ ਬੁਲਾਉਂਦੇ ਸੀ ਉਹ ਜ਼ਰੂਰ ਜ਼ਿਕਰ ਕਰਦੇ ਸੀ ਪਾਰਕ ਦਾ, ਔਰ ਸਾਡੇ ਆਪਸੀ ਜਿਹੜੇ ਦੋਨੋਂ ਦੇਸ਼ਾਂ ਦੇ ਮਿੱਤਰਤਾ ਸੰਬੰਧਾਂ ਨੂੰ ਲੈ ਕੇ। ਵੀਰੇ ਤੁਹਾਡੀ ਜੇ ਮੈਂ ਗੱਲ ਕਰਾਂ ਇਹਨਾਂ ਤਸਵੀਰਾਂ ਦੇ ਵਿੱਚ, ਜਿਸ ਤਰੀਕੇ ਨਾਲ ਪੜ੍ਹੇ ਲਿਖੇ ਔਰ ਜਿਸ ਤਰੀਕੇ ਨਾਲ ਬਹੁਤ ਵਧੀਆ ਜੌਬ ਮਿਲਦੀ ਰਹੀ, ਔਰ ਤੁਹਾਡੀ ਸਾਦਗੀ ਆ, ਹਨਾ, ਔਰ ਦੂਜੇ ਪਾਸੇ ਜਿਹੜਾ ਇੱਕ ਖਾਸ ਸੁਨੇਹਾ ਦਿੰਦੇ ਨਾ ਤੁਸੀਂ ਇਹਦੀ ਤਸਵੀਰਾਂ ਰਾਹੀਂ, ਜਿਵੇਂ ਘੱਲ ਕਲਾਂ, ਮੋਗਾ, ਪੰਜਾਬ, ਭਾਰਤ ਤੇ ਉੱਤੇ ਬਾਬਾ ਨਜ਼ਮੀ, ਪਾਕਿਸਤਾਨ ਤੇ ਭਾਰਤ ਇੱਕ, ਹਨਾ, ਇਹ ਸੁਨੇਹਾ ਬੜਾ ਸੋਹਣਾ। ਇਹ ਪਿੱਛੇ ਕਿਉਂਕਿ ਭਾਰਤ ਪਾਕਿਸਤਾਨ ਇਹ ਸਾਰੀ ਇੱਕ ਟਾਈਮ ਤਾਂ ਇੱਕ ਹੀ ਮੁਲਕ ਸੀ ਨਾ, ਉਦੋਂ ਬਾਅਦ ਲੋਕਾਂ ਦੇ ਦਿਲਾਂ 'ਚ ਤਾਂ ਹੁਣ ਵੀ ਇੱਕ ਆ। ਹਾਂ, ਲੋਕਾਂ ਦੇ ਦਿਲਾਂ 'ਚ ਅੱਜ ਵੀ ਉਹੀ ਸਾਂਝਾ, ਤੇ ਉਹ ਸਾਂਝਾ ਨੂੰ ਬਰਕਰਾਰ ਰੱਖਣ ਵਾਸਤੇ ਹੀ ਜਿਹੜਾ ਹੈਗਾ ਉਹ ਮਿੱਤਰਤਾ ਸੰਬੰਧ, ਸ਼ਾਂਤੀ ਕਾਇਮ ਰਹੇ, ਵਿਸ਼ਵ ਸ਼ਾਂਤੀ ਰੱਖਣ ਵਾਸਤੇ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ। ਬਾਬੂ ਰਜਬ ਅਲੀ ਕਿਉਂਕਿ ਸਾਡੇ ਇਹ ਪਰਿਵਾਰਕ ਪਿਛੋਕੜ ਦੇ ਵਿੱਚ ਸਾਡੇ ਬਜ਼ੁਰਗਾਂ ਦੇ ਦੋਸਤ ਰਹੇ ਨੇ। ਜਦੋਂ ਇਹ ਓਵਰਸੀਅਰ ਸੀਗੇ ਨਹਿਰ ਮਹਿਕਮੇ ਦੇ ਵਿੱਚ, ਫਿਰ ਇਹ ਵੰਡ ਮੁੱਕੇ ਉਧਰ ਚਲੇ ਗਏ, ਫਿਰ ਵੀ ਇਹ ਸਾਹੋ ਕੇ ਹੀ ਕੂਕਦੇ ਰਹੇ ਲਾਸਟ ਤੱਕ, ਹਨਾ। ਕੀ ਬਾਤ ਹੈ। ਤੇ ਉਹ ਮੋਗੇ ਦਾ ਵੇਖਿਆ ਕਿੰਨਾ ਉਹਨਾਂ ਨੇ ਵਧੀਆ ਲਿਖਿਆ, ਪੰਜਵੀਂ ਕਰਕੇ ਤੁਰ ਗਏ ਮੋਗੇ, ਮਾਪੇ ਜਿਉਂਦਿਆਂ ਤੋਂ ਸੁੱਖ ਭੋਗੇ, ਇਸ ਤਰ੍ਹਾਂ ਦਾ ਕਰਕੇ ਨਾ। ਇਹਨਾਂ ਦੀਆਂ ਉਹ ਜਿਹੜੀਆਂ ਯਾਦਾਂ ਨੂੰ ਸਮਰਪਿਤ ਇਹ ਸਟੈਚੂ ਜਿਹੜਾ ਬਣਾਇਆ ਗਿਆ, ਮੋਗੇ ਵਾਲੇ ਜ਼ਿਆਦਾ ਮਾਣ ਮਹਿਸੂਸ ਕਰਦੇ ਆ। ਸਾਡੇ ਜਿਹੜਾ ਸ਼ਮਸ਼ੇਰ ਅਲੀ, ਉਹ ਲਾਸਟ ਦੇ ਵਿੱਚ ਉਹਨੇ ਜ਼ਿਕਰ ਵੀ ਕੀਤਾ ਸੀਗਾ ਵੀ ਮੇਰਾ ਜਿਹੜਾ ਸਾਡੇ ਬਾਬੂ ਜੀ ਦਾ ਸਟੈਚੂ ਬਣ ਰਿਹਾ ਉੱਥੇ ਮੋਗੇ ਦੇ ਕੋਲ, ਤੇ ਪਰ ਉਹਨਾਂ ਦੀ ਡੈਥ ਹੋ ਗਈ, ਉਹ ਸਟੈਚੂ ਨਹੀਂ ਵੇਖ ਸਕੇ। ਇਹ ਵੀਰੇ ਕਿਵੇਂ ਉਸੇ ਮਿੱਟੀ ਦਾ, ਕਿਵੇਂ ਸੀਮੈਂਟ ਇਨਕੰਪਲੀਟ ਹੈ ਹਜੇ, ਕਿਉਂਕਿ ਇਸ ਨੂੰ ਪਾਰਕ ਦੇ ਵਿੱਚ ਬਾਲੀ ਉਹ ਸੱਜਦਾ ਜਿਹੜਾ ਕੰਮ ਨਹੀਂ ਕੀਤਾ, ਇਹਨੂੰ ਸਾਦਗੀ ਵਾਲਾ ਹੀ ਰੱਖਿਆ ਗਿਆ ਤਾਂ ਕਿ ਇਹ ਪਾਰਕ ਜਿਹੜਾ ਹੈ ਉਹ ਸਾਡੀ ਪੰਜਾਬ ਦੀ ਅਸਲ ਵਿਰਾਸਤ ਹੀ ਲੱਗੇ। ਇਹਦਾ ਜਿਹੜੀ ਉਦਘਾਟਨ ਕੀਤਾ ਸੀ ਗਿੱਲ ਹਰਦੀਪ ਜਿਹੜੇ ਗਾਇਕ ਹੈਗੇ ਆ, ਤੇ ਉਹਨਾਂ ਦਾ ਲਿਖਿਆ ਮੀਆਂ ਵਾਲੀ ਮੰਡੀ ਵਿਖੇ ਵੈੜਕਾ ਨਗੌਰ ਦਾ ਕਰੀ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ। ਇਹ ਲਿਖ ਕੇ ਦੇ ਹੈਗੇ ਮੱਖਣ ਬਰਾੜ ਜੀ। ਜੀ ਉਹ ਦੋਨੋਂ ਹੀ ਆਉਂਦੇ ਹੁੰਦੇ, ਉਹਨਾਂ ਦੀ ਆਪਸ ਵਿੱਚ ਬਹੁਤ ਸਾਂਝ ਆ ਮੱਖਣ ਬਰਾੜ ਤੇ ਗਿੱਲ ਹਰਦੀਪ ਦੀ। ਤੇ ਹੁਣ ਕਰੋਨਾ ਕਰਕੇ ਨਹੀਂ ਆਏ, ਨਹੀਂ ਤਾਂ ਉਹ ਸਾਡੇ ਕੋਲ ਇੱਥੇ ਗੇੜਾ ਗੁੜਾ ਉਹਨਾਂ ਦਾ ਵੱਜਦਾ ਹੀ ਰਹਿੰਦਾ। ਵੀਰੇ ਜੀ ਜ਼ਿਕਰ ਕੀਤਾ ਜਾਵੇ ਕਦੇ ਬੱਚੇ ਇਦਾਂ ਆਹ ਜਿਹੜੀਆਂ ਸਾਰੀਆਂ ਚੀਜ਼ਾਂ ਬਲਦਾਂ ਦੇ ਉਹ ਮੱਥੇ ਨੂੰ, ਫਿਰ ਆਹ ਨਕੇਲ ਪਾਈ ਹੋਈ ਆ, ਇਹ ਸਾਰੀਆਂ ਸੋਚ ਸਮਝ ਕੇ ਪਲੈਨਿੰਗ ਨਾਲ ਸਭ ਕੁਝ ਬੱਚੇ ਪੁੱਛਦੇ ਆ ਵੀ ਨੱਕ 'ਚ ਕਿਉਂ ਰੱਸਾ ਪਾਇਆ ਹੋਇਆ, ਪੁੱਛਦੇ ਆ। ਉਹਨਾਂ ਨੂੰ ਕਾਫੀ ਲੋਕਾਂ ਨੂੰ ਤਾਂ ਪਤਾ ਹੈ, ਪਰ ਜਿਹੜੇ ਬੱਚਿਆਂ ਨੂੰ ਨਹੀਂ ਪਤਾ ਫਿਰ ਉਹ ਦੱਸਦੇ ਆ ਵੀ ਭਾਈ ਇਹਨਾਂ ਨੂੰ ਕੰਟਰੋਲ ਕਰਨ ਵਾਸਤੇ ਹੁੰਦਾ ਸੀ ਇਹ। ਦੇਖ ਲਓ ਕਿੰਨੀ ਜ਼ਿਆਦਾ ਜਿਹੜੀ ਸੋਹਣੀ ਇੱਕ ਕਹਿ ਸਕਦੇ ਆ ਸੇਵਾ ਨਿਭਾ ਰਹੇ ਆ। ਤੁਹਾਡੀਆਂ ਤਸਵੀਰਾਂ 'ਚ ਉਹ ਸੱਭਿਆਚਾਰ ਤੇ ਜਾਣਕਾਰੀ ਤੇ ਜਿਨ੍ਹਾਂ ਨੂੰ ਲੋਕ ਸ਼ਾਇਦ ਯਾਦ ਨਹੀਂ ਕਰ ਸਕਦੇ ਜਾਂ ਭੁੱਲ ਜਾਂਦੇ, ਜਿਨ੍ਹਾਂ ਨੂੰ ਪਤਾ ਨਹੀਂ, ਉਹਨਾਂ ਨੂੰ ਵੀ ਯਾਦ ਰੱਖਣ ਦਾ ਇੱਕ ਵਸੀਲਾ। ਮਲਾਲਾ ਯੂਸਫ ਜੀ, ਹਾਂਜੀ ਹਾਂ, ਕਦੋਂ ਬਣਾਈ ਸੀ ਇਹ? ਤਾਂ ਕਾਫੀ ਦੇਰ ਦੀ ਬਣੀ ਹੋਈ ਹੈ। ਜਦੋਂ ਉਹਦੇ ਬਾਰੇ, ਉਹਦੀ ਜੀਵਨੀ ਬਾਰੇ, ਮਲਾਲਾ ਦੇ ਬਾਰੇ ਸਾਨੂੰ ਜਾਣਕਾਰੀ ਮਿਲੀ ਸੀ, ਉਦੋਂ ਦੀ ਬਣੀ ਸੀ, ਬਹੁਤ ਪੁਰਾਣੀ ਬਣੀ ਹੋਈ ਹੈ। ਕਿਉਂਕਿ ਲੋਕ ਉਹਨਾਂ ਨੇ ਵਿਦਿਆ ਨੂੰ ਜਿਹੜਾ ਪ੍ਰਫੁੱਲਤ ਕਰਨ ਲਈ ਅਖਿਆਈਆਂ ਝੱਲੀਆਂ, ਇਸ ਕਰਕੇ ਇਹ ਵਾਲਾ ਵੀ ਸ਼ਹੀਦ ਕਰਨੈਲ ਸਿੰਘ ਈਸਲੂ ਗੋਆ ਜਦੋਂ ਆਜ਼ਾਦ ਕਰਵਾਇਆ ਨਾ ਪੁਰਤਗਾਲ ਤੋਂ, ਉਸ ਟਾਈਮ ਇਹ ਜਿਹੜਾ ਇਹਨਾਂ ਦਾ ਇਹ ਟੀਚਰ ਸੀਗੇ, ਛੋਟੀ ਉਮਰ ਦੇ ਸੀਗੇ, ਇਹਨਾਂ ਨੇ ਝੰਡਾ ਫੜ ਕੇ ਅੱਗੇ ਕੁਰਬਾਨੀ ਕੀਤੀ ਸੀ ਉਸ ਟਾਈਮ ਗੋਆ 'ਚ।
ਮੈਨੂੰ ਯਾਦ ਹੈ ਕਿ ਜਦੋਂ ਮੈਂ ਬਹੁਤ ਪਹਿਲੀ ਵਾਰੀ ਆਈ ਸੀ ਤੇ ਜਿਹੜਾ ਸਟੈਚੂ ਆਫ ਲਿਬਰਟੀ ਉਹ ਬਹੁਤ ਉੱਚੇ ਕੱਦ ਕਾਠ ਨਾਲ ਪਾਰਕ 'ਚ ਦਿਖਦਾ ਹੁੰਦਾ ਸੀ ਤੇ ਹੁਣ ਪਾਰਕ ਦੀ ਪਹਿਚਾਣ ਦੂਰੋਂ ਖੜ ਕੇ ਦੇਖ ਸਕਦੇ ਹਾਂ। ਇਹ ਬਹੁਤ ਵੱਡਾ ਸਟੈਚੂ ਬਣਾਇਆ ਵੀਰੇ ਮਿਲਖਾ ਸਿੰਘ ਦਾ ਜੀ। ਖਾਸ ਪਰਪਸ ਕੀ ਸੋਚ ਕੇ ਇੰਨਾ ਵੱਡਾ ਬਣਾਇਆ ਜੀ? ਇਹ ਸੋਚਿਆ ਤਾਂ ਇਸ ਤਰ੍ਹਾਂ ਸੀਗਾ ਕਿਉਂਕਿ ਮਿਲਖਾ ਸਿੰਘ ਨਾਲ ਸਾਡੀ ਸਾਂਝ ਨਾ ਪਰਿਵਾਰਕ ਸਾਂਝ ਕਾਫੀ ਪੁਰਾਣੀ ਹੈ। ਸਿਸਟਰ ਜਿਹੜੀ ਹਰਜੀਤ ਜਿਹੜੀ ਪੰਜਾਬ ਪੁਲਿਸ 'ਚ ਅੱਜ ਕੱਲ੍ਹ, ਹਾਂ, ਉਹ ਜਦੋਂ ਦੌੜਾਕ ਅਜੇ ਬਣੀ ਐਥਲੀਟ ਬਣੀ ਆ, ਉਹਨੇ ਐਡਮਿਸ਼ਨ ਲੈਣੀ ਸੀ ਜਲੰਧਰ ਤੇ ਅਸੀਂ ਮਿਲਖਾ ਸਿੰਘ ਜੀ ਨੂੰ ਬੇਨਤੀ ਕੀਤੀ ਵੀ ਤੁਸੀਂ ਉੱਥੇ ਐਡਮਿਸ਼ਨ ਕਰਾ ਦਿਓ। ਉਹਨਾਂ ਨੇ ਐਡਮਿਸ਼ਨ ਕਰਵਾਈ। ਅੱਛਾ। ਮਿਲਖਾ ਸਿੰਘ ਜੀ ਉਹ ਡਿਪਟੀ ਡਾਇਰੈਕਟਰ ਸਪੋਰਟਸ ਸੀਗੇ। ਸਾਨੂੰ 17 ਸੈਕਟਰ ਮੈਨੂੰ ਯਾਦ ਆ ਅਸੀਂ ਮਿਲੇ ਤੇ ਪਹਿਲੀ ਵਾਰ 'ਚ ਉਹਨਾਂ ਨੇ ਇੰਨਾ ਮਾਣ ਕੀਤਾ, ਨਾਲ ਦੀ ਨਾਲ ਫੋਨ ਕਰਕੇ ਤੇ ਐਡਮਿਸ਼ਨ ਕਰਵਾਈ। ਫਿਰ ਉਹਨਾਂ ਦੀਆਂ ਉਹ ਜਿਹੜੀ ਦੇਣਦਾਰੀਆਂ ਉਹ ਵੀ ਅਦਾ ਕਰਨੀਆਂ ਸੀ। ਜਗਰੂਪ ਜਰਖੜ ਜਿਹੜੇ ਖੇਡ ਪੱਤਰਕਾਰ ਨੇ ਜਰਖੜ ਪਿੰਡ ਦੇ ਵਿੱਚ ਜਿਹਨੇ ਸਟੈਚੂ ਲਵਾਏ ਉਹਨਾਂ ਨੇ, ਉਹ ਸਾਰੇ ਆਪਾਂ ਬਣਾਏ ਆ। ਉਹ ਚਾਹੁੰਦੇ ਸੀ ਮਿਲਖਾ ਸਿੰਘ ਨੂੰ ਮੈਨੂੰ ਮਿਲਾਓ ਵੀ ਤੇ ਆਪਾਂ ਸਟੈਚੂ ਬਣਾਉਣਾ। ਫਿਰ ਉਹਨਾਂ ਨੂੰ ਮੈਂ ਮਿਲਾ ਕੇ ਲੈ ਕੇ ਆਇਆ ਤੇ ਫਿਰ ਮਿਲਖਾ ਸਿੰਘ ਜੀ ਉੱਥੇ ਆ ਕੇ ਉਦਘਾਟਨ ਕਰਕੇ ਗਏ ਸੀ ਆਪਣੇ ਸਟੈਚੂ ਦਾ ਜਿਹੜਾ ਜਰਖੜ ਦੇ ਵਿੱਚ ਲੱਗਾ। ਫਿਰ ਆਪਣੇ ਪਿੰਡ ਵਾਲੇ ਕਹਿੰਦੇ ਵੀ ਆਪਣੇ ਪਿੰਡ ਵੀ ਤੁਸੀਂ ਕੋਈ ਇਹੋ ਜਿਹੀ ਚੀਜ਼ ਲਾਓ। ਫਿਰ ਉਹ ਇਹ ਸਟੈਚੂ, ਇਹਦੀ ਕਿੰਨੀ ਹਾਈਟ ਹੋਊਗੀ ਵੀਰੇ? ਇਹ 18 ਫੁੱਟ ਦੇ ਬਣਾਏ ਸੀਗੇ ਉਸ ਟਾਈਮ। 18 ਫੁੱਟ ਦੇ ਦੋਨੋਂ। ਕੀ ਬਾਤ ਹੈ, ਕੀ ਬਾਤ ਹੈ। ਉਸ ਤੋਂ ਪਿੱਛੇ ਵੀ ਕੁਝ ਹੋਰ ਸਟੈਚੂ ਹੈਗੇ, ਸਟੈਚੂ ਬਹੁਤ ਸਾਰੇ ਆ। ਹਰੀ ਸਿੰਘ ਨਲੂਆ ਦਾ ਘੋੜਾ ਤਿਆਰ ਹੋਇਆ। ਇਹ ਬਹੁਤ ਵੀਰੇ ਕੋਈ ਤਸਵੀਰਾਂ ਦੇਖਦੇ ਆ ਜਾਂ ਕੀ? ਕਿਉਂਕਿ ਮੈਂ ਖਾਸ ਜਿਹੜੀ ਚੀਜ਼ ਦੇਖਦੀ ਆ ਕਿ ਪਤਾ ਕੀ ਹੈ, ਕਈ ਵਾਰ ਜਦੋਂ ਸੜਕਾਂ ਦੇ ਦੁਆਲੇ ਜਾਈਦਾ ਬਹੁਤ ਸਾਰੇ ਬੁੱਤ ਬਣੇ ਦੇਖੇ ਹੁੰਦੇ ਆ, ਉਹ ਨਗਮੂ ਸਭ ਕੁਝ ਬੜਾ ਨਕਲੀ ਲੱਗਦਾ ਹੁੰਦਾ। ਇਹ ਇੱਕ ਜਿਹੜੇ ਜਾਨਵਰ ਦੀ ਇੱਕ ਇਨੋਸੈਂਸ ਹੁੰਦੀ ਆ, ਉਹਦੇ ਅੱਖਾਂ ਦੇ ਹਾਵ ਭਾਵ, ਉਹਦੇ ਕੀ ਮਤਲਬ ਖਾਸ ਕੋਈ ਦੇਖਦੇ ਆ? ਕਿਉਂਕਿ ਅਸੀਂ ਦੋਨੋਂ ਭਰਾ ਸਟੱਡੀ ਬਹੁਤ ਕਰਦੇ ਆ। ਮੈਂ ਹੁਣ ਜਦੋਂ ਮਾਸਟਰ ਡਿਗਰੀ ਕੀਤੀ ਤੇ ਮੈਂ ਸਾਰਾ ਟਾਈਮ ਰਾਤ ਦਿਨ ਬਸ ਆਹੀ ਕੁਛ ਕੀਤਾ। ਫਿਰ ਅਸੀਂ ਇੱਥੇ ਵੀ ਸਟੱਡੀ ਆਪਦੀ ਜਾਰੀ ਰੱਖਦੇ ਹਾਂ ਤੇ ਫਿਰ ਉਹ ਚਲੋ ਪ੍ਰਮਾਤਮਾ ਦੀ ਕਿਰਪਾ ਹੈ, ਦਾਤੇ ਨੇ ਮਿਹਰ ਕੀਤੀ, ਹੱਥਾਂ ਦੇ ਵਿੱਚ ਦਾਤੇ ਨੇ ਤਾਕਤ ਦਿੱਤੀ, ਉਹ ਸਾਰਾ ਕੁਝ ਉਹਦਾ ਹੀ ਹੈ। ਹੁਣ ਮੈਨੂੰ ਤਾਂ ਪਤਾ ਨਹੀਂ ਅਸੀਂ ਜਾਣਦੇ ਕੀ ਕਰੀ ਜਾਂਦੇ, ਇਹ ਤਾਂ ਲੋਕਾਂ ਨੂੰ ਜੇ ਪਸੰਦ ਆਉਂਦਾ ਤੇ ਅਸੀਂ ਧੰਨਵਾਦ ਕਰਦੇ ਹਾਂ ਪਰਮਾਤਮਾ ਦਾ ਵੀ ਮਹਾਰਾਜ ਤੁਸੀਂ। ਪਰ ਜਿਸ ਤਰੀਕੇ ਦੇ ਨਾਲ ਚਾਹੇ ਉਹ ਸਿੱਖ ਧਰਮ ਨਾਲ ਸੰਬੰਧਿਤ ਮਹਾਨ ਸ਼ਖਸੀਅਤਾਂ ਹੋਣ, ਸ਼ਹੀਦ ਹੋਣ ਸਾਡੇ, ਚਾਹੇ ਉਹ ਦੇਸ਼ ਦੀ ਆਜ਼ਾਦੀ ਦੇ ਵਿੱਚ ਇੱਕ ਖਾਸ ਜਿਹੜੀ ਸੋਚ ਦਿਖਦੀ ਹੈ ਜਦੋਂ ਪਾਰਕ ਦੇ ਵਿੱਚ ਵੜਦੇ ਆ ਸੱਭਿਆਚਾਰ ਨਾਲ ਰਿਲੇਟਡ। ਕੁਝ ਵੀ ਐਸਾ ਨਹੀਂ ਆ ਜਿਹੜਾ ਲੱਗਦਾ ਕਿ ਨਹੀਂ ਉਹ ਪੰਜਾਬੀ ਗੀਤਾਂ ਵਾਂਗੂ ਹੈ ਨਾ, ਆਹ ਨਹੀਂ ਸੀ ਹੋਣਾ ਚਾਹੀਦਾ। ਕੋਈ ਖਾਸ ਪਲੈਨਿੰਗ ਆ ਵੀਰੇ, ਤੁਹਾਡੀ ਸੋਚ ਹੁੰਦੀ ਆ ਜਾਂ ਫਿਰ ਬਾਹਰੋਂ ਵੀ ਕੋਈ ਸੁਜੈਸਟ ਕਰਦਾ ਵੀ ਨਹੀਂ ਆਹ ਹੋਣਾ ਚਾਹੀਦਾ? ਕਦੇ ਕੋਈ ਇਹੋ ਜਿਹੀ ਚੀਜ਼ ਕਿਉਂ ਨਹੀਂ ਕਦੇ ਪਾਰਕ 'ਚ ਦਿਖੀ? ਮੈਨੂੰ ਬਹੁਤ ਸਾਲ ਹੋ ਗਏ ਆਉਂਦੀ ਨੂੰ, ਕਿ ਜਿਹੜਾ ਲੱਗੇ ਵੀ ਨਹੀਂ ਆਹ ਤਾਂ ਨਹੀਂ ਸੀ ਹੋਣਾ ਚਾਹੀਦਾ ਜੀ। ਕਿਉਂਕਿ ਕੁਦਰਤੀ ਗੱਲ ਹੈ ਵੀ ਜਿਹੜੀ ਸਾਡੀ ਅਮੀਰ ਵਿਰਾਸਤ ਹੈ ਉਹ ਬਜ਼ੁਰਗਾਂ ਤੋਂ ਸਿੱਖਿਆ, ਚੰਗੀਆਂ ਕਿਤਾਬਾਂ ਪੜ੍ਹੀਆਂ, ਜੋ ਵੀ ਸੰਪਰਕ ਦੇ ਵਿੱਚ ਰਹੇ, ਸੰਤ ਬਾਬਾ ਨਾਹਰ ਸਿੰਘ ਜੀ ਨਿਰਾਲਿਆਂ ਦੇ ਸੰਪਰਕ 'ਚ ਰਹੇ, ਸਰਦਾਰ ਜਗਦੇਵ ਸਿੰਘ ਜੱਸੋਵਾਲ ਹੋਰਾਂ ਦੇ ਸੰਪਰਕ ਦੇ ਵਿੱਚ ਰਹੇ, ਗੁਰਭਜਨ ਗਿੱਲ ਜਿਹੜੇ ਪੰਜਾਬੀ ਦੇ ਬਹੁਤ ਵੱਡੇ ਸਾਹਿਤਕਾਰ ਆ, ਪਾਤਰ ਸਾਹਿਬ, ਵਿਦਵਾਨਾਂ ਦੇ ਨਾਲ ਜੋ ਸਿੱਖਿਆ, ਕਿਉਂਕਿ ਬੰਦਾ ਆਪ ਤਾਂ ਕੁਝ ਕਰ ਨਹੀਂ ਸਕਦਾ, ਉਹਨੂੰ ਜੋ ਆਲੇ ਦੁਆਲੇ ਦੇ ਵਿੱਚੋਂ ਕੁਝ ਚੰਗਾ ਮਿਲ ਜਾਂਦਾ। ਕਰੀਮ ਜਿਹੜੀ ਉਹ ਲਾ ਲਈ, ਕਰੀਮ ਨੂੰ ਆਕਾਰ ਦੇਤਾ। ਇਹ ਮੱਝ ਦਾ ਇੱਕ ਬਣਾਇਆ ਹੋਇਆ ਮਾਤਾ ਗੁਲਾਬ ਕੌਰ ਜਿਹੜੀ ਜਿਹਨਾਂ ਨੂੰ ਗਦਰੀ ਬੀਬੀ ਵੀ ਕਿਹਾ ਜਾਂਦਾ, ਉਹਦੀ ਯਾਦ ਚ ਇੱਕ ਨਾ ਸਟੈਚੂ ਬਣ ਰਿਹਾ ਬਹੁਤ ਜਿਹੜੀ ਖਾਸ ਕਲਾਕਾਰ ਤੋਂ ਮੈਂ ਕਹੂੰਗਾ, ਕਿਉਂਕਿ ਗਦਰੀ ਬੀਬੀ ਗੁਲਾਬ ਕੌਰ ਦਾ ਬਹੁਤ ਵੱਡਾ ਮੁਕਾਮ ਹੈ। ਜੀ ਜੀ ਜੀ। ਇਹ ਨਹੀਂ ਵੀ ਅਸੀਂ ਸਟੈਚੂ ਬਣਾ ਰਹੇ ਤਾਂ ਮੁਕਾਮ, ਉਹਨਾਂ ਦੀ ਕੁਰਬਾਨੀ ਦਾ ਮੁਕਾਮ ਹੈ। ਚਲੋ ਅਸੀਂ ਤਾਂ ਕੋਸ਼ਿਸ਼ ਕਰ ਰਹੇ ਹਾਂ ਉਹਦੇ ਨਾਲ ਰਿਲੇਟਡ ਆ ਤਾਂ ਕਿ ਪਤਾ ਲੱਗੇ ਵੀ ਇਹ ਸਾਡੀਆਂ ਮਾਤਾਵਾਂ ਭੈਣਾਂ ਸਾਡੇ ਪਰਿਵਾਰਾਂ ਚੋਂ ਸੀ, ਇਹ ਲੋਕ ਸਾਡੇ ਲੋਕਾਂ ਲਈ ਉਹਨਾਂ ਨੇ। ਅੱਛਾ, ਮਤਲਬ ਉਹਨਾਂ ਦਾ ਇੱਕ ਜਿਹੜਾ ਜਾਨਵਰ ਬਣਾ ਦਿੱਤਾ ਗਿਆ, ਉਸ ਤੋਂ ਬਾਅਦ ਉਹ ਦਿਖਾਈ ਜਾਣਗੇ ਉਹ ਘਰੇਲੂ ਕੰਮ ਕਰਨ ਵਾਲੀਆਂ ਆਮ ਔਰਤਾਂ ਸੀ। ਕੀ ਬਾਤ ਹੈ। ਤੇ ਇਹ ਫਾਈਬਰ ਆਪਟਿਕ ਕੇਬਲ ਦੀ ਖੋਜ ਕਰਨ ਵਾਲੇ ਜਿਹੜੇ ਆ ਸਰਦਾਰ ਨਰਿੰਦਰ ਸਿੰਘ ਕਪਾਨੀ, 2 ਸਾਲ ਹੋਏ, 2 ਮਹੀਨੇ 2.5 ਹੋਏ ਹੁਣੇ ਮੇਰੇ ਖਿਆਲ ਇਹਨਾਂ ਦੀ ਡੈਥ ਹੋ ਗਈ। ਇਹ ਬੜੇ ਖੁਸ਼ ਸੀਗੇ ਵੀ ਮੇਰੇ ਜਨਮ ਹੋਏ ਆ ਜਿਹੜੀ ਮੋਗਾ ਵੀ ਉਹਦੇ ਕੋਲ ਹੀ ਘਲਕਲਾਂ 'ਚ ਮੇਰਾ ਸਟੈਚੂ ਲਗਾਇਆ, ਬੜੇ ਖੁਸ਼ ਸੀਗੇ। ਔਰ ਇਹਦੇ ਵਿੱਚ ਇੱਕ ਹੋਰ ਜਿਹੜੀ ਖੂਬੀ ਆਉਂਦੀ ਆ ਕਿ ਮੋਗੇ ਦੇ ਖਾਸ ਤੌਰ ਤੇ ਜਿਹੜੇ ਸਾਡੇ ਹੈਗੇ ਬਹੁਤ ਸਾਰੇ ਖਾਸ ਸ਼ਖਸੀਅਤਾਂ, ਉਹ ਅਣਗੌਲੀਆਂ ਸੀ, ਸਾਨੂੰ ਨਹੀਂ ਸੀ ਪਤਾ ਮੋਗੇ ਦੇ ਹੋਣ ਦੇ ਬਾਵਜੂਦ ਬਹੁਤ ਲੋਕਾਂ ਦਾ, ਤੇ ਉਹਨਾਂ ਦਾ ਵੀ ਜਿਹੜਾ ਕਿਤੇ ਨਾ ਕਿਤੇ ਜ਼ਿਕਰ ਆ ਰਿਹਾ ਹੈਗਾ। ਸ਼ਹੀਦ ਕਰਤਾਰ ਸਿੰਘ ਮਸਤ, ਸੈਕੰਡ ਲੈਫਟੀਨੈਂਟ, ਇਹਨਾਂ ਬਾਰੇ? ਸ਼ਹੀਦ ਕਰਤਾਰ ਸਿੰਘ ਮਸਤ 22 ਨਵੰਬਰ 1965 ਨੂੰ ਨਾ ਸ਼ਹੀਦ ਹੋਏ ਸੀਗੇ ਜਦੋਂ ਸਾਡੀ ਜੰਗ ਹੋਈ ਪਾਕਿਸਤਾਨ ਨਾਲ। ਜੀ ਜੀ। ਚਲੋ ਪਹਿਲਾਂ ਇੱਕ ਹੀ ਮੁਲਕ ਸੀ, ਫਿਰ ਹੁਣ ਜਦੋਂ ਜੰਗਾਂ ਹੁੰਦੀ ਫਿਰ ਆਪਣੀ ਸਰਹੱਦ ਦੀ ਰਾਖੀ ਕਰਨੀ ਹੁੰਦੀ ਹੈ। ਜੀ ਜੀ ਜੀ। ਇਹਨਾਂ ਨੇ ਬਹੁਤ ਵੱਡੀ ਉਦੋਂ ਆਪਣਾ ਬਲਿਦਾਨ ਦਿੱਤਾ ਸੀਗਾ ਤੇ ਇਹ ਫਿਰ ਉਹਨਾਂ ਦੀ ਯਾਦ ਦੇ ਵਿੱਚ ਲਗਾਇਆ ਗਿਆ, ਕਿਉਂਕਿ ਉਹ ਪਰਿਵਾਰ ਨੇ ਤਾਂ ਉੱਥੇ ਲਗਾਉਣਾ ਸੀਗਾ। ਉਹ ਪਰਿਵਾਰ ਬੜਾ ਧੰਨਵਾਦੀ ਹੈ ਵੀ ਤੁਸੀਂ ਇੱਥੇ ਲਗਾ ਲਿਆ। ਉਹ ਪਰਿਵਾਰ ਸਾਰਾ ਕੈਨੇਡਾ ਸੈੱਟ ਹੋ ਗਿਆ ਜੀ, ਕਿਉਂਕਿ ਪਹਿਲਾਂ ਜਿਹੜੇ ਵਿਚਾਰ ਕੁਛ ਹੋਰ ਹੁੰਦੇ ਆ, ਜਦੋਂ ਪਰਿਵਾਰ ਕਿਤੇ ਕੈਨੇਡਾ ਵਗੈਰਾ ਕਿਤੇ ਸੈੱਟ ਹੋ ਜਾਂਦਾ ਵਿਚਾਰ ਬਦਲ ਜਾਂਦੇ ਆ ਤੇ ਅਸੀਂ ਤਾਂ ਕਿਤੇ ਸਾਂਭ ਸੰਭਾਲ ਦਾ ਵੀ ਇਸ਼ੂ ਹੋ ਜਾਂਦਾ ਖੜਾ।
ਤੇ ਉਹ ਬੜੇ ਖੁਸ਼ ਆ ਵੀ ਇੱਥੇ ਹਰ ਇੱਕ ਲੋਕ ਹਰ ਤਰ੍ਹਾਂ ਦੇ ਲੋਕ ਆਉਂਦੇ ਵੇਖਦੇ ਆ ਤੇ ਸਾਡੇ ਫਾਦਰ ਸਾਹਿਬ ਦਾ ਮਾਣ ਵੀ ਆ ਤੇ ਉਹ ਫਿਰ ਅਸੀਂ ਇੱਥੇ ਡਿਸਪਲੇ ਕਰ ਲਿਆ। ਇਹ ਕਹਿ ਸਕਦੇ ਆ ਕਿ ਜਿਵੇਂ ਜਿਵੇਂ ਜਿਹੜਾ ਕੋਈ ਬੱਚਾ ਕੋਈ ਜਿਹਨੂੰ ਘੱਟ ਜਾਣਕਾਰੀ ਹੈ ਜੇ ਉਹ ਆਉਂਦਾ ਤੇ ਇੱਕ ਥੋੜੇ ਜਿਹੇ ਏਰੀਆ ਦੇ ਵਿੱਚ ਜਾਣਕਾਰੀ ਮਿਲ ਜਾਂਦੀ। ਸਾਰਾਗੜ੍ਹੀ ਮੈਮੋਰੀਅਲ, ਹਾਂਜੀ ਇਹ ਵੀਰੇ ਸਾਰਾਗੜ੍ਹੀ ਮੈਮੋਰੀਅਲ ਦੀ ਜੰਗ ਆ ਜਿਹੜੀ 1897 ਚ ਲੜੀ ਗਈ ਸੀਗੀ। ਇਹਨਾਂ ਦੀ ਅਗਵਾਈ ਸੀ ਬਾਬਾ ਈਸ਼ਰ ਸਿੰਘ ਜੀ ਹਵਾਲਦਾਰ ਜੀ, ਤੇ ਉਹਨਾਂ ਨੇ ਬੜੀ ਜਿਹੜੀ ਹੈ ਉਦੋਂ ਵੱਡੀ ਕੁਰਬਾਨੀ ਕੀਤੀ ਕਿਉਂਕਿ ਜਦੋਂ 20 ਸਿੰਘ ਸ਼ਹੀਦ ਹੋ ਗਏ ਸੀ ਨਾ, 20 ਫੌਜੀ ਸ਼ਹੀਦ ਹੋ ਗਏ ਸੀ ਤੇ ਜਿਹੜਾ 21ਵਾਂ ਸੀਗਾ ਉਹ ਸੀਗਾ ਸਿਗਨਲ ਮੈਨ ਨੇ ਲਾਸਟ ਦੇ ਵਿੱਚ ਆਪਣੇ ਉੱਚ ਅਧਿਕਾਰੀ ਜਿਹੜੇ ਦੂਸਰੀ ਪਹਾੜੀ ਤੇ ਸੀ ਸਾਹਮਣੇ, ਉਦੋਂ ਇਸ਼ਾਰਿਆਂ ਨਾਲ ਹੁੰਦਾ ਸੀ ਨਾ ਜੀ, ਤੇ ਉਹ ਸਿਗਨਲ ਦਿੱਤਾ ਵੀ ਸਾਰੇ ਸ਼ਹੀਦ ਹੋ ਗਏ ਆ ਤੇ ਹੁਣ ਮੈਨੂੰ ਜਿਹੜਾ ਹੈਗਾ ਆਪਣੀ ਸ਼ਹੀਦ ਹੋ ਜਾਣ ਦੀ ਆਗਿਆ ਦਿੱਤੀ ਜਾਵੇ। ਫਿਰ ਉਹਨਾਂ ਨੇ ਸਿਗਨਲ ਦਿੱਤਾ, ਫਿਰ ਉਹ ਵੀ ਸ਼ਹੀਦ ਹੋ ਗਿਆ ਤੇ ਅਸੀਂ ਫਿਰ ਉਹ ਕੁਰਬਾਨੀ ਉਹਨਾਂ ਦੀ ਨੂੰ ਸਜਦਾ ਕੀਤਾ ਕਿਉਂਕਿ ਬਾਬਾ ਈਸ਼ਰ ਸਿੰਘ ਜੀ ਝੋਰਣਾ ਪਿੰਡ ਤੋਂ, ਉਹ ਵੀ ਗਿੱਲ ਸੀਗੇ ਜੀ, ਤੇ ਸਾਡਾ ਜਿਹੜਾ ਘਲਕਲਾ ਪਿੰਡ ਆ ਇਹ ਗਿੱਲਾਂ ਦਾ ਇੱਥੋਂ ਪਿਛੋਕੜ ਜੁੜਦਾ ਨਾ, ਜਿਹੜਾ 43 ਪਿੰਡ ਟੋਟਲ ਆ ਤੇ ਉਹ ਇਹਦੇ ਚੋਂ ਹੀ ਗਏ ਹੋਏ ਆ ਜੀ। ਜਨਰਲ ਲੈਫਟੀਨੈਂਟ ਜਨਰਲ ਸਰਦਾਰ ਹਰਬਖਸ਼ ਸਿੰਘ, ਉਹਦੇ ਪਿੱਛੇ ਵੀ ਕੁਝ ਤਸਵੀਰਾਂ ਹੈਗੀਆਂ। ਭਾਈ ਰਣਧੀਰ ਸਿੰਘ ਜੀ, ਹਾਂਜੀ ਸਰਦਾਰ ਕਪੂਰ ਸਿੰਘ ਜੀ, ਰਣਧੀਰ ਸਿੰਘ ਜੀ ਆ, ਜਿਹੜਾ ਗਿਆਨੀਦਿੱਤ ਸਿੰਘ ਜੀ ਆ ਜੀ, ਤੇ ਸਰਦਾਰ ਕਪੂਰ ਸਿੰਘ ICS। ਉਹ ਵੱਡੇ ਦਿਮਾਗ ਜਿਹੜੇ ਸਾਡੇ ਕੌਮ ਦੇ ਹੋਏ ਨੇ, ਉਹਨਾਂ ਦੀਆਂ ਯਾਦਾਂ ਇੱਥੇ ਬਣਾਈਆਂ ਗਈਆਂ। ਤੇ ਭਾਈ ਰਣਧੀਰ ਸਿੰਘ ਜੀ ਦਾ ਤੁਹਾਨੂੰ ਪਤਾ ਹੀ ਸੀ ਵੀ ਜਦੋਂ ਭਾਈ ਰਣਧੀਰ ਸਿੰਘ ਜੀ ਜੇਲ੍ਹ 'ਚ ਸੀਗੇ ਤੇ ਭਗਤ ਸਿੰਘ ਵੀ ਜੇਲ੍ਹ 'ਚ ਜਦੋਂ ਗਏ ਤੇ ਭਗਤ ਸਿੰਘ ਨੇ ਮਿਲਣ ਦੀ ਇੱਛਾ ਪ੍ਰਗਟ ਕੀਤੀ ਭਾਈ ਰਣਧੀਰ ਸਿੰਘ ਜੀ ਨੂੰ, ਤੇ ਭਾਈ ਰਣਧੀਰ ਸਿੰਘ ਨੇ ਸੁਨੇਹਾ ਭੇਜਿਆ ਵੀ ਤੂੰ ਸਿੱਖੀ ਤੋਂ ਜਿਹੜਾ ਦੂਰ ਹੋ ਗਿਆ, ਵਾਲ ਕਟਵਾ ਕੇ, ਤੇ ਮੈਂ ਤੈਨੂੰ ਨਹੀਂ ਮਿਲਣਾ। ਪਰ ਭਗਤ ਸਿੰਘ ਨੇ ਦੁਬਾਰਾ ਸੁਨੇਹਾ ਭੇਜਿਆ ਵੀ ਭਾਈ ਸਾਹਿਬ ਜੀ ਵੀ ਮੈਂ ਸਿੱਖਾਂ ਦਾ ਜਿਹੜਾ ਹੈਗਾ ਨਾ ਕੁਰਬਾਨੀ ਦਾ ਸੰਕਲਪ ਹੈ ਤੇ ਮੈਂ ਅਜੇ ਵਾਲ ਹੀ ਕਟਵਾਏ ਆ ਤੇ ਆਉਣ ਵਾਲੇ ਸਮੇਂ 'ਚ ਮੈਂ ਗਰਦਨ ਵੀ ਕਟਵਾ ਦੂੰਗਾ, ਮੈਂ ਉਸ ਸੰਕਲਪ ਤੋਂ ਜਾਣੂ ਹਾਂ। ਹਾਂ ਜੀ ਹਾਂ। ਫਿਰ ਉਹ ਭਾਈ ਰਣਧੀਰ ਸਿੰਘ ਜੀ ਨੂੰ ਲੱਗਾ ਵੀ ਵਾਕਈ ਹਨਾ ਜਜ਼ਬਾ ਹੈ ਕੁਰਬਾਨੀ ਦਾ, ਫਿਰ ਉਹ ਮਿਲੇ ਤੇ ਉਹਨਾਂ ਦੇ ਸੰਪਰਕ 'ਚ ਆਉਣ ਨਾਲ ਫਿਰ ਭਾਈ ਰਣਧੀਰ ਸਿੰਘ ਜੀ ਨੇ ਜਿਹੜਾ ਉਹਨਾਂ ਨੂੰ ਸਮਝਾਇਆ, ਫਿਰ ਉਹਨਾਂ ਨੇ ਆਪਣੇ ਵਾਲ ਵੀ ਰੱਖ ਲਏ ਸੀਗੇ। ਤੇ ਸਾਹਮਣੇ ਤੁਸੀਂ ਜਿਹੜਾ ਸਟੈਚੂ ਦੇਖ ਰਹੇ ਹੋ ਅਬਦੁਲ ਸਤਾਰ ਈਦੀ, ਉਹ ਸਮਾਜ ਸੇਵੀ, ਜਿਸ ਤਰੀਕੇ ਨਾਲ ਸਾਡੇ ਭਗਤ ਪੂਰਨ ਸਿੰਘ ਜੀ ਪਿੰਗਲਵਾੜੇ ਹੋਏ ਉਸ ਤਰੀਕੇ ਨਾਲ ਪਾਕਿਸਤਾਨ ਦੇ ਹੀ ਕਹਿ ਸਕਦੇ ਭਗਤ ਪੂਰਨ ਸਿੰਘ ਜੀ ਹੈ। ਉਹਨਾਂ ਦਾ ਤਾਂ ਉਪਰਾਲਾ ਤੁਹਾਡੇ ਸਾਹਮਣੇ ਆ, ਹੁਣ ਤਾਂ ਨੈਟ ਤੇ ਜੋ ਮਰਜ਼ੀ ਸਰਚ ਕਰੋ। ਕਿੰਨੀਆਂ ਸਾਰੀਆਂ ਕਹਾਣੀਆਂ ਨਿਕਲ ਕੇ ਆਉਂਦੀਆਂ ਵੀਰੇ ਜਦੋਂ ਇੱਥੇ ਖਾਸ ਤੌਰ ਤੇ ਪਾਰਕ 'ਚ ਆਉਂਦੇ, ਜਿਸ ਤਰੀਕੇ ਨਾਲ ਤੁਸੀਂ ਹੁਣ ਸਾਨੂੰ ਦੱਸ ਰਹੇ ਹੋ। ਕਿੰਨਾ ਕੁ ਟਾਈਮ ਲੱਗ ਜਾਂਦਾ ਨਾਰਮਲ ਜਦੋਂ ਕੋਈ ਦੇਖਣ ਆਉਂਦਾ ਤੇ ਉਹਨਾਂ ਨੂੰ ਦਿਖਾਉਂਦੇ ਫਿਰ ਉਹ ਸਮੇਂ ਦਾ ਪਤਾ ਨਹੀਂ ਲੱਗਦਾ। ਜਿਨ੍ਹਾਂ ਨੂੰ ਲੋਕਾਂ ਨੂੰ ਲਗਾਓ ਆ ਇਹਨਾਂ ਚੀਜ਼ਾਂ ਨਾਲ, ਉੱਥੇ ਫਿਰ ਸਮੇਂ ਦੀ ਜਿਹੜੀ ਹੈਗੀ ਆ ਬੰਦਿਸ਼ ਉਹ ਟੁੱਟ ਜਾਂਦੀ ਆ ਤੇ ਲੋਕ ਚੰਗਾ ਮਹਿਸੂਸ ਕਰਦੇ ਆ ਜਦੋਂ ਜਾਣਕਾਰੀ, ਉਹਨੂੰ ਅਲੱਗ ਕਿਸਮ ਦੀ ਜਾਣਕਾਰੀ ਮਿਲਦੀ ਆ। ਕਿੰਨਾ ਸਕੂਨ ਜਿਹਾ ਮਹਿਸੂਸ ਹੁੰਦਾ ਇੱਥੇ ਆ ਕੇ, ਇੱਕ ਹੋਰ ਹੀ ਦੁਨੀਆ ਦੇ ਵਿੱਚ ਚਲੇ ਜਾਈਦਾ ਹੈ ਨਾ। ਤੁਹਾਡੀ ਸ਼ਹੀਦ ਇੱਕ ਪੋਜ਼ਿਟਿਵ ਜਿਹੜੀਆਂ ਵਾਈਬਸ ਕਹਿ ਦਿੰਦੇ ਆ, ਇਹ ਪਹਿਲਾਂ ਉਧਰ ਬਾਹਰ ਰੱਖਿਆ ਹੁੰਦਾ ਸੀ। 5 ਤੀਰ ਵਿਖਾਏ ਹੋਏ ਆ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ, ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਾਂਦੇੜ ਤੋਂ ਦੇ ਕੇ ਭੇਜੇ ਸੀ। ਤੇ ਉਹ ਹੁਕਮਨਾਮਾ, ਜਿਸ ਹੁਕਮਨਾਮੇ ਦੇ ਨਾਲ ਫਿਰ ਉਹਨਾਂ ਦੇ ਨਾਲ ਹੋਰ ਸਿੱਖ ਸੰਗਤ ਜੁੜੀ ਗਈ, ਉਹਨਾਂ ਦੀ ਫੌਜ ਵੱਡੀ ਹੁੰਦੀ ਗਈ ਤੇ ਫਿਰ ਉਹਨਾਂ ਨੇ ਸਮਾਣੇ ਤੋਂ ਬਾਅਦ ਫਿਰ ਸਰਹੰਦ ਜਿਹੜਾ ਫਤਿਹ ਕੀਤਾ। ਤੁਹਾਡੇ ਸਟੂਡੀਓ ਵੱਲ ਨੂੰ ਜਾਂਦੇ ਆ, ਪਰ ਉਸ ਤੋਂ ਪਹਿਲਾਂ ਇੱਕ ਖਾਸ ਚੀਜ਼ ਜਿਹੜੀ ਆ ਮੈਂ ਦਿਖਾਉਣਾ ਚਾਹੁੰਦੀ ਹਾਂ। ਬਹੁਤ ਸਾਰੇ ਲੋਕਾਂ ਨੇ ਤੁਹਾਨੂੰ ਦਿੱਲੀ ਦੇ ਵਿੱਚ ਦੇਖਿਆ ਕਿਸਾਨਾਂ ਦੇ ਲਈ, ਕਿਉਂਕਿ ਤੁਸੀਂ ਆਪ ਕਿਸਾਨ ਹੋ ਹਨਾ, ਖੇਤਾਂ ਨੂੰ ਆਪਦਿਆਂ ਨੂੰ ਇਸ ਤਰੀਕੇ ਨਾਲ ਵਰਤ ਰਹੇ ਹੋ, ਤੇ ਬਹੁਤ ਸਾਰੇ ਲੋਕਾਂ ਨੇ ਦੇਖਿਆ ਹੋਊਗਾ ਕਿ ਦਿੱਲੀ ਦੇ ਵਿੱਚ ਜਦੋਂ ਵੀ ਕਿਸਾਨ ਜਾਂਦੇ ਰਹੇ ਆ ਜਾਂ ਹੁਣ ਵੀ ਵਾਪਸ ਜਾਂਦੇ ਆ, ਤੇ ਕਈ ਵਾਰੀ ਹੋਇਆ ਕਿ ਟਰਾਲੀ ਦੇ ਉੱਤੇ ਇੱਕ ਕਿਸਾਨ ਜਿਹੜਾ ਹੈਗਾ ਉਹ ਬਲਦਾਂ ਦੀ ਜੋੜੀ ਤੇ ਨਾਲ ਸਵਾਮੀਨਾਥਨ ਰਿਪੋਰਟ ਦਾ ਜ਼ਿਕਰ, ਉਹ ਜਿਹੜੀ ਤਾਂ ਪਿੱਛੇ ਜਿਹੜੀ ਪ੍ਰਤਿਮਾ ਹੈਗੀ ਆ ਉਹ ਉਹਦੇ ਪਿਛਲੇ ਸਮੇਂ 'ਚ ਜਿਹੜੀ ਟਰਾਲੀ ਬਲਦਾਂ ਵਾਲੀ ਬਹੁਤ ਮਸ਼ਹੂਰ ਹੋਈ ਸੀ, ਉਹ ਆਪਣੀ ਸੀਗੀ ਕਲਾਕਿਰਤ ਜੀ। ਤੇ ਬਹੁਤ ਸਾਰੀ ਲੋਕਾਂ ਨੇ ਦੇਖਿਆ 26 ਦੇ ਨੇੜੇ ਤੇੜੇ, ਉਸ ਤੋਂ ਪਹਿਲਾਂ ਵੀ, ਉਸ ਤੋਂ ਬਾਅਦ ਵੀ, ਜਾਂ ਖਾਸ ਤੌਰ ਤੇ ਡਗਰੂ ਫਾਟਕਾਂ ਦੇ ਉੱਤੇ ਜਿਸ ਤਰੀਕੇ ਨਾਲ ਵਿਰੋਧ ਹੋ ਰਿਹਾ ਹੈਗਾ, ਸੈਲੋ ਤੋਂ ਇਸ ਸ਼ੁਰੂ ਕੀਤਾ ਸੀਗਾ ਵਿਰੋਧ ਜੀ। ਇਹ ਜਿਹੜੀ ਸਵਾਮੀਨਾਥਨ ਰਿਪੋਰਟ ਦਾ ਜ਼ਿਕਰ, ਇਹਦੇ ਬਾਰੇ ਵੀ ਤਾਂ ਬਹੁਤ ਸਾਰੇ ਬੱਚੇ ਪੁੱਛਦੇ ਹੋਣਗੇ, ਕਿਉਂਕਿ ਨਵੀਂ ਪੀੜ੍ਹੀ ਨੂੰ ਤਾਂ ਮੈਨੂੰ ਨਹੀਂ ਲੱਗਦਾ ਕਿ ਜ਼ਿਕਰ ਹੋਊਗਾ ਕਿ ਕਿਉਂ ਇਹ ਕਿਸਾਨ ਜਿਹੜਾ ਬਲਦ ਰਹੇ, ਤੇ ਇਹ ਇੱਕ ਕਹਿ ਸਕਦੇ ਸੂਟਡ ਬੂਟਡ ਬੰਦਾ ਕਿਉਂ ਕਿਤਾਬ ਲੈ ਕੇ ਉਹਦੇ ਪਿੱਛੇ ਜਾ ਰਿਹਾ। ਅਸਲ ਦੇ ਵਿੱਚ ਕੀ ਹੈ ਵੀ ਉਹ ਬਲਦਾਂ ਦੇ ਨਾਲ ਕਿਸਾਨ ਜਾ ਰਿਹਾ ਹਲ ਵਾਹੁੰਦਾ ਜੀ, ਪਰ ਡਾਕਟਰ ਸਵਾਮੀਨਾਥਨ ਨੂੰ ਸਹਾਰਾ ਦੇ ਰਿਹਾ, ਜਿਵੇਂ ਉਹਦੀਆਂ ਪਰੇਸ਼ਾਨੀਆਂ ਨੂੰ ਦੂਰ ਕਰਦੇ ਹੋਏ ਇੱਕ ਹੌਸਲਾ ਦੇਣਾ ਹੁੰਦਾ ਨਾ, ਤੇ ਉਹ ਹੌਸਲਾ ਦੇ ਰਿਹਾ।
NCFO ਜਿਹੜੀ ਰਿਪੋਰਟ ਹੈ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਜਿਹੜੀ ਲਾਗੂ ਨਹੀਂ ਹੋਈ ਤੇ ਕਿਸਾਨ ਚਾਹੁੰਦੇ ਵੀ ਉਹ ਲਾਗੂ ਹੋ ਜਾਣ। ਜੇ ਉਹ ਲਾਗੂ ਹੋ ਗਈ ਤਾਂ ਕਿਸਾਨਾਂ ਦੀ ਹਾਲਤ ਬਹੁਤ ਬਿਹਤਰ ਹੋ ਸਕਦੀ ਹੈ। ਉਹ ਜਿਹੜੀ ਹੈਗੀ ਆ ਉਹ ਰਿਪੋਰਟ ਡਾਕਟਰ ਸਵਾਮੀਨਾਥਨ ਦੇ ਹੱਥ ਵਿੱਚ ਆ। ਹੁਣ ਵੀ ਅਸੀਂ ਜਾ ਰਹੇ ਹਾਂ ਕਲਾਕਿਰਤ ਲੈ ਕੇ। ਉਹ ਉੱਥੋਂ ਆਉਣਾ ਪੈਂਦਾ ਸਾਨੂੰ, ਫਿਰ ਕੰਮ ਦੇਣੇ ਹੁੰਦੇ ਆ, ਕੁਝ ਖੇਤੀ ਦਾ ਕੰਮ ਹੈ ਤੇ ਸਮੇਂ-ਸਮੇਂ ਤੇ ਫਿਰ ਨਾਲ ਕਿਸਾਨ ਅੰਦੋਲਨ ਨਾਲ ਜੁੜੇ ਹੋਏ ਆ। ਕੁਝ ਆਈ ਨਹੀਂ ਲੱਗਦਾ ਵੀਰੇ ਕਿ ਖਾਸ ਤੌਰ ਤੇ ਜਿਵੇਂ ਕੁਝ ਚੀਜ਼ਾਂ ਸੋਚ ਕੇ ਇਹ ਮੈਨੂੰ ਯਾਦ ਆ ਗਿਆ, ਇੱਥੇ ਰਬਾਬ ਪਈ ਹੁੰਦੀ ਸੀਗੀ। ਹਾਂਜੀ, ਰਬਾਬ ਕਿਸ ਪਰਪਸ ਨਾਲ ਬਣਾਈ ਸੀ ਤੁਸੀਂ ਤੇ ਉਹ ਕਿੱਥੇ ਹੁਣ? ਰਬਾਬ ਜਿਹੜੀ ਸੀਗੀ ਡਾਕਟਰ ਸੁਰਜੀਤ ਪਾਤਰ ਜੀ ਨੇ ਬਣਵਾਈ ਸੀਗੀ। ਉਹ ਚੇਅਰਮੈਨ ਨੇ ਨਾ ਅੱਜ ਕੱਲ ਪੰਜਾਬ ਕਲਾ ਪ੍ਰੀਸ਼ਦ ਦੇ। ਜੀ ਜੀ ਜੀ। ਉਹ ਲਲਿਤ ਕਲਾ ਜਿਹੜਾ ਰੋਜ਼ ਗਾਰਡਨ ਦੇ ਵਿੱਚ ਆਪਣਾ ਲਲਿਤ ਕਲਾ ਅਕੈਡਮੀ ਹੈ, ਕਲਾ ਭਵਨ, ਉਹ ਕਲਾ ਭਵਨ ਦੇ ਵਿੱਚ ਲੱਗੀ ਹੋਈ ਹੈ ਤੇ ਹੁਣ ਉਹਦੇ ਨਾਲ ਦੀ ਫਿਰ ਬਣਾ ਕੇ ਰੱਖਦੇ ਆ। ਕਿੰਨੇ ਕੁ ਸਟੈਚੂ? ਔਰ ਮੈਨੂੰ ਇਹ ਜਾਣਨਾ ਵੀ ਕਿੱਥੋਂ ਤੋਂ ਲੈ ਕੇ ਕਿੱਥੋਂ ਤੱਕ ਲੱਗੇ ਆ, ਕੁਝ ਖਾਸ ਜ਼ਿਕਰ ਕਰਨਾ ਹੋਵੇ ਜਿਹੜੀਆਂ ਚੀਜ਼ਾਂ ਦਾ ਕਿ ਜਿੱਥੇ ਜਿੱਥੇ ਸਟੈਚੂ ਲੱਗੇ ਹੋਏ ਆ ਤੁਹਾਡੇ ਬਣਾਏ। ਦੇਖੋ ਔਨ ਰਿਕਾਰਡ ਹੈ ਇਹ ਗੱਲ। ਪਿੰਡ ਘੱਲਕਲਾ ਤੋਂ ਲੈ ਕੇ ਪ੍ਰਧਾਨ ਮੰਤਰੀ ਦੇ ਘਰ ਤੋਂ ਹੁੰਦੇ ਹੋਏ ਜਿਹੜਾ ਸਤਰੇਸ ਕੋਰਸਾ ਦਾ ਘਰ ਹੈ ਜੀ, ਉੱਥੋਂ ਹੁੰਦੇ ਹੋਏ ਰਾਸ਼ਟਰਪਤੀ ਭਵਨ ਜਿਹੜਾ ਹੈਗਾ ਲੰਡਨ ਦਾ ਮਿਊਜ਼ੀਅਮ ਹੈ, ਉੱਥੋਂ ਤੱਕ ਤਾਂ ਔਨ ਰਿਕਾਰਡ ਹੈ। ਕੀ ਬਾਤ ਹੈ। ਜਿਹੜੇ ਘਰਾਂ ਦੇ ਵਿੱਚ ਆ ਲੋਕਾਂ ਦੇ, ਉਹ ਹੁਣ ਮੈਨੂੰ ਜਿੰਨੀ ਕੁ ਜਾਣਕਾਰੀ ਹੈ, ਜਿਨ੍ਹਾਂ ਨੂੰ ਜਾਣਦਾ ਜਿਹੜੇ ਨਹੀਂ ਜਾਣਦਾ ਉਹਨਾਂ ਦੇ ਘਰਾਂ ਦੇ ਵਿੱਚ ਵੀ ਬਹੁਤ ਸਾਰਾ ਜਿਹੜਾ ਕਲਾਕ੍ਰਿਤਾਂ ਦਾ ਜਿਹੜਾ ਸੰਗ੍ਰਹਿ ਹੈਗਾ ਉਹ ਪਹੁੰਚਿਆ ਹੋਇਆ। ਵੀਰੇ ਪਰਿਵਾਰ ਦਾ ਕਿਵੇਂ? ਉਹ ਮੁਲਕ ਜਿੱਥੇ ਮੈਂ ਵੀ ਨਹੀਂ ਗਿਆ, ਜਿੱਥੇ ਮੇਰਾ ਭਰਾ ਵੀ ਨਹੀਂ ਗਿਆ, ਉੱਥੇ ਸਾਡੀਆਂ ਕਲਾਕ੍ਰਿਤਾਂ ਪਹੁੰਚੀਆਂ। ਬਾਈ ਸੁਰਜੀਤ ਦਾ ਬਾਰ-ਬਾਰ ਤੁਸੀਂ ਜ਼ਿਕਰ ਕਰ ਰਹੇ ਆ, ਮੈਂ ਸੋਚਦੀ ਸੀ ਵੀ ਉਹਨਾਂ ਦੇ ਨਾਲ ਸਟੂਡੀਓ 'ਚ ਮਿਲਾਂਗੇ ਤੇ ਫਿਰ ਗੱਲਾਂ ਬਾਤਾਂ ਕਰਦੇ ਆ। ਖੈਰ ਸੁਰਜੀਤ ਬਾਈ ਤਾਂ ਤੁਹਾਡੇ ਨਾਲ ਹੈਗੇ ਹੀ ਆ ਹਰ ਵਕਤ। ਹਾਂਜੀ, ਹੁਣ ਉਹ ਤਾਂ ਲੇਟ ਸੀ, ਉਹ ਕੱਦੂ ਕਰਨਾ ਖੇਤ, ਉਹ ਪਾਣੀ ਵੀ ਛੱਡਿਆ ਹੋਇਆ, ਝੋਨੇ ਦੀ ਲਵਾਈ ਵੀ ਹੋ ਰਹੀ ਹੈ ਤੇ ਉਹ ਕਿਸਾਨੀ ਵੀ ਅਸੀਂ ਆਪ ਹੀ ਕਰਦੇ, ਠੇਕੇ ਤੇ ਨਹੀਂ ਜ਼ਮੀਨ ਦਿੱਤੀ ਹੋਈ, ਅਸੀਂ ਖੁਦ ਹੀ ਕਰਦੇ ਖੇਤੀ। ਕਲਾਕਾਰ ਹੋਣਾ ਤੇ ਨਾਲ ਦੀ ਨਾਲ ਸਾਰੀਆਂ ਚੀਜ਼ਾਂ ਦੀ ਸਮਝ ਹੋਣੀ ਇਹ ਕਿੰਨੀ ਜ਼ਰੂਰੀ ਹੈ? ਕਿਉਂਕਿ ਜਿਸ ਤਰੀਕੇ ਦੇ ਨਾਲ ਤੁਸੀਂ ਪੇਸ਼ ਕਰ ਰਹੇ ਹੋ, ਕਹਿੰਦੇ ਹੁੰਦੇ ਆ ਵੀ ਜਿਹੜੇ ਲੇਖਕ ਹੁੰਦੇ ਆ ਜਾਂ ਗਾਇਕ ਹੋ ਗਏ ਜਾਂ ਕਿਸੇ ਵੀ ਤਰੀਕੇ ਦਾ ਕਲਾਕਾਰ ਹੋ ਗਿਆ, ਉਹ ਸਮਾਜ ਨੂੰ ਸੇਧ ਦਿੰਦੇ ਆ। ਔਰ ਅੱਜ ਕੱਲ ਕਿਵੇਂ ਦੀ ਸੇਧ ਮਿਲ ਰਹੀ ਆ ਇਹਦੇ ਤੋਂ ਕੋਈ ਵੀ ਅਣਜਾਣ ਨਹੀਂ ਹੈਗਾ। ਜਿਸ ਤਰੀਕੇ ਨਾਲ ਤੁਸੀਂ ਇੱਕ ਸੋਚੇ ਸਮਝੇ ਤਰੀਕੇ ਨਾਲ, ਮੈਂ ਪਹਿਲਾਂ ਜ਼ਿਕਰ ਕਰਕੇ ਹਟੀ ਹਾਂ ਵੀ ਪਾਰਕ ਦੇ ਵਿੱਚ ਵੜਦਿਆਂ ਸਾਰ ਪੰਜਾਬੀ ਗਾਣਿਆਂ ਵਾਂਗੂ ਕਦੇ ਆਈ ਨਹੀਂ ਮਹਿਸੂਸ ਹੁੰਦਾ ਵੀ ਆਹ ਚੀਜ਼ ਨਹੀਂ ਸੀ ਹੋਣੀ ਚਾਹੀਦੀ ਜਾਂ ਆਹ ਕਿਉਂ ਬਣਾ ਦਿੱਤੀ। ਮਤਲਬ ਹਰ ਚੀਜ਼ ਜਾਣਕਾਰੀ ਆ, ਬੱਚੇ ਸਵਾਲ ਕਰਨ, ਇਦਾਂ ਦਾ ਕੋਈ ਨਾ ਕੋਈ ਤੁਸੀਂ ਇੱਕ ਕਲੂ ਛੱਡਿਆ ਹੋਇਆ। ਕਲਾਕਾਰ ਹੋਣ ਦੇ ਨਾਲ ਸਮਝਦਾਰ ਹੋਣਾ ਕਿੰਨਾ ਜ਼ਰੂਰੀ ਹੈ, ਕਿ ਉਹਨੂੰ ਇਹ ਕਿੰਨਾ ਅਹਿਸਾਸ ਹੋਣਾ ਜ਼ਰੂਰੀ ਹੈ ਕਿ ਮੈਂ ਮਾਰਗਦਰਸ਼ਕ ਹਾਂ, ਹੁਣ ਕੋਈ ਆਮ ਬੰਦਾ ਨਹੀਂ ਆ। ਕਿਉਂਕਿ ਸਵੇਰ ਜਦੋਂ ਆਪਾਂ ਗੁਰੂ ਮਹਾਰਾਜ ਦੇ ਦਰਸ਼ਨ ਕਰਦੇ ਨਾ ਤੇ ਫਿਰ ਸੋਚ ਸ਼ੁੱਧ ਹੁੰਦੀ ਹੈ, ਵਿਚਾਰ ਸ਼ੁੱਧ ਹੁੰਦੇ ਆ ਤੇ ਬਾਕੀ ਗੁਰੂਆਂ ਪੀਰਾਂ ਦੀ ਧਰਤੀ ਹੈ, ਇੱਥੇ ਉਹੀ ਚੀਜ਼ ਚੱਲੂ ਜਿਹੜੀ ਮਰਿਆਦਾ ਦੇ ਵਿੱਚ ਰਹੂਗੀ। ਜਿਹੜੀ ਜਿਹੜੀ ਸਮਾਜ ਨੂੰ ਸੇਧ ਦੇਣ ਵਾਲੀ ਹੈ ਉਹ ਤਾਂ ਰਹੂ ਚੀਜ਼, ਜਿਹੜੀ ਸਮਾਜ ਨੂੰ ਸਹੀ ਸੇਧ ਨਹੀਂ ਦਿੰਦੀ ਉਹ ਇੱਥੋਂ ਰੁਖਸਤ ਹੋ ਜਾਂਦੀ ਹੈ, ਅਲੋਪ ਹੋ ਜਾਂਦੀ ਹੈ। ਤੇ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ, ਇਹ ਆਪਣੇ ਆਪ ਹੀ ਸਾਰਾ ਹੋਈ ਜਾ ਰਿਹਾ। ਜਿਵੇਂ ਸਾਨੂੰ ਜਿਹੜਾ ਆਰਟ ਦਿੱਤਾ ਮਹਾਰਾਜ ਨੇ, ਕੋਈ ਚੰਗਾ ਵਿਦਵਾਨ ਉਹ ਕਿਤਾਬ ਲਿਖ ਰਿਹਾ ਹੈ, ਚੰਗੇ ਸਾਹਿਤ ਦੀ ਰਚਨਾ ਹੋ ਰਹੀ ਹੈ, ਹਨਾ, ਕੋਈ ਉੱਚਾ ਜਿਹੜਾ ਹੈਗਾ ਕੋਈ ਵੱਡੀ ਬਿਲਡਿੰਗ ਖੜੀ ਕਰ ਰਿਹਾ, ਇੰਜੀਨੀਅਰ, ਆਰਕੀਟੈਕਟ, ਤੇ ਇਸੇ ਤਰ੍ਹਾਂ ਹਰੇਕ ਬੰਦੇ ਦਾ ਆਪਣਾ ਆਪਣਾ ਖੇਤਰ ਹੈ ਤੇ ਕੁਦਰਤ ਆਪ ਪੈਦਾ ਕਰਦੀ ਹੈ, ਪਰਮਾਤਮਾ ਆਪ ਪੈਦਾ ਕਰਦਾ ਹੈ। ਅਸੀਂ ਸਟੂਡੀਓ ਵੱਲ ਨੂੰ ਜਾਂਦੇ ਆ ਤੇ ਇੱਕ ਹੋਰ ਮੇਰੇ ਮਨ 'ਚ ਗੌਰੀ ਲੰਕੇਸ਼ ਦਾ ਵੀ ਤੁਹਾਨੂੰ ਮੈਂ ਦੱਸ ਦਿਆਂ। ਬਿਲਕੁਲ ਬਿਲਕੁਲ, ਗੱਲ ਦੇ ਵਿੱਚ ਪਿਸਤੌਲ ਜੀ। ਸੈਲੂਟ ਟੂ ਬਰੇਵ ਲੇਡੀ ਜਰਨਲਿਸਟ ਗੌਰੀ ਲੰਕੇਸ਼। ਮੈਸੇਜ ਇਹ ਹੈ ਵੀ ਜਿਹੜੀ ਹੈਗੀ ਆ ਗੋਲੀ ਵੀ ਆਵਾਜ਼ ਨੂੰ ਜਿਹੜੀ ਦਬਾ ਨਹੀਂ ਸਕਦੀ। ਉਹ ਮੋਮਬੱਤੀ ਜਗਦੀ ਨਾ ਲੋ ਕਰ ਰਹੀ ਆ ਅੱਜ ਕੱਲ, ਉਹਦਾ ਜਿਹੜਾ ਹੈ ਪ੍ਰਕਾਸ਼, ਜਿਹੜਾ ਬਲੀਦਾਨ ਦਾ ਪ੍ਰਕਾਸ਼ ਅੱਜ ਵੀ ਨਜ਼ਰ ਆ ਰਿਹਾ। ਪਿਸਤੌਲ ਟੇਢਾ ਹੋਇਆ ਵਿਖਾਇਆ ਵੀ ਗੋਲੀ ਵੀ ਉਹਦੀ ਸੋਚ ਨੂੰ ਮਾਰ ਨਹੀਂ ਸਕੀ, ਉਹਦੀ ਸੋਚ, ਸੱਚ ਬੋਲਣ ਵਾਲਿਆਂ ਨੂੰ ਮਾਰਿਆ ਜਾ ਸਕਦਾ ਪਰ ਉਹਦੀ ਸੋਚ, ਸੁਨੇਹਾ ਜਿਹੜਾ ਉਹਦਾ ਜਿਹੜਾ ਅੱਜ ਵੀ ਸਾਨੂੰ ਰੋਸ਼ਨ ਜਿਹੜਾ ਕਰ ਰਿਹਾ ਉਹਦੇ ਵਿਚਾਰਾਂ ਨੂੰ। ਤੁਹਾਡੇ ਸਟੂਡੀਓ ਵੱਲ ਨੂੰ ਜਾਂਦੇ ਜਾਂਦੇ ਇੱਕ ਸਾਹਮਣੇ ਪੰਜਾ ਸਾਹਿਬ ਦੇ ਦਰਸ਼ਨ ਹੁੰਦੇ ਆ, ਔਰ ਇਤਿਹਾਸ ਜਿਹੜਾ ਇਹ ਕਾਫੀ ਪਹਿਲਾਂ ਉਚਾਈ ਤੇ ਸੀ, ਹੁਣ ਭਰਤੀ ਪੈਣ ਕਰਕੇ ਹੁਣ ਉੱਚਾ ਕਰਨਾ ਪੈਣਾ। ਕਾਫੀ ਮੈਮੋਰੀਅਲ ਪੁਰਾਣਾ ਬਣਿਆ ਹੋਇਆ ਜੀ। ਪੰਜਾ ਸਾਹਿਬ ਜਿਹੜਾ ਹਸਨ ਅਬਦਾਲ ਆ, ਸ਼ਹੀਦੀ ਸਾਕਾ 1922 ਚ ਹੋਇਆ ਸੀਗਾ ਜੀ, ਤੇ ਸ਼ਹੀਦ ਭਾਈ ਕਰਮ ਸਿੰਘ ਤੇ ਭਾਈ ਪ੍ਰਤਾਪ ਸਿੰਘ ਜੀ ਜਿਹੜੇ ਉਹਨਾਂ ਨੇ ਟ੍ਰੇਨ ਦੇ ਹੇਠਾਂ ਆਪ ਆਪਣਾ ਬਲੀਦਾਨ ਦਿੱਤਾ ਤੇ ਉਹ ਜਿਹੜੇ ਕੈਦੀ ਲਿਜਾਏ ਜਾ ਰਹੇ ਸੀ ਟ੍ਰੇਨ 'ਚ, ਉਹ ਭੁੱਖੇ ਸੀਗੇ, ਉਹਨਾਂ ਨੂੰ ਲੰਗਰ ਛਕਾਉਣ ਦੀ ਖਾਤਰ ਉਹਨਾਂ ਨੇ ਕੁਰਬਾਨੀ ਦਿੱਤੀ ਸੀਗੀ। ਤੇ ਇਹ ਜਿਹੜਾ ਹੈਗਾ 30 ਅਕਤੂਬਰ 1922 ਈਸਵੀ ਨੂੰ ਜਿਹੜਾ ਹੈਗਾ ਗੁਰੂ ਕੇ ਬਾਗ ਵਾਲੇ ਮੋਰਚੇ ਦੇ ਬੰਦੀ ਬਣਾਏ ਸਿੰਘਾਂ ਨੂੰ ਜਿਹੜਾ ਲੈ ਕੇ ਚੱਲੀ ਸੀ ਰੇਲ ਗੱਡੀ, ਅਟਕ ਜੇਲ੍ਹ ਵਿੱਚ ਬੰਦ ਕਰਨ ਵਾਸਤੇ, ਉਹਨਾਂ ਦੀ ਯਾਦ ਦੇ ਵਿੱਚ
ਤੇ ਨੌਜਵਾਨ ਪੀੜ੍ਹੀ ਨੂੰ ਵੀ ਪਤਾ ਲੱਗਣਾ ਚਾਹੀਦਾ ਨਾ ਵੀ ਸਾਡੀ ਵਿਰਾਸਤ ਕਿੰਨੀ ਅਮੀਰ ਹੈ। ਇਸ ਕਰਕੇ ਪੰਜਾ ਸਾਹਿਬ ਬਾਰੇ ਲੋਕ ਜਾਣਕਾਰੀ ਥੋੜੀ ਘੱਟ ਰੱਖਦੇ ਸੀ, ਇਹ ਤਾਂ ਬਣਾਇਆ ਗਿਆ ਜੀ। ਤੇ ਇਹ ਵੀਰੇ ਇੱਕ ਹੋਰ ਜਿਹੜੇ ਸਰਦਾਰ ਅਵਤਾਰ ਸਿੰਘ ਚੀਮਾ, ਇਹ ਮਾਊਂਟ ਐਵਰੈਸਟ ਸਰ ਕਰਨ ਵਾਲੇ ਫਸਟ ਇੰਡੀਅਨ ਆ। ਇਹਨਾਂ ਦਾ ਜੇ ਲਗਾਉਣਾ ਹੈ ਪੈਡੈਸਟਲ ਬਣ ਰਿਹਾ। ਅੱਛਾ। ਤੇ ਇਹਨਾਂ ਨੇ ਉਸ ਟਾਈਮ ਜਿਹੜਾ ਭਾਰਤ ਦਾ ਨਾਮ ਉੱਚਾ ਕੀਤਾ ਸੀਗਾ। ਪਹਿਲੇ ਇੰਡੀਅਨ ਸੀਗੇ ਇਹ ਜਿਹੜੇ ਮਾਊਂਟ ਐਵਰੈਸਟ ਸਰ ਕੀਤੀ ਉਸ ਟੋਲੀ ਦੇ ਵਿੱਚ। ਇਹ ਬਹੁਤ ਸਾਰੀਆਂ ਜਿਹੜੀਆਂ ਹਜੇ ਰੌ ਕਹਿ ਸਕਦੇ ਹਾਂ ਕਿ ਕੰਮ ਪਿਆ ਹੋਇਆ। ਇਹ ਗੁੰਬਦ ਕਾਫੀ ਸਾਰੇ ਪਏ ਹੋਏ ਆ। ਕੋਈ ਆਰਡਰ ਆਇਆ ਹੋਇਆ ਕੋਈ? ਜੀ ਜੀ, ਇਹ ਮਹਾਤਮਾ ਬੋਧੀ ਜਿਹੜੀ ਬਣ ਰਹੀ ਆ ਇੱਕ ਰੌ। ਹਾਂਜੀ ਹਾਂਜੀ ਹਾਂਜੀ, ਉਹ ਤਿਆਰ ਹੋ ਰਿਹਾ। ਕੁਝ ਮਾਡਰਨ ਆਰਟ ਦੇ ਡਿਜ਼ਾਈਨ ਆ, ਉਹ ਤਾਂ ਚੱਲਦਾ ਰਹਿੰਦਾ। ਜਿਵੇਂ ਉਹ ਤੁਸੀਂ ਦੇਖ ਰਹੇ ਹੋ ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ ਜੀ। ਇਹ ਬਹੁਤ ਸਾਲ ਪਹਿਲਾਂ ਦੀ ਮੇਰੇ ਖਿਆਲ ਤੁਸੀਂ ਬਣਾਈ ਹੋਈ ਹੈ ਤੇ ਉਹ ਚਲੀਆਂ ਗਈਆਂ ਇਹਨਾਂ ਨਾਲ ਸੰਬੰਧਿਤ ਕੋਈ ਪ੍ਰੋਗਰਾਮ ਵੀ ਸ਼ਾਇਦ ਤੁਸੀਂ? ਹਾਂਜੀ, 11ਵਾਂ ਸਟੈਚੂ ਹੈ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ। ਕੀ ਬਾਤ ਹੈ। ਹਾਂਜੀ, 11 ਸਟੈਚੂ 10 ਚਲੇ ਗਏ, ਇਹ 11ਵਾਂ ਸਟੈਚੂ ਹੈ। ਸਟੂਡੀਓ ਵੀਰੇ ਤੁਹਾਡਾ ਦੇਖਣਾ ਚਾਹੁੰਦੇ ਆ ਅਸੀਂ, ਜਿੱਥੇ ਤੁਸੀਂ ਕੰਮ ਕਰਦੇ ਆ। ਤੇ ਉਹੀ ਗੱਲ ਆਉਂਦੀ ਆ ਕਿ ਏਸੀ ਵਾਲੇ ਤੇ ਵੱਡੇ ਵੱਡੇ ਜਿਹੜੇ ਲੋਕ ਲੱਭਦੇ ਹੁੰਦੇ ਆ, ਤੇ ਇਹ ਜਿੱਥੇ ਤੁਹਾਡਾ ਮਨ ਲੱਗਦਾ, ਜਿੱਥੇ ਤੁਸੀਂ ਜ਼ਿਆਦਾ ਸਮਾਂ ਸਪੈਂਡ ਕਰਦੇ ਆ। ਇੱਕ ਤੁਹਾਨੂੰ ਮੈਂ ਹੋਰ ਇੱਕ ਚੀਜ਼ ਦਿਖਾਉਣਾ ਚਾਹੁੰਦਾ ਜੀ। ਅਸੀਂ ਉਧਰ ਸ਼ਾਇਦ ਤੁਸੀਂ ਸਟੈਚੂ ਕੁਝ, ਅਸੀਂ ਪਹਿਲਾਂ ਸਟੂਡੀਓ ਦੇਖ ਲਈਏ, ਉਸ ਤੋਂ ਬਾਅਦ ਉਧਰ ਨੂੰ ਜਾਂਦੇ ਆ। ਜੀ, ਸਟੂਡੀਓ ਇਸ ਤਰ੍ਹਾਂ ਹੈ। ਆਮ ਕਰਕੇ ਕੀ ਹੁੰਦਾ ਹੈ ਬਈ, ਜਿਵੇਂ ਤੁਸੀਂ ਵੇਖਦੇ ਹੋ ਸਟੂਡੀਓ ਬਹੁਤ ਸੱਜ ਧੱਜ ਵਾਲੇ, ਇੱਥੇ ਉਹ ਨਹੀਂ ਕਰਨ ਦੀ ਲੋੜ। ਅਸੀਂ ਬਿਲਕੁਲ ਜਿਵੇਂ ਖੇਤਾਂ 'ਚ ਆਪਾਂ ਕੰਮ ਕਰਦੇ, ਅਸੀਂ ਉਸੇ ਤਰ੍ਹਾਂ ਕੰਮ ਕਰਦੇ ਹਾਂ। ਤੁਹਾਡਾ ਦਿਲ ਲੱਗਦਾ ਇੱਥੇ? ਹਾਂਜੀ ਹਾਂਜੀ। ਇਹ ਜਿਹੜਾ ਵੀ ਕੁਝ ਜਿਵੇਂ ਮਿੱਟੀ ਆ ਕੁਝ, ਇਹ ਸਟੈਚੂ ਤੁਹਾਨੂੰ ਇਧਰ ਵੀ ਵਿਖਾ ਦਿਆਂ ਜੀ। ਇਹਦਾ ਥੋੜਾ ਕੈਮਰਾ ਘੁਮਾਉਂਗੇ, ਆਜੋ। ਆ ਮਿੱਟੀ ਹੈ। ਆਮ ਮਿੱਟੀ ਹੈ। ਇਹ ਜ਼ਰੂਰੀ ਨਹੀਂ ਮਿੱਟੀ ਹੋਵੇ, ਜ਼ਰੂਰੀ ਨਹੀਂ ਉਹ ਕਾਗਜ਼ ਹੀ ਹੋਣ। ਕਾਗਜ਼ਾਂ ਦਾ ਵੀ ਸਟੈਚੂ ਬਣ ਜਾਂਦਾ ਹੈ। ਜ਼ਰੂਰੀ ਨਹੀਂ ਪਰਾਲੀ ਜਿਹੜੀ ਹੈਗੀ ਆ ਵੀ ਉਹਨੂੰ ਅਸੀਂ ਸਮਝੀਏ ਵੀ ਤਾਂ ਬੜਾ ਕੱਚਾ ਜਿਹਾ ਮਟੀਰੀਅਲ, ਉਹਦੇ ਨਾਲ ਵੀ ਸਟੈਚੂ ਬਣ ਜਾਂਦਾ। ਪਰ ਜਿਹੜਾ ਤੁਸੀਂ ਫਾਈਬਰ ਦਾ ਕਹਿੰਦੇ ਸੀਗੇ, ਉਹ ਫਿਰ ਕਿਵੇਂ? ਉਹ ਪਹਿਲਾਂ ਕਲੇ ਨਾਲ ਤਿਆਰ ਕਰਕੇ ਉਸ ਤੋਂ ਬਾਅਦ ਉਹਦਾ ਮੋਲਡ ਤਿਆਰ ਹੋ ਜਾਂਦਾ ਪਲਾਸਟਰ ਪੈਰਿਸ ਨਾਲ, ਫਿਰ ਉਹਨੂੰ ਫਾਈਬਰ ਗਲਾਸ ਦੇ ਵਿੱਚ ਕਨਵਰਟ ਕਰ ਦਿੰਦੇ ਆ। ਤੇ ਉਹਦੇ ਲਈ ਕੋਈ ਖਾਸ ਵਿਧੀ ਹੁੰਦੀ ਹੋਊਗੀ ਵੀ ਜਦੋਂ ਜਿੰਨੀ ਦੇਰ ਤੁਸੀਂ ਉਹ ਸਮਾਨ ਜਿਹੜਾ ਵੀ ਤੁਸੀਂ ਬਣਾਉਂਦੇ ਆ ਉਹ ਇੱਕੋਦਮ ਫਿਨਿਸ਼ ਕਰਨਾ ਪੈਂਦਾ, ਜਾਂ ਕੋਈ ਖਾਸ ਵਿਧੀ ਉਹਦੇ ਨਾਲ? ਹਾਂ, ਵਿਧੀ ਤਾਂ ਹਰ ਇੱਕ ਚੀਜ਼ ਦੀ ਹੁੰਦੀ ਆ, ਪਰ ਹੁਣ ਹੱਥ ਲੱਗਾ। ਹੁਣ ਜ਼ਿਆਦਾ ਮਿਹਨਤ ਕਿਸ ਚੀਜ਼ ਤੇ ਹੁੰਦੀ ਹੈ ਵੀਰੇ? ਸਾਨੂੰ ਤਾਂ ਇਸ ਤਰ੍ਹਾਂ ਲੱਗਦਾ ਵੀ ਬੜਾ ਹੀ ਕੰਮ ਸੌਖਾ। ਮਿਹਨਤ ਦਾ ਤਾਂ ਚਲੋ ਹੁਣ ਆਦਤ ਜਿਹੜੀ ਕੰਮ ਬਣ ਜੇ ਨਾ, ਜਿਵੇਂ ਮੈਂ ਇੱਕ ਬੱਸ ਡਰਾਈਵਰ ਸਟੀਅਰਿੰਗ ਤੇ ਬੈਠਾ, ਉਹ ਬੱਸ ਵੀ ਚਲਾਈ ਜਾਂਦਾ, ਉਹ ਆਸੇ ਪਾਸੇ ਉਹ ਗੱਲਾਂ ਬਾਤਾਂ ਵੀ ਕਰੀ ਜਾਂਦਾ ਹੈ ਨਾ। ਉਹਦੇ ਵਾਸਤੇ ਉਹ ਪਹਿਲਾਂ ਹੋ ਸਕਦਾ ਉਹਨੂੰ ਔਖਾ ਲੱਗਾ ਹੋਵੇ ਜਦੋਂ ਉਹਨੇ ਸਟਾਰਟ ਕੀਤੀ ਆਪਣੀ ਡਿਊਟੀ, ਪਰ ਬਾਅਦ ਦੇ ਵਿੱਚ ਤਾਂ ਉਹਦੇ ਵਾਸਤੇ ਇੱਕ ਆਮ ਗੱਲ ਆ। ਸਾਡੇ ਵਾਸਤੇ ਹੁਣ ਇਹ ਆਮ ਗੱਲ ਹੈ। ਕਹਿੰਦੇ ਵੀ ਜਿਹੜੇ ਕਲਾਕਾਰ ਹੁੰਦੇ ਆ, ਜਿਹੜੇ ਸੱਚੇ ਕਲਾਕਾਰ ਹੁੰਦੇ ਆ ਹਨਾ, ਉਹ ਮੋਸਟਲੀ ਗਰੀਬ ਹੀ ਹੁੰਦੇ ਆ। ਉਹਨਾਂ ਦੇ ਕੋਲੇ ਪੈਸਾ ਪੂਸਾ ਹੁੰਦਾ ਨਹੀਂ, ਤੇ ਘਰਦਿਆਂ ਦਾ ਸਹਿਯੋਗ ਫਿਰ ਐਸਾ ਤੈਸੇ ਮਿਲਦਾ ਹੁੰਦਾ। ਤੇ ਮਹਾਰਾਜ ਦੀ ਕਿਰਪਾ ਰਹੀ, ਤੇ ਇਸ ਗੱਲੋਂ ਤੋਂ ਖੁਸ਼ਕਿਸਮਤ ਅਸੀਂ ਆਪਣੇ ਆਪ ਨੂੰ ਮੰਨਦੇ ਹਾਂ। ਦਾਤੇ ਦੀ ਮਿਹਰ ਹੈ, ਸ਼ੁਕਰਾਨਾ ਕਰਦੇ ਹਾਂ। ਤੇ ਜ਼ਰੂਰ ਉੱਠੇ ਤਾਂ ਆਮ ਥੱਲੇ ਹੋਈ ਆ, ਸਟਾਰਟ ਕੀਤਾ, ਪਰ ਵਿਚਾਰਿਆਂ ਵਾਲੀ ਗੱਲ ਤਾਂ ਕੋਈ ਨਹੀਂ। ਕਲਾਕਾਰਾਂ ਦੇ ਨਾਲ ਕਹਿੰਦੇ ਨਾ ਵੀ ਉਹ ਘਰੇ ਹੀ ਪਹਿਲਾਂ ਤਾਂ ਸ਼ੁਰੂ ਹੋ ਜਾਂਦਾ ਹੁੰਦਾ ਵੀ 24 ਘੰਟੇ। ਸਾਡਾ ਪਰਿਵਾਰ ਬਹੁਤ ਸਹਿਯੋਗ ਦਿੰਦਾ, ਇੱਕ ਫੌਜੀ ਪਲਟਨ ਦੀ ਤਰ੍ਹਾਂ ਏਕ ਹੈ ਸਾਰੇ ਪਰਿਵਾਰ ਦੇ ਵਿੱਚ, ਤੇ ਸਾਰੇ ਨਾਲ ਹੀ ਬਣੀ ਆ। ਹਰ ਇੱਕ ਥਾਂ ਮੇਲ ਮਿਲਾਪ, ਆਪਦਾ ਪੂਰਾ ਪੰਜਾਬੀ ਭਾਈਚਾਰਾ ਹਨਾ, ਜਿੱਥੇ ਵੀ ਜਾਈਏ ਸਾਰੇ ਮਾਣ-ਤਾਣ ਕਰਦੇ ਆ। ਖੁਸ਼ ਆ ਜ਼ਿੰਦਗੀ ਤੋਂ ਪੂਰੀ ਤਰ੍ਹਾਂ। ਤੁਹਾਡੇ ਪਿੱਛੇ ਇੱਕ ਹੋਰ ਉਸਤਾਦ ਅਮਨ ਜੀ ਜੀ, ਇਹਨਾਂ ਦੀ ਉਹ ਜਿਹੜੀ ਤੁਸੀਂ ਸ਼ਾਇਰੀ ਤਾਂ ਸੁਣੀ ਹੋਣੀ ਆ। ਜਦੋਂ ਪਾਕਿਸਤਾਨ ਬਣ ਗਿਆ ਤੇ ਨਹਿਰੂ ਜੀ ਉੱਥੇ ਬੈਠੇ ਸੀ ਲਾਲ ਕਿਲੇ 'ਚ, ਕਵੀ ਦਰਬਾਰ ਹੋ ਰਿਹਾ ਸੀ, ਇਹਨਾਂ ਨੂੰ ਬੁਲਾਇਆ ਹੋਇਆ ਸੀਗਾ ਕਿਉਂਕਿ ਸਾਂਝੇ ਪੰਜਾਬ ਦੇ ਸ਼ਾਇਰ ਸੀਗੇ। ਤੇ ਇਹਨਾਂ ਨੇ ਕਹਿੰਦੇ ਬੁੱਕਲ ਜੀ ਮਾਰੀ ਹੋਈ ਸੀ ਆਪਣੇ ਕੰਬਲ ਦੀ, ਤੇ ਜਦੋਂ ਉੱਠ ਕੇ ਗਏ ਨਾ ਤੇ ਉਹਨਾਂ ਨੇ ਬੋਲਿਆ, ਇਹਨਾਂ ਆਜ਼ਾਦੀਆਂ ਹੱਥੋਂ ਬਰਬਾਦ ਯਾਰੋ ਹੋਏ ਤੁਸੀਂ ਵੀ, ਉਹ ਹੋਏ ਅਸੀਂ ਵੀ ਆ। ਲਾਲੀ ਅੱਖੀਆਂ ਦੀ ਭਈ ਦੱਸਦੀ ਏ, ਰੋਏ ਅਸੀਂ ਵੀ ਆ ਤੇ ਰੋਏ ਤੁਸੀਂ ਵੀ ਆ। ਤੇ ਇਹਨਾਂ ਦੇ ਦੱਸਦੇ ਆ ਵੀ ਵੇਖਣ ਵਾਲੇ ਵੀ ਜਿਹੜੇ ਆਪਣੇ ਪ੍ਰਧਾਨ ਮੰਤਰੀ ਜੀ ਸੀਗੇ ਜਵਾਹਰ ਲਾਲ ਨਹਿਰੂ ਜੀ, ਉਹਨਾਂ ਨੇ ਉੱਠ ਕੇ ਜਾ ਕੇ ਗਲਵਕੜੀ ਪਾ ਲਈ ਤੇ 100 ਰੁਪਈਆ ਇਹਨਾਂ ਨੂੰ ਦਿੱਤਾ। ਉਦੋਂ 100 ਰੁਪਈਆ ਬਹੁਤ ਸੀ 1948 ਚ ਨਾ। ਤੇ ਇਹ ਬਹੁਤ ਵੱਡੀ ਸੋਚ ਦੇ ਮਾਲਕ ਸੀਗੇ ਲੋਕ। 1984 ਚ ਇਹਨਾਂ ਦੀ ਮੌਤ ਹੋਈ ਪਾਕਿਸਤਾਨ ਚ, ਉਸਤਾਦ ਅਮਨ ਦੀ। ਤੇ ਇਹਨਾਂ ਦੀਆਂ ਫਿਰ ਉਸ ਟਾਈਮ ਸ਼ਖਸੀਅਤਾਂ ਵੀ ਉਹ ਸੀ ਜਿਹੜੀਆਂ ਉਦਘਾਟਨ ਕਰਨ ਵਾਲੀਆਂ। ਸਰਦਾਰ ਜਗਦੇਵ ਸਿੰਘ ਜੱਸੋਵਾਲ ਸੀਗੇ, ਡਾਕਟਰ ਜਸਵੰਤ ਕੰਵਲ, ਸੁਰਜੀਤ ਪਾਤਰ ਜੀ, ਡਾਕਟਰ ਦਰਸ਼ਨ ਬੜੀ ਜੀ। ਹੁਣ ਸੁਰਜੀਤ ਪਾਤਰ ਜੀ ਨੇ ਆਪਣੇ ਕੋਲ। ਬਾਕੀ ਤਿੰਨੋਂ ਸ਼ਖਸੀਅਤਾਂ ਜਿਹੜੀਆਂ ਉਹ ਸਮੇਂ-ਸਮੇਂ ਸੰਸਾਰ ਤੋਂ ਚਲੀਆਂ ਗਈਆਂ। ਜਗਦੇਵ ਸਿੰਘ ਜੱਸੋਵਾਲ ਜੀ ਚਲੇ ਗਏ, ਤੇ
ਸਰ ਡਾਕਟਰ ਜਸਵੰਤ ਸਿੰਘ ਕਮਲ ਜੀ ਚਲੇ ਗਏ, ਡਾਕਟਰ ਦਰਸ਼ਨ ਬੜੀ ਜੀ ਵੀ ਚਲੇ ਗਏ। ਇਧਰ ਦੀ ਵੀ ਕੁਝ ਜਿਹੜੀਆਂ ਹੈਗੀਆਂ ਤਸਵੀਰਾਂ, ਸਟੈਚੂ, ਖੈਰ ਅਸੀਂ ਜਿਹੜਾ ਆਲਮੋਸਟ ਡਨ ਕਰ ਲਿਆ ਹੋਇਆ। ਕੁਝ ਇੱਕ ਦੋ ਸਵਾਲ ਜਿਹੜੇ ਹੈਗੇ ਆ ਮਨ 'ਚ ਵੀਰੇ ਕਿ ਬਹੁਤ ਸਾਰੇ ਤੁਹਾਨੂੰ ਆਰਡਰ ਵੀ ਆਉਂਦੇ ਆ ਔਰ ਬਹੁਤ ਚੀਜ਼ਾਂ ਜਿਹੜੀਆਂ ਇਦਾਂ ਦੀਆਂ ਹੁੰਦੀਆਂ ਰਹਿੰਦੀਆਂ, ਲੋਕਾਂ ਦੇ ਵੱਲੋਂ ਕਿਸ ਤਰੀਕੇ ਨਾਲ ਪਿਆਰਿਆ ਜਾਂਦਾ, ਕਿੰਨੇ ਕੁ ਲੋਕ ਆ, ਕਿੰਨੀਆਂ ਕੁ ਸ਼ਖਸੀਅਤ ਆ, ਜਿਵੇਂ ਤੁਸੀਂ ਪਹਿਲਾਂ ਦੱਸਿਆ ਸੀ ਪ੍ਰਕਾਸ਼ ਸਿੰਘ ਬਾਦਲ ਤੱਕ ਜਿਹੜੇ ਲੋਕ ਆ ਚੁੱਕੇ ਹੋਏ ਆ, ਪਰ ਫਿਰ ਵੀ ਕੁਝ ਸ਼ਖਸੀਅਤਾਂ ਜਿਹੜੀਆਂ ਖਾਸ ਲੱਗਦੀਆਂ ਹੋਣੀਆਂ ਤੁਹਾਨੂੰ ਕੁਝ? ਹਾਂ, ਕਿਰਪਾ ਪਰਮਾਤਮਾ ਦੀ, ਉਂਗਲਾਂ ਤੇ ਗਿਣੇ ਜਾ ਸਕਦੇ ਜਿੰਨੇ ਵੀ ਮੁੱਖ ਮੰਤਰੀ ਜਿਹੜੇ ਹੈਗੇ ਆ ਮੇਰੀ ਸੁਰਤ ਦੇ ਵਿੱਚ ਜੀ ਹਨਾ ਬਣੇ, ਤੇ ਉਹ ਮੁੱਖ ਮੰਤਰੀ ਨੇ ਮੈਨੂੰ ਸਨਮਾਨਿਤ ਕੀਤਾ ਇਹਨਾਂ ਸਾਰਿਆਂ ਨੇ ਵੀ ਜੀ, ਜਿੰਨੇ ਹੁਣ ਤੱਕ ਨੇ। ਹਾਂ, ਅੱਛਾ, ਫਿਰ ਕੰਮ ਦੇ ਵਿੱਚ ਅਸੀਂ ਇੰਨੇ ਬਿਜੀ ਆ, ਬਹੁਤ ਜ਼ਿਆਦਾ ਰੁਝੇਵੇਂ ਆ ਵੀ ਉਹ ਚੋਂ ਅਸੀਂ ਪਾਰਕ ਵਾਸਤੇ ਸਮਾਂ ਜਿਹੜਾ ਸਪੈਸ਼ਲ ਕੱਢਦੇ ਆ, ਕਿਉਂਕਿ ਲੋਕ ਕੰਮ ਕਰਾਉਣਾ ਚਾਹੁੰਦੇ ਆ, ਪਰ ਜਿੰਨਾ ਵੀ ਕਰ ਸਕਦੇ ਆ ਅਸੀਂ ਕਰਦੇ ਆ। ਫਿਰ ਵੀ ਕੰਮ ਉੱਪਰ ਚੜਿਆ ਰਹਿੰਦਾ, ਕਿਉਂਕਿ ਲੋਕ ਕੁਆਲਿਟੀ ਭਾਲਦੇ ਆ। ਪਰਮਾਤਮਾ ਦੀ ਕਿਰਪਾ ਹੈ, ਲੋਕ ਸੰਤੁਸ਼ਟ ਨੇ, ਕਹਿੰਦੇ ਕੁਆਲਿਟੀ ਸਾਨੂੰ ਮਿਲ ਰਹੀ, ਸਾਨੂੰ ਤਾਂ ਪਤਾ ਨਹੀਂ ਅਸੀਂ ਤਾਂ ਕੰਮ ਕਰ ਰਹੇ ਆ। ਕੋਸ਼ਿਸ਼ ਆ ਸਾਡੀ ਇਹ ਵੀ ਇਹਨੂੰ ਲਗਨ ਨਾਲ, ਸੱਚੇ ਸੁੱਚੇ ਤਰੀਕੇ ਨਾਲ ਕਲਾ ਨੂੰ ਕਲਾ ਸਮਝੀਏ। ਸੁਪਨਾ ਕੀ ਹੈ ਵੀਰੇ ਹੁਣ ਇਸ ਪਾਰਕ ਨੂੰ ਲੈ ਕੇ? ਸੁਪਨਾ ਤਾਂ ਇਹੀ ਹੈ ਵੀ ਅਸੀਂ ਆਪਣੇ ਦੇਸ਼ ਭਗਤਾਂ ਦੀਆਂ ਜਿਹੜੀਆਂ ਬਹੁਤ ਸਾਲ ਪਹਿਲਾਂ ਮੈਨੂੰ ਯਾਦ ਆ, ਸ਼ਾਇਦ 2009-10 ਦੀ ਗੱਲ ਸੀ, ਜਦੋਂ ਮੈਂ ਪਹਿਲੀ ਵਾਰੀ ਇੱਥੇ ਆਈ ਸੀ, ਤੇ ਉਦੋਂ ਤੁਸੀਂ ਕੁਝ ਸੁਪਨਾ ਲਿਆ ਸੀ ਤੇ ਉਹ ਸੁਪਨਾ ਕਾਫੀ ਹੱਦ ਤੱਕ ਸਾਕਾਰ ਹੋਇਆ ਹੁਣ ਦਿਖਦਾ। ਜੇ ਅਸੀਂ ਉਹ ਪੁਰਾਣੀਆਂ ਵੀਡੀਓਜ਼ ਕੱਢ ਕੇ ਦੇਖੀਏ YouTube ਤੋਂ, ਤਾਂ ਹੁਣ ਅੱਗੇ ਸੁਪਨਾ ਕੀ ਹੈ ਇਸ ਨੂੰ ਲੈ ਕੇ? ਬਸ ਅੱਗੇ ਸੁਪਨਾ ਇਹੀ ਹੈ ਵੀ ਜਿਹੜਾ ਇਸ ਖੇਤਰ ਦੇ ਵਿੱਚ ਹੋਰ ਇਹਦਾ ਵੱਡਾ ਕਾਫੀ ਲੰਬਾ ਚੌੜਾ ਜਿਹੜਾ ਇਹ ਅਸੀਂ ਮਿਸ਼ਨ ਲੈ ਕੇ ਚੱਲ ਰਹੇ ਹਾਂ, ਤੇ ਉਹ ਪਰਮਾਤਮਾ ਦੀ ਕਿਰਪਾ ਨਾਲ ਉਹ ਮਿਸ਼ਨ ਸਰ ਕਰਾਂਗੇ। ਬਾਕੀ ਦਾਤਾ ਜਿਹੜਾ ਉਹ ਚੰਗੀ ਸਿਹਤ ਦੇਵੇ, ਚੰਗੇ ਵਿਚਾਰ ਇਸੇ ਤਰ੍ਹਾਂ ਚੱਲਦੇ ਰਹਿਣ, ਤੇ ਜਿਹੜੇ ਲੋਕ ਆਉਂਦੇ ਫਿਰ ਮੈਨੂੰ ਚੰਗਾ ਲੱਗਦਾ ਜਦੋਂ ਲੋਕ ਤਾਰੀਫ ਕਰਦੇ ਆ, ਸ਼ਹੀਦਾਂ ਦੇ ਜੀਵਨੀ ਤੋਂ ਜਾਣੂ ਹੁੰਦੇ ਆ, ਤੇ ਉਹ ਮੈਨੂੰ ਚੰਗਾ ਲੱਗਦਾ ਵੀ ਅਸੀਂ ਨਾ ਆਪਣੇ ਮਿਸ਼ਨ 'ਚ ਕਾਮਯਾਬ ਹੋਏ ਆ। ਸੁਰਜੀਤ ਭਾਈ ਫਿਰ ਕਦੋਂ ਕਦੇ ਤੁਹਾਡੇ ਨਾਲ ਜੁੜੇ ਹੋਏ ਆ, ਸ਼ੁਰੂ ਤੋਂ ਹੀ? ਹਾਂ, ਉਹ ਮੈਥੋਂ ਤਕਰੀਬਨ 10 ਸਾਲ ਛੋਟਾ ਹੈ। ਅੱਛਾ, ਤੇ ਉਹ ਵੀ ਜਿਹੜਾ ਮੈਨੂੰ ਵੇਖ ਕੇ ਛੋਟਾ ਹੁੰਦਾ ਹੀ ਲੱਗ ਗਿਆ ਸੀਗਾ, ਤੇ ਅਸੀਂ ਦੋਨੋਂ ਹੀ ਫਿਰ ਇਕੱਠੇ ਹੀ ਕੰਮ ਕਰਦੇ ਰਹੇ। ਵੀਰੇ ਇੱਕ ਖਾਸ ਚੀਜ਼ ਜਿਹੜੀ ਸ਼ਾਇਦ ਕਿਸੇ ਨੂੰ ਨਾ ਪਤਾ ਹੋਵੇ ਕਿ ਮਨਜੀਤ ਸਿੰਘ ਗਿੱਲ ਕੱਲ ਕੱਲਾ ਬੁੱਤ ਘੜਾ ਹੀ ਨਹੀਂ ਆ। ਮੈਨੂੰ ਪਤਾ ਹੈ ਕਿ ਤੁਸੀਂ ਬਹੁਤ ਸੋਹਣਾ ਕੀਰਤਨ ਕਰਦੇ ਹੋ, ਜਿਹੜਾ ਹਾਰਮੋਨੀਅਮ ਪਲੇ ਕਰ ਲਿਆ, ਤਬਲਾ, ਦੋਨੋਂ ਭਰਾਵਾਂ ਦੀ ਜੋੜੀ, ਉਹ ਦਾਤ ਕਿੱਥੋਂ ਮਿਲੀ ਤੁਹਾਨੂੰ? ਜਿਹੜੀ ਉਹ ਕੀਰਤਨ ਦੀ ਦਾਤ ਹੈ, ਸਾਡੇ ਪਿੰਡ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦਾ ਗੁਰਦੁਆਰਾ ਸਾਹਿਬ ਹੈ, ਉੱਥੇ ਅਸੀਂ ਗ੍ਰੰਥੀ ਸਿੰਘ ਤੋਂ ਪਹਿਲਾਂ ਸਿੱਖਦੇ ਸੀ, ਫਿਰ ਸੰਤ ਬਾਬਾ ਨਾਹਰ ਸਿੰਘ ਜੀ ਸਨੇਰਾਣਿਆਂ ਦੇ ਚਰਨਾਂ ਚਲੇ ਗਏ, ਜ਼ਿਆਦਾ ਅਸੀਂ ਉੱਥੇ ਸਿੱਖਿਆ ਉਹਨਾਂ ਦੇ ਚਰਨਾਂ 'ਚ ਰਹਿ ਕੇ। ਤੇ ਉਸ ਤੋਂ ਬਾਅਦ ਫਿਰ ਉਹ ਰੂਟੀਨ ਬਣ ਗਈ ਕੀਰਤਨ ਕਰਨਾ। ਕੁਦਰਤੀ ਗੱਲ ਹੈ, ਜਿਹੜਾ ਮੂਰਤੀਕਾਰ ਹੁੰਦਾ ਉਹਦੇ 'ਚ ਇਹ ਗੁਣ ਸੰਗੀਤ ਵਗੈਰਾ ਉਹ ਪਰਮਾਤਮਾ ਹੀ ਦੇ ਕੇ ਤੋਰਦਾ, ਤੇ ਦਾਤੇ ਦੀ ਮਿਹਰ ਨਾਲ ਸਾਰਾ ਕੁਝ ਚੱਲੀ ਜਾ ਰਿਹਾ। ਇੱਥੇ ਤੁਸੀਂ ਸਟੇਜ ਵੀ ਬਣਾਈ ਹੋਈ ਹੈ, ਜਦੋਂ ਆਪਾਂ ਪਾਰਕ ਦੀ ਸਟਾਰਟਿੰਗ ਤੋਂ ਹੁੰਨੇ ਆ, ਅਸੀਂ ਦੇਖੀਆਂ ਪਹਿਲਾਂ ਮਹਾਤਮਾ ਬੁੱਧ ਦੀ ਪ੍ਰਤਿਮਾ ਜਿੱਥੇ ਬਣੀ ਹੋਈ ਆ, ਇੱਕ ਸਟੇਜ ਵੀ ਬਣੀ ਹੋਈ ਆ। ਕੋਈ ਖਾਸ ਗਤੀਵਿਧੀਆਂ ਹੁੰਦੀਆਂ ਰਹਿੰਦੀਆਂ? ਕੀ ਇੱਥੇ ਹੁੰਦਾ? ਗਤੀਵਿਧੀਆਂ ਇੱਥੇ ਕਵੀ ਦਰਬਾਰ ਹੁੰਦਾ ਰਹਿੰਦਾ, ਸਮਰ ਕੈਂਪ ਜਿਹੜਾ ਬੱਚਿਆਂ ਦਾ, ਜਿਵੇਂ ਹੁਣ ਗਰਮੀਆਂ ਦੇ ਵਿੱਚ ਹੁਣ ਕੋਰੋਨਾ ਕਰਕੇ ਨਹੀਂ ਲਗਾ ਸਕੇ, ਤੇ ਬੱਚੇ ਤਕਰੀਬਨ 200-250 ਬੱਚਾ ਜਾਂ 300 ਬੱਚਾ ਇਕੱਠਾ ਹੋ ਜਾਂਦਾ, ਫਿਰ ਕਲੇ ਮਾਡਲਿੰਗ ਦੀਆਂ ਕਲਾਸਾਂ ਲੱਗੀਆਂ ਹੁੰਦੀਆਂ। ਕੁਛ ਮੇਰੇ ਜਿਹੜੇ ਆਰਟ ਕਾਲਜ ਦੇ ਦੋਸਤ ਆ ਉਹਨਾਂ ਨੂੰ ਬੁਲਾਇਆ ਹੁੰਦਾ, ਉਹ ਪੇਂਟਿੰਗ ਵਗੈਰਾ ਜਿਹੜੀ ਆ ਉਹ ਸਿਖਾਉਂਦੇ ਆ, ਗ੍ਰਾਫਿਕਸ ਦੀਆਂ ਕਲਾਸਾਂ ਲੱਗਦੀਆਂ, ਅਪਲਾਈਡ ਆਰਟ ਦੀਆਂ, ਉਹ ਸਾਰੇ ਹੀ ਉੱਥੋਂ ਫਿਰ ਚੰਡੀਗੜ੍ਹੋਂ ਮੇਰੇ ਬੁਲਾਏ ਹੁੰਦੇ ਆ, ਤੇ ਬੱਚਿਆਂ ਤੋਂ ਕੋਈ ਫੀਸ ਨਹੀਂ ਲਈ ਜਾਂਦੀ, ਸਾਰਾ ਉਹ ਖਰਚਾ ਜਿਹੜਾ ਅਸੀਂ ਆਪਣੇ ਪਰਿਵਾਰ ਵੱਲੋਂ ਹੀ ਕਰਦੇ ਹਾਂ। ਉਹ ਜਿਹੜੇ ਮੇਰੇ ਦੋਸਤ ਮਿੱਤਰ ਜਿਹੜੇ ਪੁਰਾਣੇ, ਜਦੋਂ ਅਸੀਂ ਇਕੱਠੇ ਡਿਗਰੀ ਕਰਦੇ ਰਹੇ ਹਾਂ, ਪੜ੍ਹਦੇ ਰਹੇ ਹਾਂ ਚੰਡੀਗੜ੍ਹ ਆਰਟ ਕਾਲਜ 'ਚ, ਉਹ ਸਾਰੇ ਇੱਥੇ ਆਏ ਹੁੰਦੇ ਆ। ਹਾਲਾਂਕਿ ਤੁਹਾਡਾ ਕੰਮ ਜਿਸ ਤਰੀਕੇ ਦਾ ਹੈਗਾ ਵੀਰੇ, ਪਤਾ ਹੈ ਕਿ ਸਭ ਦੇ ਮਨੋਂ ਦੁਆਵਾਂ ਨਿਕਲਦੀਆਂ, ਬਹੁਤ ਸਾਰੀ ਤਾਰੀਫ ਹੁੰਦੀ ਹੋਵੇ ਜੀ, ਕੋਈ ਇਹੋ ਜਿਹੀ ਚੀਜ਼ ਜਿਹਦੇ ਤੁਸੀਂ ਫੈਨ ਵੀ ਹੋਵੋ, ਕੋਈ ਇਹੋ ਜਿਹੀ ਸ਼ਖਸੀਅਤ ਆਈ ਹੋਵੇ, ਕੋਈ ਬੋਲ ਉਹਨਾਂ ਨੇ ਇਹੋ ਜਿਹੇ ਬੋਲੇ ਹੋਣ ਜਿਹੜਾ ਤੁਹਾਨੂੰ ਲੱਗਿਆ ਵੀ ਸਾਰਿਆਂ ਤੋਂ ਸਪੈਸ਼ਲ ਸੀਗੇ? ਕੁਛ ਯਾਦ ਹੈ ਇਦਾਂ ਦਾ ਕੁਝ? ਅਸਲ 'ਚ ਨਾ ਮੈਂ ਤੁਹਾਨੂੰ ਦੱਸਦਾ, ਮੈਂ ਸਭ ਤੋਂ ਵੱਧ ਪ੍ਰਭਾਵਿਤ ਹਾਂ ਗੁਰਬਾਣੀ ਤੋਂ ਜੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਜੋ ਨਤਮਸਤਕ ਹੁੰਦੇ ਨਾ, ਉੱਥੋਂ ਹੀ ਸਾਰੀ ਸੇਧ ਮਿਲਦੀ ਹੈ, ਉਹਨਾਂ ਤੋਂ ਪ੍ਰਭਾਵਿਤ ਹੈ। ਤੇ ਜਾਂ ਆਪਣੇ ਮਹਾਂਪੁਰਸ਼ਾਂ ਤੋਂ, ਸੰਤ ਬਾਬਾ ਨਾਹਰ ਸਿੰਘ ਜੀ ਸਨੇਰਾਣਿਆਂ ਤੋਂ, ਉਹਨਾਂ ਤੋਂ ਬਹੁਤ ਕੁਝ ਸਿੱਖਿਆ। ਅਸੀਂ ਦੋਨੋਂ ਭਰਾ ਉਹਨਾਂ ਦੇ ਚਰਨਾਂ 'ਚ ਰਹੇ ਹਾਂ, ਉਹਨਾਂ ਦੀ ਸਰਪ੍ਰਸਤੀ ਦੇ ਵਿੱਚ ਉਹਨਾਂ ਤੋਂ ਸਿੱਖਦੇ ਰਹੇ ਹਾਂ। 2007 ਦੇ ਵਿੱਚ ਉਹ ਸੱਚਖੰਡ ਚਲੇ ਗਏ ਜੀ, ਤੇ ਉਸ ਤੋਂ ਬਾਅਦ ਸਾਨੂੰ ਆਸ਼ੀਰਵਾਦ ਦੇ ਕੇ ਗਏ, ਸਾਨੂੰ ਇਸ ਜਗ੍ਹਾ ਤੇ ਬਿਠਾ ਕੇ ਗਏ। ਹੁਣ ਸੰਤਾਂ ਮਹਾਂਪੁਰਸ਼ਾਂ ਦੇ ਬੋਲ ਹੁੰਦੇ ਆ,
ਤੇ ਇਹ ਜਗ੍ਹਾ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇਹ ਸ਼ਹੀਦ ਕਰਤਾਰ ਸਿੰਘ ਸਾਹਿਬ ਦੀ ਚਰਨ ਛੋਹ ਪ੍ਰਾਪਤ ਹੈ। ਉਹ ਸਾਰੇ ਸੰਯੋਗ ਰਲ ਗਏ ਤੇ ਉਹਨਾਂ ਦਾ ਆਸ਼ੀਰਵਾਦ ਹੋ ਗਿਆ ਤੇ ਹੁਣ ਮਹਾਰਾਜ ਦਾ ਨਾਮ ਲੈ ਕੇ ਲੱਗੇ ਹੋਏ ਆ। ਕਦੇ ਕੋਈ ਬਹੁਤ ਵੱਡੀ ਦਿੱਕਤ ਖੜੀ ਹੋਈ ਹਾਂ, ਇੰਨਾ ਜ਼ਰੂਰ ਮੈਂ ਕਹਿੰਦਾ ਵੀ ਜਿੰਨੀਆਂ ਵੀ ਸ਼ਖਸੀਅਤਾਂ ਸਾਡੇ ਸੰਪਰਕ ਦੇ ਵਿੱਚ ਆਈਆਂ, ਚਾਹੇ ਉਹ ਮੁੱਖ ਮੰਤਰੀ ਵੀ ਸੀਗੇ, ਮੰਤਰੀ ਵੀ ਸੀ, ਅਫਸਰ ਵੀ ਸੀ, ਉਹ ਕਿਸਾਨ ਵੀ ਸੀ, ਉਹ ਮਜ਼ਦੂਰ ਵੀ ਸੀ, ਜਾਂ ਉਹ ਕਿਸੇ ਹੋਰ ਖੇਤਰ ਦੀ ਸ਼ਖਸੀਅਤਾਂ ਸੀ, ਉਹ ਸਾਰੇ ਸਾਨੂੰ ਆਸ਼ੀਰਵਾਦ ਜਦੋਂ ਦੇ ਕੇ ਗਈਆਂ ਨਾ, ਸਾਨੂੰ ਇਹ ਲੱਗਦਾ ਵੀ ਉਹ ਆਸ਼ੀਰਵਾਦ ਨੇ ਆਪਣਾ ਕੰਮ ਕੀਤਾ। ਕਦੇ ਕੋਈ ਇਦਾਂ ਦੀ ਦਿੱਕਤ ਆਈ ਹੋਵੇ, ਜਿਸ ਤਰੀਕੇ ਨਾਲ ਤੁਸੀਂ ਸਟੈਚੂ ਬਣਾਉਂਦੇ ਹੋ, ਕੋਈ ਆਰਡਰ ਬਹੁਤ ਵੱਡਾ ਆ ਗਿਆ, ਕਦੇ ਕੋਈ ਹੋਇਆ ਵੀ ਐਂ ਲੱਗਿਆ ਹੋਵੇ ਵੀ ਮੁਸੀਬਤ ਜੀ ਖੜੀ ਹੋ ਗਈ ਆ ਵੀ ਹੁਣ ਤਾਂ ਗਿਆ ਕੰਮ ਹੱਥੋਂ, ਕਿਉਂਕਿ ਬਹੁਤ ਵੱਡੇ ਵੱਡੇ ਪ੍ਰੋਜੈਕਟ ਔਰ ਬਿਨਾਂ ਸ਼ੱਕ ਖਰਚਾ ਬਹੁਤ ਜ਼ਿਆਦਾ ਹੁੰਦਾ? ਔਰ ਜੀ ਖਰਚਾ ਜ਼ਰੂਰ ਹੁੰਦਾ ਵਾਕਿਆ ਹੀ, ਪਰ ਜਦੋਂ ਕਿਸਾਨੀ ਦੇ ਕੰਮ ਚੋਂ ਨਿਕਲੇ ਹੋਏ ਆ ਨਾ, ਪਹਿਲਾਂ ਹੱਥੀਂ ਸਾਰੇ ਕੰਮ ਕੀਤੇ ਹੋਏ ਆ, ਜਿਹੜਾ ਵੱਟਾਂ ਵੱਢਣੀਆਂ, ਘੜਨੀਆਂ, ਖਾਲੇ ਘੜਨੇ, ਉਹ ਸਾਰਿਆਂ ਕੰਮਾਂ ਨਾਲੋਂ ਨਾ ਮੈਨੂੰ ਮੂਰਤੀ ਕਲਾ ਦਾ ਫਿਰ ਵੀ ਕੰਮ ਜਿਹੜਾ ਉਹ ਸੌਖਾ ਲੱਗਾ। ਕਿੱਡਾ ਵੱਡਾ ਸਟੈਚੂ ਆ ਜੇ, ਅਸੀਂ ਉਹ ਜ਼ਿਆਦਾ ਨਹੀਂ ਪਰਵਾਹ ਕਰਦੇ ਤੇ ਕੰਮ ਸ਼ੁਰੂ ਕਰ ਦਿੰਦੇ ਆ ਤੇ ਫਿਰ ਦੱਬੀ ਆਉਂਦੇ ਆ। ਜਿਵੇਂ ਉਹ ਪਹਿਲਵਾਨਾਂ ਦਾ ਦੰਗਲ ਹੋ ਰਿਹਾ ਹੋਵੇ ਨਾ, ਅਸੀਂ ਉਵੇਂ ਨਹੀਂ ਕਰਦੇ ਜਿਵੇਂ ਉਹ ਕਲਾਕਾਰ ਨੂੰ ਹੁੰਦਾ ਨਾ, ਇਸ ਤਰ੍ਹਾਂ ਬੁਰਸ਼ ਦੀ ਸ਼ੋਅ ਬਣਾਉਣ, ਅਸੀਂ ਤਾਂ ਉਸ ਤਰ੍ਹਾਂ ਲੱਗੇ ਹੁੰਦੇ ਆ ਵੀ ਜਿਵੇਂ ਦੰਗਲ ਹੋ ਰਿਹਾ, ਘੋਲ ਹੋ ਰਿਹਾ, ਆਸੇ ਪਾਸੇ ਇਕੱਠ ਉਹ ਵੇਖ ਰਿਹਾ ਤੁਹਾਨੂੰ, ਹਾਂਜੀ ਇਸ ਤਰ੍ਹਾਂ ਕੰਮ ਕਰਦੇ ਆ। ਕੰਮ ਨੂੰ ਨਾ ਥੋੜਾ ਜਿਹਾ ਜ਼ੋਰ ਸ਼ੋਰ ਨਾਲ, ਜੋਸ਼ ਨਾਲ ਲਿਆ ਹੋਇਆ। ਪਰ ਇਹ ਚੀਜ਼ ਦੇਖਣ ਵਾਲੀ ਆ, ਜਿਸ ਤਰੀਕੇ ਨਾਲ ਤੁਸੀਂ ਪੂਰਾ ਪਾਰਕ ਸਾਨੂੰ ਦਿਖਾਇਆ, ਹਾਂਜੀ, ਸਬਰ ਤੇ ਜਿਹੜਾ ਕਹਿ ਸਕਦੇ ਸੰਤੋਖ ਦੀ ਜਿਹੜੀ ਇੱਕ ਕੁਦਰਤ ਨੇ ਸਾਡੇ ਖਾਸ ਤੌਰ ਤੇ ਸਾਡੇ ਵਿਰਸੇ ਚ ਦਾਤ ਮਿਲੀ ਹੋਈ ਆ, ਉਹ ਨਜ਼ਰ ਆਉਂਦਾ। ਮੈਂ ਤਾਂ ਖੈਰ ਸਭ ਨੂੰ ਸੁਨੇਹਾ ਦਿੰਨੀ ਆ ਕਿ ਇਹ ਪਾਰਕ ਜ਼ਰੂਰ ਦੇਖਣਾ ਬਣਦਾ ਔਰ ਆਪਣੇ ਬੱਚਿਆਂ ਨੂੰ ਲੈ ਕੇ ਆਉਣਾ ਬਣਦਾ ਕਿ ਹੋਰ ਜਾਣਕਾਰੀ ਮਿਲੇ। ਤੁਹਾਡੇ ਸੁਨੇਹੇ ਚ, ਸੱਦੇ ਚ ਕੀ ਕਹਿਣਾ ਚਾਹੋਗੇ ਤੁਸੀਂ? ਸੱਦੇ ਚ ਇਹੀ ਆ ਵੀ ਮੈਂ ਤਾਂ ਸਵੇਰੇ ਦਰਵਾਜ਼ਾ ਖੋਲ ਦਿੰਦਾ, ਲੰਗਰ ਗੁਰੂ ਕਾ ਚੱਲ ਰਿਹਾ ਹੁੰਦਾ ਵੀ ਆਓ ਭਾਈ ਤੇ ਆਪਣੀ ਵਿਰਾਸਤ ਨਾਲ ਜੁੜੀਏ। ਘਰੇ ਪਰਿਵਾਰ ਜਿਹੜਾ ਉਹ ਹਮੇਸ਼ਾ ਮੈਂ ਦੇਖਿਆ ਤਵੀ ਚੜੀ ਰਹਿੰਦੀ ਹੈ। ਹਾਂ ਬਿਲਕੁਲ ਬਿਲਕੁਲ, ਤਵੀ ਚੜੀ ਰਹਿੰਦੀ ਹੈ, ਮਹਾਰਾਜ ਦੀ ਕਿਰਪਾ ਹੈ। ਤੇ ਇਹੀ ਹੈ ਵੀ ਅਸੀਂ ਆਪਣੀ ਵਿਰਾਸਤ ਨਾਲ ਜੁੜ ਗਏ, ਆਪਣੀ ਜੜ੍ਹਾਂ ਨਾਲ ਜੁੜ ਗਏ, ਅਸੀਂ ਜਿਹੜਾ ਹੈਗਾ ਕਦੀ ਸੁੱਕ ਨਹੀਂ ਸਕਾਂਗੇ। ਸਾਡੀ ਜਿਹੜੀ ਆ ਹਰਿਆਵਲ ਉਸੇ ਤਰ੍ਹਾਂ ਕਾਇਮ ਰਹੂ। ਸਾਡਾ ਜਿਹੜਾ ਹੈਗਾ ਜਿਹੜਾ ਭਾਈਚਾਰਕ ਸਾਂਝ ਉਹ ਸਾਰੀ ਜਿਹੜੀ ਹੈਗੀ ਆ ਉਹ ਫੈਲਦੀ ਰਹੇਗੀ ਤੇ ਵਿਸ਼ਵ ਪੱਧਰ ਤੇ ਜਿਹੜਾ ਪੰਜਾਬ ਦਾ, ਭਾਰਤ ਦਾ ਨਾਮ ਹੋਰ ਵੀ ਉੱਚਾ ਹੋਊਗਾ ਜਦੋਂ ਅਸੀਂ ਆਪਣੇ ਸ਼ਹੀਦਾਂ ਦਾ ਸਤਿਕਾਰ ਕਰਾਂਗੇ, ਜਦੋਂ ਅਸੀਂ ਆਪਣੇ ਵੱਡ ਵਡੇਰਿਆਂ ਦਾ, ਗੁਰੂਆਂ ਪੀਰਾਂ ਦਾ ਸਤਿਕਾਰ ਕਰਾਂਗੇ। ਆਖਰੀ ਸਵਾਲ ਮੈਂ ਜਿਹੜਾ ਪੁੱਛ ਲਿਆ, ਪਰ ਉਹ ਤੋਂ ਬਾਅਦ ਇੱਕ ਹੋਰ ਆਖਰੀ ਸਵਾਲ ਪੁੱਛਣਾ ਚਾਹੁੰਦੀ ਹਾਂ, ਖਾਸ ਤੌਰ ਤੇ ਇਸ ਵੇਲੇ ਉਹ ਪੁੱਛਣਾ ਬਹੁਤ ਜ਼ਰੂਰੀ ਹੈ ਕਿ ਤੁਸੀਂ ਕਿਸਾਨ ਹੋ, ਕਲਾਕਾਰ ਹੋ, ਤੇ ਇਸ ਵੇਲੇ ਕਿਸਾਨ ਜਿਸ ਤਰੀਕੇ ਦੇ ਨਾਲ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੂੰ 6 ਮਹੀਨੇ ਹੋ ਗਏ ਆ, ਬਹੁਤ ਸਾਰੇ ਕਿਸਾਨ ਸ਼ਹੀਦ ਹੋ ਗਏ ਆ, ਬਹੁਤ ਕੁਝ ਸਾਡਾ ਗਿਆ ਹੱਕ ਲੈਣ ਦੇ ਲਈ, ਕਿਉਂਕਿ ਸਾਡੀ ਵਿਰਾਸਤ ਆ, ਸਾਡੇ ਖੂਨ ਦੇ ਵਿੱਚ ਉਹ ਚੀਜ਼ ਆ ਕਿ ਅਸੀਂ ਮੁੜਨ ਵਾਲੇ ਨਹੀਂ ਆ। ਇਸ ਚੀਜ਼ ਨੂੰ ਸਮਰਪਿਤ ਕੁਝ ਕਰ ਰਹੇ ਹੋ, ਕੁਝ ਮਨ ਚ ਆ ਰਿਹਾ? ਹਾਂ, ਮਨ ਚ ਆ ਰਿਹਾ, ਮਨ ਚ ਕੁਝ ਵਿਚਾਰ ਵੀ ਆ, ਮਨ ਚ ਤਮੰਨਾ ਰਹਿੰਦੀ ਹੈ, ਉਹਨਾਂ ਦੇ ਵਿੱਚ ਸ਼ਾਮਲ ਹੀ ਆ, ਹਰ ਤਰ੍ਹਾਂ ਨਾਲ ਸ਼ਾਮਲ ਹੁੰਦੇ ਆ, ਕਿਸਾਨ ਅੰਦੋਲਨ ਨਾਲ ਸ਼ੁਰੂ ਤੋਂ ਹੀ ਜੁੜੇ ਹੋਏ ਆ, ਕਿਉਂਕਿ ਅਸੀਂ ਤਾਂ ਥੋੜੀ ਦੇਰ ਲਈ ਆਉਨੇ ਆ ਇੱਥੇ ਵੀ ਤਾਂ ਕਿ ਲੋਕਾਂ ਦਾ ਕੰਮ ਵੀ ਟਾਈਮ ਸਿਰ ਦੇਣਾ ਹੈ। ਉਹ ਨਹੀਂ ਕਿਸੇ ਨੂੰ ਆਖਦੇ ਵੀ ਉਹ ਅਸੀਂ ਤਾਂ ਅੰਦੋਲਨ 'ਚ ਗਏ ਸੀ, ਤੁਹਾਡਾ ਕੰਮ ਤਾਂ ਨਹੀਂ ਕੀਤਾ ਨਾ, ਉਹ ਸਾਰੇ ਪਾਸੇ ਹਰ ਇੱਕ ਤਰ੍ਹਾਂ ਟਾਈਮ ਜਿਹੜਾ ਦਿੱਤਾ ਪੂਰੇ ਉਤਰਦੇ ਆ। ਪਰ ਮਨ ਦੇ ਵਿੱਚ ਇਹ ਵਿਚਾਰ ਹੈ ਵੀ ਜੇ ਸਰਕਾਰ ਅਜੇ ਨਹੀਂ ਮੰਨ ਰਹੀ, ਆਉਣ ਵਾਲੇ ਸਮੇਂ 'ਚ ਮੰਨਣਾ ਪੈਣਾ ਸਰਕਾਰ ਨੂੰ, ਪਰ ਅਸੀਂ ਆਪਣੇ ਖਰਚੇ ਘੱਟ ਕਰੀਏ, ਆਪਣੇ ਵਿਆਹਾਂ ਸ਼ਾਦੀਆਂ ਤੇ ਖਰਚੇ ਘੱਟ ਕਰੀਏ। ਕੋਠੀਆਂ ਜਿਹੜੀਆਂ ਆਪਾਂ ਨੂੰ ਬਾਹਲੀ ਜ਼ਿਆਦਾ ਵੱਡਾ ਕਾਰੀਆਂ ਜਿਹੜੀਆਂ ਆਪਾਂ ਲੋੜ ਤੋਂ ਜ਼ਿਆਦਾ ਹੈ ਤੇ ਆਪਾਂ ਛੱਡ ਕੇ ਫਿਰ ਵਿਦੇਸ਼ਾਂ ਦੇ ਵਿੱਚ ਹੀ ਬੈਠੇ ਜਿੰਦੇ ਲਾ ਕੇ, ਇਹ ਖਰਚੇ ਨਾ ਕਰੀਏ, ਖਰਚਿਆਂ ਤੋਂ ਬਚੀਏ। ਤਾਂ ਮੇਰਾ ਖਿਆਲ ਹੈ ਸਰਕਾਰਾਂ ਨੂੰ ਆਪਾਂ ਵੈਸੇ ਹੀ ਜਿਹੜਾ ਹੈਗਾ ਉਹ ਕੰਟਰੋਲ ਕਰ ਲਵਾਂਗੇ, ਤਾਂ ਸਰਕਾਰਾਂ ਨੂੰ ਮੰਨਣਾ ਹੀ ਪੈਣਾ ਹਨਾ। ਜਦੋਂ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਫਸੇ ਹੀ ਰਵਾਂਗੇ ਕਰਜ਼ੇ ਚੱਕ ਕੇ, ਫालतू ਖਰਚਿਆਂ ਦੇ ਨਾਲ, ਤੇ ਫਿਰ ਸਰਕਾਰਾਂ ਨੂੰ ਵੀ ਪਤਾ ਹੈ ਵੀ ਇਹ ਲੋਕ ਕਿੱਥੋਂ ਮਾਰ ਖਾਂਦੇ ਆ। ਭੇਤ ਜਿਹੜਾ ਸਰਕਾਰ ਪਾ ਜਾਂਦੀ ਹੈ। ਵੀਰੇ ਬਹੁਤ ਬਹੁਤ ਸ਼ੁਕਰੀਆ, ਤੁਸੀਂ ਟਾਈਮ ਕੱਢਿਆ ਸਾਡੇ ਲਈ, ਔਰ ਟਾਈਮ ਕੱਢ ਕੇ ਇੰਨੀ ਸੋਹਣੀ ਇੱਕ ਜਗ੍ਹਾ ਦੇ ਕਹਿ ਲਓ ਦਰਸ਼ਨ ਕਰਵਾਏ ਸਾਡੇ ਲਈ। ਤਾਂ ਇਹ ਇੱਕ ਦਰਸ਼ਨ ਕਰਨ ਲਾਇਕ ਜਿਹੜੀ ਜਗ੍ਹਾ ਹੈਗੀ, ਔਰ ਖਾਸ ਤੌਰ ਤੇ ਪੰਜਾਬ ਦੇ ਵਿੱਚ ਇੱਕ ਦੇਸੀ ਜੇ ਪਿੰਡ 'ਚ ਬੈਠਾ ਇੱਕ ਕਲਾਕਾਰ ਜਿਹੜਾ ਇਸ ਤਰੀਕੇ ਨਾਲ ਪੇਸ਼ ਕਰ ਰਿਹਾ। ਔਰ ਮੇਰੇ ਨਾਲ ਜਿਹੜਾ ਇੱਕ ਸੈੱਟ ਲੱਗਾ ਹੋਇਆ, ਸਾਨੂੰ ਸੈੱਟ ਕ੍ਰੀਏਟ ਕਰਨ ਦੀ ਲੋੜ ਨਹੀਂ ਪਈ, ਇਸ ਪਾਰਕ ਦੇ ਜਿਸ ਵੀ ਕੋਰਨੇ 'ਚ ਬੈਠ ਜਾਓ, ਇੱਕ ਬਹੁਤ ਸੋਹਣੀ ਲੋਕੇਸ਼ਨ ਆ, ਇੱਕ ਸੋਹਣਾ ਸੁਨੇਹਾ ਦਿੰਦੀ ਜਿਹੜੀ ਲੋਕੇਸ਼ਨ ਹੈਗੀ ਆ। ਔਰ ਇਸ ਤਰ੍ਹਾਂ ਦੇ ਪਾਰਕਾਂ ਦੇ ਵਿੱਚ ਬੱਚਿਆਂ ਨੂੰ ਲੈ ਕੇ ਆਉਣਾ ਬੇਹੱਦ ਜ਼ਰੂਰੀ ਆ। ਤੁਸੀਂ ਪੂਰੀ ਗੇੜੀ ਦੇ ਦੌਰਾਨ, ਪੂਰੀ ਫੇਰੀ ਦੇ ਦੌਰਾਨ ਦੇਖਿਆ ਹੋਊਗਾ ਕਿ
ਕਿੰਨੀਆਂ ਸਾਰੀਆਂ ਚੀਜ਼ਾਂ ਜਿਨ੍ਹਾਂ ਤੋਂ ਅਸੀਂ ਅਣਜਾਣ ਆ, ਕਿੰਨੀਆਂ ਸਾਰੀਆਂ ਕਹਾਣੀਆਂ ਸਾਡੀ ਵਿਰਾਸਤ ਜਾਂ ਸਾਡੇ ਵਿਰਸੇ ਦੇ ਵਿੱਚ ਪਈਆਂ ਹੋਈਆਂ ਜਿਨ੍ਹਾਂ ਤੋਂ ਅਸੀਂ ਅਣਜਾਣ ਆ, ਤੇ ਸ਼ਾਇਦ ਬਹੁਤ ਸਾਰੇ ਮੌਕੇ ਆ ਜਿੱਥੇ ਅਸੀਂ ਗਰਵ ਨਹੀਂ ਕਰ ਪਾਉਂਦੇ ਕਿਉਂਕਿ ਸਾਨੂੰ ਉਹਨਾਂ ਕਹਾਣੀਆਂ ਦਾ ਪਤਾ ਹੀ ਨਹੀਂ ਆ। ਸੋ ਇਸ ਪਾਰਕ ਦੇ ਵਿੱਚ ਬੱਚਿਆਂ ਸਮੇਤ ਆਉਣ ਦਾ ਸੱਦਾ ਮੈਂ ਤਾਂ ਜ਼ਰੂਰ ਦਊਂਗੀ। ਔਨ ਏਅਰ ਦੇ ਜ਼ਰੀਏ ਤੁਸੀਂ ਦੇਖਿਆ, ਇੱਕ ਵਾਰੀ ਖੁਦ ਵੀ ਆ ਕੇ ਜ਼ਰੂਰ ਦੇਖੋ। ਇਸ ਪਾਰਕ ਦੇ ਬੂਹੇ ਹਮੇਸ਼ਾ ਖੁੱਲ੍ਹੇ ਹੋਏ ਆ। ਕਲ ਕਲਾਂ ਪਿੰਡ ਹੈਗਾ ਮੋਗਾ ਜ਼ਿਲ੍ਹੇ ਦਾ, ਔਰ ਇੱਥੇ ਬਿਲਕੁਲ ਜਿਹੜਾ ਪਰਿਵਾਰ ਹੈਗਾ ਪੂਰੇ ਸਹਿਯੋਗ ਦੇ ਨਾਲ ਖੁਸ਼ਾਮਦੀਦ ਕਹਿੰਦਾ ਸਭ ਨੂੰ, ਔਰ ਦੇਸ਼ ਵਿਦੇਸ਼ ਤੋਂ ਲੋਕ ਜਿਹੜੇ ਇਸ ਪਾਰਕ ਦੇ ਵਿੱਚ ਆਉਂਦੇ ਆ। ਸੋ ਇਸ ਤਰ੍ਹਾਂ ਦੀਆਂ ਹੋਰ ਸ਼ਖਸੀਅਤਾਂ ਨੂੰ ਔਨ ਏਅਰ ਦੇ ਜ਼ਰੀਏ ਤੁਹਾਡੇ ਰੂਬਰੂ ਕਰਦੇ ਰਵਾਂਗੇ। ਫਿਲਹਾਲ ਦਿਓ ਇਜਾਜ਼ਤ। ਮੈਂ ਰਮਨ ਤੂਰ, ਕੈਮਰਾਮੈਨ ਜਗਰੂਪ ਸਿੰਘ ਦੇ ਨਾਲ, ਕਲ ਕਲਾਂ ਮੋਗਾ ਤੋਂ।